ਲਿਆ ਬਿਠਾਇਆ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ, ਜਿੰਨਾ ਤੈਨੂੰ ਆਖਰੀ ਅਸੀਂ ਅੱਜ ਫਿਰ ਪੈਦਾਇਸ਼ ਦੇ ਜਿਹੜੇ 17 ਚ ਪਹੁੰਚ ਗਏ ਹਾਂ। ਬਾਈਬਲ ਸਟੱਡੀ ਦਾ ਸੈਸ਼ਨ ਸ਼ੁਰੂ ਹੋਇਆ। ਸੁन्नत ਦਾ ਨਿਯਮ ਅਸੀਂ ਅੱਜ ਦੇਖਣਾ। ਕੱਲ ਅਸੀਂ ਇਸਰਾਇਲ ਦੇ ਜਨਮ ਦੇ ਉੱਤੇ ਡਿਸਕਸ ਕੀਤਾ ਸੀ, ਜਿਹੜੀਆਂ ਸਥਿਤੀਆਂ ਉਹਦੇ ਜਨਮ ਤੇ ਬਣੀਆਂ ਉਹਨਾਂ ਨੂੰ ਅਸੀਂ ਦੇਖਿਆ ਸੀ। ਅੱਜ ਅਸੀਂ ਸੁन्नत ਨੂੰ ਦੇਖਣਾ। ਅਸੀਂ ਸ਼ੁਰੂ ਕਰਦੇ ਹਾਂ ਪੈਦਾਇਸ਼ 17ਵੇਂ ਚੈਪਟਰ ਨੂੰ। ਜਦੋਂ ਅਬਰਾਮ 99 ਵਰ੍ਹਿਆਂ ਦਾ ਹੋਇਆ, 1:100, ਤਾਂ ਯਹੋਵਾ ਨੇ ਅਬਰਾਮ ਨੂੰ ਦਰਸ਼ਨ ਦਿੱਤਾ। ਉਹਨੂੰ ਕਿਹਾ, ਮੈਂ ਸਰਵਸ਼ਕਤੀਮਾਨ ਪਰਮੇਸ਼ਰ ਹਾਂ, ਮੇਰੇ ਨਾਲ ਨਾਲ ਮੇਰੇ ਸਨਮੁਖ ਚੱਲ ਤੇ ਪੂਰਾ ਹੋ, ਸੰਪੂਰਨ ਹੋ। ਮੈਂ ਆਪਣਾ ਨਾਂ ਤੇਰੇ ਘਰਾਣੇ ਵਿੱਚ ਬੰਨਾਂਗਾ। ਮੈਂ ਆਪਣਾ ਨਾਂ ਨੇਮ ਆਪਣੇ ਤੇ ਤੇਰੇ ਬੰਨਾਂਗਾ। ਮੈਂ ਤੈਨੂੰ ਹੱਦੋਂ ਵੱਧ ਵਧਾਵਾਂਗਾ। ਤਾਂ ਅਬਰਾਮ ਆਪਣੇ ਮੂੰਹ ਦੇ ਭਾਰ ਡਿੱਗਿਆ ਤੇ ਪਰਮੇਸ਼ਰ ਨੇ ਉਹਦੇ ਨਾਲ ਇਹ ਗੱਲ ਕੀਤੀ ਕਿ ਵੇਖ, ਮੇਰਾ ਨੇਮ ਤੇਰੇ ਨਾਲ ਹੈ, ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਗਾ, ਉਪਰੰਤ ਤੇਰਾ ਨਾਮ ਫੇਰ ਅਬਰਾਮ ਨਹੀਂ ਬਲਕਿ ਅਬਰਾਹਾਮ ਸੱਦਿਆ ਜਾਵੇਗਾ, ਕਿਉਂਕਿ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾ ਦਿੱਤਾ ਹੈ ਮੈਂ, ਤੇ ਮੈਂ ਤੈਨੂੰ ਹੱਦੋਂ ਬਾਹਲਾ ਫਲਵੰਤ ਬਣਾਵਾਂਗਾ। ਮੈਂ ਤੇਥੋਂ ਕੌਮ ਕੱਢਾਂਗਾ, ਇੱਥੋਂ ਰਾਜੇ ਨਿਕਲਣਗੇ ਤੇ ਮੈਂ ਆਪਣਾ ਨੇਮ ਅਤੇ ਤੇਰੀ ਅੰਸ਼ ਦੇ ਵਿੱਚ ਜੋ ਤੇਰੇ ਪਿੱਛੋਂ ਵੀ ਜੰਮੇਗੀ ਉਹ ਪੀੜੀ ਪੀੜੀ ਪੀੜੀਓ ਪੀੜੀ ਅਨੰਤ ਨੇਮ ਕਰਕੇ ਬੰਨਾਂਗਾ। ਮੈਂ ਤੇਰੇ ਔਰ ਤੇਰੇ ਪਿੱਛੋਂ ਤੇਰੀ ਅੰਸ਼ ਦਾ ਖੁਦਾ ਪਰਮੇਸ਼ਰ ਹੋਵਾਂਗਾ। ਨਾਲੇ ਮੈਂ ਤੈਨੂੰ ਤੇਰੀ ਅੰਸ਼ ਨੂੰ ਤੇਰੇ ਵਸਣ ਦੀ ਇਹ ਧਰਤੀ ਅਰਥਾਤ ਕਨਾਨ ਦੀ ਸਾਰੀ ਧਰਤੀ ਦੀ ਮਿਲਖਲੀ ਦੇ ਦਿਆਂਗਾ। ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ। ਪਰ ਪਰਮੇਸ਼ਰ ਨੇ ਅਬਰਾਮ ਨੂੰ ਆਖਿਆ, ਤੂੰ ਮੇਰੇ ਨਾਮ ਦੀ ਪਾਲਣਾ ਕਰ, ਤੂੰ ਔਰ ਤੇਰੇ ਪਿੱਛੋਂ ਤੇਰੀ ਅੰਸ਼ ਉਹਨਾਂ ਦੀਆਂ ਪੀੜ੍ਹੀਆਂ ਤੱਕ ਤੇਰਾ ਇਹ ਨਾਮ ਮੇਰੇ ਔਰ ਤੁਹਾਡੇ ਔਰ ਤੇਰੇ ਪਿੱਛੋਂ ਤੇਰੀ ਅੰਸ਼ ਵਿੱਚ ਜੋ ਹੈ ਉਸਦੀ ਪਾਲਣਾ ਕਰੋ। ਤੁਹਾਡੇ ਵਿੱਚੋਂ ਹਰ ਇੱਕ ਆਦਮੀ ਦੀ ਸੁन्नत ਕੀਤੀ ਜਾਵੇ, ਹਰ ਨਰ ਦੀ ਸੁन्नत। ਤੁਸੀਂ ਆਪਣੇ ਬਦਨ ਦੀ ਖਲੜੀ ਦੀ ਸੁन्नत ਕਰਵਾਓ ਅਤੇ ਔਰ ਮੇਰੇ ਤੇ ਤੁਹਾਡੇ ਵਿੱਚ ਇਹ ਇੱਕ ਨੇਮ ਦਾ ਨਿਸ਼ਾਨ ਹੋਵੇਗਾ। ਤੁਹਾਡੇ ਔਰ ਹਰ ਇੱਕ 8 ਦਿਨਾਂ ਦੇ ਬਾਲਕ ਦੀ ਸੁन्नत ਪੀੜ੍ਹੀ ਪੀੜ੍ਹੀ ਕੀਤੀ ਜਾਵੇਗੀ, ਭਾਵੇਂ ਉਹ ਤੁਹਾਡਾ ਘਰ ਜਨਮ ਹੋਵੇ ਤੇ ਭਾਵੇਂ ਕਿਸੇ ਪਰਦੇਸੀ ਤੋਂ ਜੋ ਤੇਰੇ ਅੰਸ਼ ਦਾ ਨਹੀਂ ਹੈ, ਚਾਂਦੀ ਨਾਲ ਲਿਆ ਹੋਇਆ ਹੋਵੇ। ਤੇਰੇ ਘਰ ਜੰਮਦੀ ਅਤੇ ਚਾਂਦੀ ਨਾਲ ਲਟਾਇਆ ਹੋਇਆ ਜਿਹੜੀ ਸੁन्नत ਜ਼ਰੂਰ ਕੀਤੀ ਜਾਵੇ। ਮੈਂ ਤੇਰਾ ਤਾਂ ਜੋ ਤੇਰਾ ਮੇਰਾ ਨੇਮ ਤੁਹਾਡੇ ਮਾਸ ਵਿੱਚ ਇੱਕ ਅਨੰਤ ਨੇਮ ਦੇ ਵਿੱਚ ਹੋਵੇਗਾ, ਔਰ ਜੋ ਨਰ ਬਿਸੁੰਤਾ ਰਵੇ ਔਰ ਜਿਸ ਦੀ ਸੁन्नत ਉਹਦੇ ਬਦਨ ਦੀ ਖਰੜੀ ਵਿੱਚ ਨਾ ਕੀਤੀ ਗਈ ਹੋਵੇ, ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇਗਾ। ਉਹ ਮੇਰੇ ਨਾਮ ਨੂੰ ਉਸ ਮੇਰੇ ਨਾਮ ਨੂੰ ਭੰਨਿਆ ਹੈ। ਫਿਰ ਪਰਮੇਸ਼ਰ ਨੇ ਅਬਰਾਹਾਮ ਨੂੰ ਕਿਹਾ, ਸਾਰਾਈ ਜੋ ਤੇਰੀ ਪਤਨੀ ਹੈ, ਤੂੰ ਉਹਦਾ ਨਾਂ ਵੀ ਸਾਰਾਈ ਨਾ ਆਖੀ, ਬਲਕਿ ਉਹਦਾ ਨਾਂ ਸਾਰਾ ਕਰਦੇ। ਮੈਂ ਉਸਨੂੰ ਸੀਖ ਦਿਆਂਗਾ ਅਤੇ ਮੈਂ ਉਸ ਤੋਂ ਵੀ ਇੱਕ ਪੁੱਤਰ ਦੇਵਾਂਗਾ। ਮੈਂ ਉਸਨੂੰ ਸੀਖ ਦਿਆਂਗਾ ਕਿ ਕੌਮਾਂ ਦੀ ਮਾਤਾ ਖਵਾਵੇਗੀ, ਔਰਤਾਂ ਦੇ ਰਾਜੇ ਉਸ ਤੋਂ ਹੋਣਗੇ। ਤਾਂ ਅਬਰਾਹਮ ਨੇ ਮੂੰਹ ਭਰ ਡਿੱਗਿਆ ਤੇ ਹੱਸਿਆ ਤੇ ਮਨ ਚ ਕਿਹਾ, ਭਲਾ 100 ਵਰ੍ਹਿਆਂ ਦੇ ਜੰਤ ਵੀ ਪੁੱਤਰ ਹੋਵੇਗਾ, ਔਰ ਸਾਰਾ ਜੋ 90 ਵਰ੍ਹਿਆਂ ਦੀ ਹੈ ਉਹ ਪੁੱਤਰ ਜਣੇਗੀ। ਤਾਂ ਅਬਰਾਹਮ ਨੇ ਪਰਮੇਸ਼ਰ ਨੂੰ ਆਖਿਆ, ਇਸ਼ਮਾਇਲ ਤੇਰੇ ਹਜ਼ੂਰ ਜਿਉਂਦਾ ਰਵੇ। ਪਰ ਪਰਮੇਸ਼ਰ ਨੇ ਆਖਿਆ, ਸਾਰਾ ਤੇਰੀ ਪਤਨੀ ਜ਼ਰੂਰ ਤੇਰੇ ਲਈ ਪੁੱਤਰ ਜਣੇਗੀ। ਤੂੰ ਉਹਦਾ ਨਾਂ ਇਸਹਾਕ ਰੱਖਣਾ। ਆਪਣਾ ਨਾਮ ਹੈ ਨੇਮ ਉਹਦੇ ਨਾਲ ਤੇ ਉਹਦੇ ਪਿੱਛੋਂ ਦੀ ਅੰਸ਼ ਦੇ ਨਾਲ ਇੱਕ ਅਨੰਤ ਨੇਮ ਕਰਕੇ ਕਾਇਮ ਕਰਾਂਗਾ। ਨਾਲੇ ਇਸ਼ਮਾਇਲ ਲਈ ਵੀ ਮੈਂ ਤੇਰੀ ਸੁਣੀ, ਔਰ ਵੇਖ, ਮੈਂ ਉਹਨੂੰ ਵੀ ਅਸੀਸ ਦਿੱਤੀ ਹੈ। ਮੈਂ ਉਹਨੂੰ ਵੀ ਫਲਵੰਤ ਬਣਾਵਾਂਗਾ ਤੇ ਹੱਦੋਂ ਬਾਹਲਾ ਵਧਾਵਾਂਗਾ। ਉਹ ਤੋਂ 12 ਸ਼ਹਿਜ਼ਾਦੇ ਜੰਮਣਗੇ ਤੇ ਮੈਂ ਉਹਨੂੰ ਇੱਕ ਵੱਡੀ ਕੌਮ ਬਣਾਵਾਂਗਾ। ਪਰ ਆਪਣਾ ਨੇਮ ਮੈਂ ਇਸਹਾਕ ਨਾਲ ਹੀ ਕਾਇਮ ਕਰਾਂਗਾ, ਜਿਸਨੂੰ ਸਾਰਾ ਇਸੇ ਰੁੱਤੇ ਆਉਂਦੇ ਵਰੇ ਤੇਰੇ ਲਈ ਪੈਦਾ ਕਰੇਗੀ। ਜਦੋਂ ਉਹ ਉਸ ਦੇ ਨਾਲ ਗੱਲ ਕਰਨੋਂ ਹਟਿਆ ਤਾਂ ਪਰਮੇਸ਼ਰ ਕੋਲ ਅਬਰਾਹਮ ਉਹ ਤਾਂ ਚਲਾ ਗਿਆ। ਤਾਂ ਅਬਰਾਹਮ ਨੇ ਆਪਣੇ ਪੁੱਤਰ ਇਸ਼ਮਾਇਲ ਨੂੰ ਔਰ ਸਭ ਘਰ ਜੰਮਿਆਂ ਨੂੰ ਔਰ ਸਭ ਜੋ ਆਪਣੇ ਚਾਂਦੀ ਨਾਲ ਖਰੀਦੇ ਪੈਣਗੇ, ਅਰਥਾਤ ਅਬਰਾਹਮ ਦੇ ਘਰ ਦੇ ਮਨੁੱਖਾਂ ਵਿੱਚੋਂ ਹਰ ਇੱਕ ਨਰ ਨੂੰ ਲੈ ਕੇ ਉਹਨਾਂ ਦੇ ਬਦਨ ਦੀ ਖਰੜੀ ਵਿੱਚ ਉਸ ਦਿਹਾੜੇ ਸੁन्नत ਕਰਵਾਈ, ਜਿਵੇਂ ਪਰਮੇਸ਼ਰ ਨੇ ਉਹਦੇ ਨਾਲ ਗੱਲ ਕੀਤੀ ਸੀ। ਤੇ ਅਬਰਾਹਮ 99 ਵਰ੍ਹਿਆਂ ਦਾ ਸੀ ਜਦ ਉਸਦੇ ਬਦਨ ਦੀ ਖਲੜੀ ਲਹਾਈ ਗਈ, ਜਦ ਉਸਦੇ ਬਦਨ ਦੀ ਖਰੜੀ ਵਿੱਚ ਉਸਦੀ ਸੁन्नत ਕੀਤੀ ਗਈ। ਤੇ ਇਸ਼ਮਾਇਲ 13 ਵਰ੍ਹਿਆਂ ਦਾ ਸੀ ਜਦ ਉਹਦੇ ਬਦਨ ਦੀ ਖਰੜੀ
ਵਿੱਚ ਉਹਦੀ ਸੁਨਨਤ ਕੀਤੀ ਗਈ। ਦੋਨਾਂ ਬਾਪ ਤੇ ਅਬਰਾਮ ਤੇ ਉਸਦੇ ਪੁੱਤਰ ਇਸ਼ਮਾਲ ਦੀਆਂ ਸੁਨਨਤਾਂ ਇੱਕੋ ਦਿਨ ਹੋਈਆਂ ਤੇ ਉਹ ਉਹਦੇ ਘਰ ਦੇ ਸਭ ਮਨੁੱਖਾਂ, ਭਾਵੇਂ ਘਰ ਜੰਮੇ ਦੀਆਂ ਵੀ, ਜੋ ਪਰਦੇਸੀਆਂ ਤੋਂ ਚਾਹੁੰਦੇ ਕਿ ਲੱਗ ਸਭਨਾਂ ਦੀ ਸੁਨਨਤ ਉਹਦੇ ਨਾਲ ਕੀਤੀ ਗਈ। ਇੰਟਰਸਟਿੰਗ, ਅਸੀਂ ਬਹੁਤ ਹੀ ਖੂਬਸੂਰਤ ਜਿਹੜਾ ਨਾ ਉਹ ਵਚਨ ਦੇਖਿਆ ਆ ਕਿ ਕਿਸ ਤਰ੍ਹਾਂ ਮਤਲਬ ਉਹਨੂੰ ਉਹਦਾ ਨਾਮ ਬਦਲਿਆ ਗਿਆ ਕਿ ਅਬਰਾਮ ਤੋਂ ਅਬਰਾਹਮ ਬਣਾ ਦਿੱਤਾ ਗਿਆ। ਕਿਸ ਤਰ੍ਹਾਂ ਸਾਰੀ ਦਾ ਨਾਮ ਸਰਾਈ ਤੋਂ ਸਾਰਾ ਹੋ ਗਿਆ। ਸਾਰਾ ਦਾ ਮਤਲਬ ਤੁਸੀਂ ਸਾਰੇ ਜਾਣਦੇ ਆ, ਸਾਰਾ ਦਾ ਮਤਲਬ ਪੂਰਾ। ਆਪਾਂ ਕਹਿੰਦੇ ਕਿ ਸਾਰਾ ਕੰਮ ਕਰੇ, ਪਤਾ ਇਹਦਾ ਮਤਲਬ ਵੀ ਪੂਰਾ, ਕਿ ਬਿਨਾਂ ਕਿਸੇ ਲੋਕ ਲਾਗੇ ਡਾਟੋ। ਤੇ ਵੈਸੇ ਤੇ ਆਪਣੀ ਜ਼ੁਬਾਨ 'ਚ ਇਹਦਾ ਮਤਲਬ ਹੈ ਨਾ, ਇਬਰਾਨੀ ਦੇ ਵਿੱਚ ਇਹਦਾ ਮਤਲਬ ਜਿਹੜਾ ਉਹ ਕੰਪਲੀਟਲੀ ਡਿਫਰੈਂਟ, ਕੌਮਾਂ ਦੀ ਮਾਤਾ ਹੈ ਨਾ। ਤੇ ਇਸੇ ਤਰ੍ਹਾਂ ਅਬਰਾਹਮ ਦਾ ਜਿਹੜਾ ਮਤਲਬ ਹੈ ਉਹ ਵੀ ਇਬਰਾਨੀ ਭਾਸ਼ਾ ਦੇ ਵਿੱਚ ਜਿਹੜਾ ਫਰਕ ਹੈ। ਚਲੋ ਅਸੀਂ ਜ਼ਿਆਦਾ ਇਹਦੇ 'ਚ ਨਹੀਂ ਕਹਿੰਦੇ ਕਿਉਂਕਿ ਅਸੀਂ ਕਾਫੀ ਦਾ ਵਿਆਖਿਆ ਵਚਨ ਲਿਖ ਦਿੰਦੇ ਹੁਣ, ਹੈ ਨਾ। ਤੇ ਇੱਥੋਂ ਅਸੀਂ ਦੇਖਿਆ ਕਿ ਜਦੋਂ ਉਹਨੂੰ ਇਹ ਹੁਕਮ ਦਿੱਤਾ ਗਿਆ ਸੀ ਉਹਦੀ ਪਤਨੀ ਵੱਲੋਂ ਕਿ ਮੇਰੀ ਜਿਹੜੀ ਹੈਗੀ ਹੈ ਨੌਕਰਾਣੀ, ਉਹਦੇ ਨਾਲ ਜਾ ਕੇ ਰਿਸ਼ਤਾ ਕਾਇਮ ਕਰ, ਤਾਂ ਉਹਨੂੰ ਮਤਲਬ ਅਸੀਂ ਕੱਲ ਦੇਖਿਆ ਸੀਗਾ ਕਿ ਉਹਦੇ ਵਿੱਚ ਉਹਨੇ ਕੀਤਾ ਵੀ, ਮਤਲਬ ਉਹਨੇ ਆਪਣੀ ਜਿਹੜੀ ਉਹਦੀ ਹੈਗੀ ਸੀਗੀ ਮੇਟ, ਉਹਦੇ ਨਾਲ ਉਹਨੇ ਆਪਣਾ ਰਿਸ਼ਤਾ ਕਾਇਮ ਕਰ ਲਿਆ। ਪਰ ਇੱਥੋਂ ਕਿਉਂਕਿ ਇਹ ਉਸ ਵੇਲੇ ਦਾ ਹੁਕਮ ਸੀ, ਉਸ ਵੇਲੇ ਦਾ ਮਤਲਬ ਉਸ ਵੇਲੇ ਔਰਤਾਂ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਸੀ ਨਾ, ਤੇ ਉਹ ਇਹ ਕਰਦੀਆਂ ਸੀਗੀਆਂ। ਮੈਸੋਪੋਟਾਮੀਆ ਜਿਹੜੀ ਕੰਟਰੀ ਆ, ਅਸੀਂ ਕੱਲ ਦੇਖਿਆ ਸੀ। ਪਰ ਖੁਦਾ ਦੀ ਮਰਜ਼ੀ ਨਹੀਂ ਸੀਗੀ, ਖੁਦਾ ਦਾ ਮਤਲਬ ਸੀ ਭਾਵਨਾਵਾਂ ਤੋਂ ਉੱਪਰ ਉੱਠਣਾ, ਹਨਾ। ਅਸੀਂ ਭਾਵਨਾਵਾਂ ਵਿੱਚ ਨਹੀਂ ਬਹਿਣਾ ਨਾ, ਅਸੀਂ ਕੱਲ ਇਹਨੂੰ ਦੇਖਿਆ ਸੀਗਾ। ਤੇ ਇਹ ਬਹੁਤ ਹੀ ਇੰਟਰਸਟਿੰਗ ਹੈਗਾ ਸੀ ਜਿਹੜੀ ਚੀਜ਼ ਅਸੀਂ ਦੇਖੀ ਕਿ ਕਿੱਦਾਂ ਉਹਨੇ ਜਿਹੜਾ ਨਾਮ ਇੱਕ ਪੈਦਾ ਕੀਤਾ ਆ ਉਹਦੇ ਨਾਲ, ਅਬਰਾਮ ਦੇ ਨਾਲ ਇੱਕ ਨੇਮ ਬਣਿਆ ਹੈ ਨਾ, ਉਸ ਨੇਮ ਨੂੰ ਉਹਨੇ ਐਗਰੀਮੈਂਟ ਕਰਕੇ ਪੂਰਾ ਵੀ ਕੀਤਾ ਹੈ। ਐਂਡ ਇਹ ਅਸੀਂ ਦੇਖ ਕੇ 24 ਸਾਲ ਜਿਹੜੇ ਆ ਨਾ ਉਹ ਮਤਲਬ ਦੇਖਿਆ ਕਿ ਇਸ ਪ੍ਰੋਮਿਸ ਨੂੰ ਡਿਲੀਵਰ ਹੋਣ ਤੇ ਲੱਗ ਗਿਆ। ਮਤਲਬ 24 ਸਾਲ, ਤੇ ਅਸੀਂ 24 ਸਾਲਾਂ ਵਿੱਚ ਕਹਿੰਦੇ ਇੱਕ ਬੱਚਾ ਜਵਾਨ ਹੋ ਕੇ ਵਿਆਹ ਵਰ ਜਾਂਦਾ ਤੇ ਵਾਲਾ ਬੱਚਿਆਂ ਵਾਲਾ ਹੋ ਜਾਂਦਾ ਨਾ। ਤੇ ਅਸੀਂ ਮਤਲਬ ਇੰਨੇ ਚਿਰਾਂ ਪਿੱਛੋਂ ਅਸੀਂ ਉਹ ਜਿਹੜੀ ਸਾਨੂੰ ਸਾਡਾ ਵਾਅਦਾ ਕੀਤਾ ਗਿਆ ਹੁੰਦਾ, ਗੱਲ ਕੀਤੀ ਗਈ ਹੁੰਦੀ, ਅਸੀਂ ਉਹਨੂੰ ਭੁੱਲ ਭੁਲਾ ਜਾਂਦੇ ਸੀ, ਕਹਿੰਦੇ ਹਾਂ। ਪਰ ਇੱਥੇ 24 ਸਾਲ ਲੱਗ ਗਏ ਆ ਉਹ ਜਿਹੜੀ ਉਹਦੇ ਨਾਲ ਕੀਤਾ ਹੋਇਆ ਵਾਅਦਾ ਉਹਨੂੰ ਡਿਲੀਵਰ ਹੋਣ ਨੂੰ, ਹਨਾ। ਐਂਡ ਉਹਨੇ ਹੁਣ ਅਸੀਂ ਇਹਨੂੰ ਜੇਮਸ ਜਿਹੜਾ ਜਿਹਨੂੰ ਯਾਕੂਬ ਦੀ ਪੱਤਰੀ ਕਹਿੰਦੇ ਉਹਦੇ ਦੂਸਰੇ ਚੈਪਟਰ ਦੀ 19ਵੀਂ ਆਇਤ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਨਾ ਮਤਲਬ ਉਹਨੇ ਇੱਥੇ ਕੀਤਾ ਨਿਸ਼ਚੈ ਦੇ ਪੂਰੇ ਜਿਹੜੇ ਲੋਕੀ ਆ, ਜਿਹੜੇ ਬਲੇਮਲੈਸ, ਜਿਹੜੇ ਦੋਸ਼ਰਾਂ ਤੋਂ ਹੀ ਅਖਵਾਏ ਜਾਣੇ ਆ, ਜਿਹੜੇ ਨਿਸ਼ਚੈ ਚ ਪੂਰੇ ਆ ਨਾ। ਤਾਂ ਮਤਲਬ ਇੱਥੇ ਕਿਉਂਕਿ ਨਿਸ਼ਚੈ ਚ ਪੂਰਾ ਆ ਤੇ ਕਿਉਂਕਿ ਉਹਦੀ ਜ਼ਿੰਦਗੀ ਦੇ ਵਿੱਚ ਅਸੀਂ ਦੇਖਿਆ ਹੈ ਕਿ ਆਗਿਆਕਾਰੀ ਸਭ ਤੋਂ ਵੱਡਾ ਆ, ਤੇ ਆਗਿਆਕਾਰੀ ਦੇ ਪਿੱਛੇ ਉਹਨੇ ਪਰਸਵੇਅਰ ਕੀਤਾ ਕਿ ਉਹਦੇ ਤੇ ਲਗਾਤਾਰ ਚੱਲੀ ਜਾਣਾ ਨਾ, ਉਹਦੇ ਚ ਹੈਗਾ। ਤੇ ਉਹਨੂੰ ਡਿਸਿਪਲਿਨ, ਆਹ ਤਿੰਨ ਚੀਜ਼ਾਂ ਸਾਨੂੰ ਉਹਦੀ ਜ਼ਿੰਦਗੀ ਦੇ ਵਿੱਚੋਂ ਮਿਲਦੀਆਂ। ਮਤਲਬ ਅਸੀਂ ਇਹ ਦੇਖੀਆਂ ਨਾ ਕਿ ਦੋਸ਼ਰਤ ਦੇਖਣਾ ਸੀ। ਹੁਣ ਇਨਸਾਨ ਹੋ ਕੇ ਤੁਸੀਂ ਕਹਿੰਦੇ ਅਸੀਂ ਕਿੱਦਾਂ ਦੋਸ਼ਰਤ ਦੀ, ਕਿਉਂਕਿ ਇੱਕ ਵੀ ਨਿਕੋਕਾਰ ਨਹੀਂ, ਮੈਂ ਬਹੁਤ ਸੁਣਿਆ ਕਿ ਹਰ ਇੱਕ ਇਨਸਾਨ ਨਾ ਆਪਣੇ ਆਪ ਨੂੰ ਇਹ ਮਤਲਬ ਆਪਣੇ ਆਪ ਨੂੰ ਛਡਾਉਣ ਲਈ ਬੜਾ ਈਜ਼ੀ ਜਿਹੜਾ ਤਰੀਕਾ ਕਾਰ ਹੈ ਉਹ ਕਹਿ ਦਿੰਦਾ, ਤੇ ਇਹਦੇ ਚ ਸ਼ੱਕ ਵੀ ਕੋਈ ਨਹੀਂ ਕਿ ਵਾਕਈ ਇੱਕ ਵੀ ਨਿਕੋਕਾਰ ਨਹੀਂ। ਪਰ ਹੁਣ ਜਦੋਂ ਇੱਕ ਵੀ ਨੇਕੋਕਾਰ ਨਹੀਂ ਤਾਂ ਆਗਿਆਕਾਰੀ ਦਾ ਜਿਹੜਾ ਰਾਹ ਆ, ਜਿਹੜਾ ਬ੍ਰਿਜ ਆ, ਉਹਦੇ ਤੇ ਚੱਲਣਾ। ਤੇ ਇਹ ਫਿਰ ਤੁਸੀਂ ਜੇ ਆਪਣੇ ਆਪ ਨੂੰ ਵਾਰ-ਵਾਰ ਐਸੀ ਚੀਜ਼ਾਂ ਵਿੱਚੋਂ ਦਿਲਾਂ ਤੇ ਕੱਢਦੇ ਰਹੋਗੇ ਕਿ ਹਨਾ, ਕਿਉਂਕਿ ਇੱਕ ਵੀ ਨੇਕੋਕਾਰ ਨਹੀਂ, ਇਸ ਕਰਕੇ ਮੈਂ ਗਲਤੀ ਕਰ ਲਈ ਤੇ ਕੋਈ ਗੱਲ ਨਹੀਂ, ਜੇ ਮੈਂ ਗਲਤੀ ਫਿਰ ਕਰੂੰਗਾ ਤੇ ਕੋਈ ਗੱਲ ਨਹੀਂ। ਜਦੋਂ ਤੁਸੀਂ ਆਪਣੇ ਆਪ ਨੂੰ ਕੋਈ ਗੱਲ ਨਹੀਂ ਦੇ ਵਿੱਚੋਂ ਦੀ ਕੱਢੀ ਜਾਓਗੇ ਨਾ, ਤਾਂ ਫਿਰ ਤੁਸੀਂ ਨੇਕੀ ਵਾਲੇ ਰਾਹ ਉੱਤੇ ਚੱਲਣਾ, ਪੂਰਾ ਤੋਲਣਾ ਨਹੀਂ ਤੁਸੀਂ ਕਰ ਸਕਦੇ। ਫਿਰ ਤੁਸੀਂ ਇੱਥੇ ਚੱਲਣਾ ਕਿ ਇੱਕ ਵੀ ਨੇਕੋਕਾਰ ਨਹੀਂ। ਇਸ ਕਰਕੇ ਤੁਸੀਂ ਇੱਥੇ ਦੇਖਣਾ ਕਿ ਅਬਰਾਹਮ ਨੇ ਆਪਣੇ ਆਪ ਨੂੰ 24 ਸਾਲਾਂ ਦੇ ਬਾਵਜੂਦ ਵੀ ਆਪਣਾ ਜਿਹੜਾ ਵਾਅਦਾ ਖੁਦਾ ਦੇ ਵਚਨ ਉਹ ਤੋਂ ਲੈ ਲਿਆ, ਢਲਾ ਨਹੀਂ ਪਾਇਆ। ਹਾਲਾਂਕਿ ਕੋਸ਼ਿਸ਼ ਕੀਤੀ ਉਹਨੇ, ਉਹਦੀ ਜਿਹੜੀ ਬਖਸ਼ਿਸ਼ ਆ ਉਹਨੂੰ ਵੀ ਉਹਨੇ ਪਰੇ ਕਰਨ ਦੀ, ਪਰ ਖੁਦਾ ਡਿਟਰਮਿੰਡ ਆ ਉਹਨੂੰ ਬਖਸ਼, ਕਿਉਂਕਿ ਉਹਨੂੰ ਉਹਦੇ ਦਿਲ ਦਾ ਪਤਾ ਤੇ ਉਹਨੂੰ ਉਹਦੀ ਬਰਕਤ ਜਿਹੜੀ ਦਿੱਤੀ ਹੈ, ਕਿਉਂਕਿ ਉਹਨਾਂ ਨੂੰ ਦੋਸ਼ਰਤ ਪਾਇਆ। ਅਸੀਂ ਮੱਤੀ 6ਵੇਂ ਦੀ 12ਵੀਂ ਆਇਤ ਵਿੱਚ ਵੀ ਦੇਖ ਸਕਦੇ ਕਿ ਉਹ ਖੁਦਾ ਦੇ ਨਾਲ ਚੱਲਿਆ ਆ ਕੰਟੀਨਿਊਸਲੀ ਨਾ। ਉਹਦੇ ਨਾਲ ਚੱਲਣ ਦਾ ਮਤਲਬ ਹੈਗਾ ਰਾਸਤਬਾਜ਼ ਹੋਣਾ। ਉਹਦੇ ਨਾਲ ਚੱਲਣ ਜਿਹੜੀ ਦੋਸ਼ਰਤ ਜ਼ਿੰਦਗੀ ਜਿਉਣ ਦਾ ਮਤਲਬ ਆ ਰਾਸਤਬਾਜ਼ੀ ਦੇ ਵਿੱਚ, ਐਨ ਸਿੱਧੇ ਸਾਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੇ ਡਰ ਦੇ ਵਿੱਚ ਰਹਿ ਕੇ ਸ਼ੈਤਾਨ ਤੋਂ ਹਰ ਗੱਲ ਦੇ ਵਿੱਚ ਆਪਾਂ ਕੱਲ ਸਿੱਖਿਆ ਸੀ ਕਿ ਕਿੱਦਾਂ ਤੁਸੀਂ
मतलब कि बीज किहड़ा बीजना ਉਹਦੇ ਵਿੱਚ ਰਹਿੰਦੇ ਆਪਾਂ ਜ਼ਿੰਦਗੀ ਬਸਰ ਕਰਨਾ है ना। ਹੁਣ ਅਸੀਂ ਇਸ ਤੋਂ ਅੱਗੇ ਮਤਲਬ ਇਹ ਦੇਖਿਆ ਕਿ ਫਿਰ ਉਹ ਕਿੱਦਾਂ ਆਪਣੀ ਉੱਚ ਪਦਵੀ ਤੱਕ ਪਹੁੰਚਦਾ ਹੈ ਤੇ ਤਾਕਤਵਰ ਕਿੱਦਾਂ ਪਾਉਂਦਾ ਉਹਦਾ ਨਾਂ ਅਸੀਂ ਦੇਖਦੇ ਹਾਂ। ਹੁਣ ਮਤਲਬ ਇਹ ਖੁਦਾ ਦਾ ਮਕਸਦ ਸੀਗਾ ਕਿ ਉਹਦਾ ਨਾਮ ਬਦਲਣਾ ਹੈ ਨਾ। ਉਹਨੇ ਜਦੋਂ ਉਹਨੂੰ ਅਬਰਾਮ ਤੋਂ ਜਿਹਦਾ ਕਿ ਮਤਲਬ ਹੈਗਾ ਆ ਕਿ ਕਾਮਯਾਬ ਬਹੁਤ ਖੁਸ਼ਹਾਲ ਪਿਤਾ ਤੋਂ ਉਹਦਾ ਨਾਮ ਬਦਲ ਦਿੱਤਾ। ਮੈਂ ਤੁਹਾਨੂੰ ਇਬਰਾਨੀ ਭਾਸ਼ਾ ਦੇ ਅਰਥ ਦੱਸ ਰਹੀ ਹਾਂ। ਉਹਨੇ ਕਰ ਦਿੱਤਾ ਅਬਰਾਹਮ ਹਨਾ, ਜਿਹਦਾ ਮਤਲਬ ਹੈਗਾ ਬਹੁਤ ਸਾਰੀਆਂ ਕੌਮਾਂ ਦਾ ਪਿਤਾ। ਦੇਖੋ ਖੁਸ਼ਹਾਲ ਪਿਤਾ ਇੱਕ ਤੇ ਹੁੰਦਾ, ਦੂਜਾ ਹੁੰਦਾ ਬਹੁਤ ਸਾਰੀਆਂ ਕੌਮਾਂ ਦਾ ਪਿਤਾ। ਅਸੀਂ ਇਹਨੂੰ ਰੋਮੀ ਜਿਹੜਾ ਹੈਗਾ ਰੋਮੀਆ ਉਹਦੇ ਚੌਥੇ ਚੈਪਟਰ ਦੀ 16ਵੀਂ 17ਵੀਂ ਅੱਜ ਵੀ ਪੜ੍ਹ ਸਕਦੇ ਹਾਂ ਕਿ ਬਹੁਤ ਸਾਰੇ ਜਿਹੜੇ ਲੋਕੀ ਆ ਉਹਨਾਂ ਦੇ ਨਾਮ ਬਦਲੇ ਗਏ ਹਨਾ, ਜਿਹੜੇ ਕਿ ਖੁਦਾ ਨੇ ਬਦਲ ਦਿੱਤੇ। ਅਸੀਂ ਇਹਦੇ ਚ ਦੇਖਦੇ ਹਾਂ ਕਿ ਯਕੂਨਾ ਵੀ ਬਦਲਿਆ ਸੀ ਕਿ ਉਹਨੂੰ ਕਿਹਾ ਕਿ ਲੜ ਕੇ ਲੜਨ ਵਾਲਾ, ਲੜਾਈ ਕਰਨ ਵਾਲਾ, ਲੜ ਕੇ ਜਿੱਤਣ ਵਾਲਾ ਨਾ, ਉਹਦਾ ਨਾਮ ਬਦਲਿਆ। ਤੁਸੀਂ ਪੜ੍ਹ ਸਕਦੇ ਖੁਦ ਵੀ ਆਪ ਤੇ ਇਹਨੂੰ ਅਗਰ ਤੁਸੀਂ ਚਾਹੋ ਤੇ ਤੁਸੀਂ ਰੋਮੀਆ ਦੇ ਚੌਥੇ ਚੈਪਟਰ ਦੀ 16ਵੀਂ ਤੇ 17ਵੀਂ ਦੇ ਵਿੱਚ ਜ਼ਰੂਰ ਪੜ੍ਹਿਓ, ਠੀਕ ਹੈ। ਤੇ ਕਿਉਂਕਿ ਜ਼ਰੂਰੀ ਹੈ ਕਿ ਤੁਸੀਂ ਖੁਦ ਵੀ ਪੜ੍ਹਿਆ ਕਰੋ, ਤੁਹਾਨੂੰ ਵੀ ਅੱਛਾ ਲੱਗਣਾ ਚਾਹੀਦਾ ਨਾ। ਅਸੀਂ ਫਿਰ ਦੇਖਦੇ ਕਿ ਉਹ ਬਹੁਤ ਜ਼ਿਆਦਾ ਜਿਹੜਾ ਬਹੁਤ ਵਧਣ ਵਾਲੋਂ ਅਸੀਸ ਮਿਲੀ ਹੈ ਕਿ ਤੂੰ ਕੌਮਾਂ ਤੇਰੇ ਚ ਪੈਦਾ ਹੋਣੀ ਹੈ ਨਾ। ਅਸੀਂ ਹੁਣ ਇੱਥੇ ਜਿਹੜੀ ਐਗਜ਼ੈਜੂਰੇਸ਼ਨ ਹੈ ਕਿ ਕਈ ਵਾਰੀ ਕਹਿੰਦੇ ਕਿ ਵਧਾ ਕੇ ਚੜਾ ਕੇ ਤੁਹਾਡਾ ਮਤਲਬ ਤੁਹਾਡੀ ਗੱਲ, ਪਰ ਇੱਥੇ ਵਾਕਈ ਉਹਦੀ ਐਗਜ਼ੈਜੂਰੇਟ ਤਰੀਕੇ ਦੇ ਨਾਲ ਉਹਨੂੰ ਅਸੀਸ ਮਿਲੀ ਹੈ ਨਾ, ਕੌਮਾਂ ਦਾ ਪਿਤਾ ਹਨਾ। ਇੱਥੇ ਖੁਦਾ ਦੀ ਇੱਛਾ ਆ ਉਹਨੂੰ ਵਧਾਉਣ ਦੀ। ਉਹਨੇ ਹਜੇ ਆਪਣੀ ਇੱਛਾ ਨਹੀਂ ਉਹਦੇ ਕਿ ਪ੍ਰਗਟ ਕੀਤੀ ਕਿ ਮੈਨੂੰ ਕੌਮਾਂ ਦਾ ਪਿਓ ਬਣਾ ਦੇ, ਪਰ ਖੁਦਾ ਦੀ ਇੱਛਾ ਹੈ ਉਹਨੂੰ ਕੌਮਾਂ ਦਾ ਪਿਓ ਬਣਾਉਣ ਦੀ। ਉਹਨਾਂ ਦਾ ਨਾਂ ਜਿਹੜਾ ਉਹਨੂੰ ਦਿੱਤਾ ਨਾ ਬਦਲ ਕੇ, ਉਹਦਾ ਮਤਲਬ ਇਹ ਹੈ ਕਿ ਕੌਮਾਂ ਦੇ ਪਿਤਾ। ਇਸ ਕਰਕੇ ਜੇ ਖੁਦਾ ਦੀ ਤੁਹਾਡੇ ਤੇ ਕੋਈ ਇੱਛਾ ਹੋਵੇ ਤਾਂ ਫਿਰ ਉਹ ਜ਼ਰੂਰ ਤੁਹਾਨੂੰ ਦਿੰਦਾ। ਮਤਲਬ ਇਹ ਨਹੀਂ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਵਾਕਈ 24 ਸਾਲਾਂ ਨੂੰ ਵੇਟ ਕੀਤੀ ਹੈ, ਪਰਸਨਲ ਕਰੇਗਾ ਸੀ ਦੇ ਮੁਤਾਬਿਕ ਉਹਨੂੰ ਉਹ ਇਮਾਨ ਉਹਦਾ ਮਿਲ ਗਿਆ ਹਨਾ। ਅਸੀਂ ਇੱਥੇ ਕੀ ਦੇਖਦੇ ਹਾਂ ਕਿ ਉਹਨੇ ਵੀ ਆਪਣੀ ਜਿਹੜੀ ਕੁਆਲਿਟੀ ਹੈ ਨਾ ਉਹਦੇ ਇਮਾਨ ਦੀ, ਉਹਨੇ ਉਹਨੂੰ ਬਿਲਕੁਲ ਉਹਦੇ ਵਿੱਚ ਜਰਾ ਵੀ ਕਮਜ਼ੋਰੀ ਨਹੀਂ ਹੋਣ ਦਿੱਤੀ, ਉਹਨੇ ਜਰਾ ਵੀ ਢਿੱਲਿਆ ਨਹੀਂ ਪੈਣ ਦਿੱਤਾ, ਮਤਲਬ ਉਹਨੂੰ ਮੱਧਮ ਨਹੀਂ ਉਹਦੀ ਰੌਸ਼ਨੀ ਹੋਣ ਦਿੱਤੀ ਹਨਾ। ਕਈ ਵਾਰੀ ਤੁਸੀਂ ਦੇਖਦੇ ਤੁਸੀਂ ਪਤਾ ਨਹੀਂ ਦੇਖਿਆ ਹੋਗਾ ਕਿ ਨਹੀਂ, ਮੇਰੇ ਟਾਈਮ ਦੇ ਉੱਤੇ ਜਦੋਂ ਮੈਂ ਪੜ੍ਹਦੀ ਸੀਗੀ ਤੇ ਜਦੋਂ ਕਿਉਂਕਿ ਮੈਂ ਵੀ ਤਾਂ ਇੰਡੀਆ 'ਚ ਪੜ੍ਹੀ ਹਾਂ ਤੇ ਉੱਥੇ ਵੀ ਤਾਂ ਬਿਜਲੀ ਚਲੇ ਜਾਂਦੀ ਹੈ ਤੇ ਕਈ ਵਾਰੀ ਤੁਹਾਨੂੰ ਨਾ ਜਿਹੜੀ ਲਾਲਟਨ ਹੁੰਦੀ ਆ ਲੈਂਪ ਉਹ ਜਗਾਉਣਾ ਪੈਂਦਾ ਸੀ ਉਹਨਾਂ ਦਿਨਾਂ 'ਚ। ਤੇ ਜਦੋਂ ਉਹ ਬਿਜਲੀ ਮਿੱਟੀ ਦੇ ਤੇਲ ਨਾਲ ਲੱਗ ਜਾਂਦਾ ਸੀ ਤੇ ਜੇ ਤੁਸੀਂ ਉਹ ਹਰ ਰੋਜ਼ ਮਤਲਬ ਸਾਨੂੰ ਮੈਨੂੰ ਇਹ ਕਿਹਾ ਜਾਂਦਾ ਸੀ ਕਿ ਕਈ ਵਾਰੀ ਕਿ ਕਹਿੰਦੇ ਉਹਦੀ ਚਿਮਨੀ ਜਿਹੜੀ ਹੈ ਨਾ ਉਹ ਸਾਫ਼ ਕਰ ਲੈ ਉੱਤੇ, ਰਾਤ ਨੂੰ ਜੇ ਲਾਈਟ ਚਲੀ ਗਈ ਫਿਰ ਤੂੰ ਪੜ੍ਹਨਾ ਆ। ਤੇ ਮੈਂ ਇਹਨੂੰ ਹਾਲਾਂਕਿ ਉਹ ਬੜੀ ਕਿਉਂਕਿ ਸ਼ੀਸ਼ੇ ਦੀ ਸੀ, ਤੁਹਾਡੇ ਹੱਥਾਂ ਦੇ ਵਿੱਚ ਲੱਗ ਸਕਦੀ ਹੈ, ਮੈਂ ਛੋਟੀ ਬੱਚੀ ਹਾਂ ਮੇਰੇ ਹੱਥਾਂ ਵਿੱਚ ਲੱਗ ਸਕਦਾ ਸ਼ੀਸ਼ਾ, ਪਰ ਮੈਂ ਸ਼ੀਸ਼ੇ ਨੂੰ ਇਸ ਤਰੀਕੇ ਨਾਲ ਫੜਨਾ ਆ ਉਹ ਟੁੱਟੇ ਨਾ। ਨੰਬਰ 1 ਨੰਬਰ 2 ਮੈਨੂੰ ਅੱਛੇ ਤਰੀਕੇ ਨਾਲ ਸਵਾਰਨਾ ਤਾਂ ਕਿ ਮੈਨੂੰ ਅੱਛੀ ਰੋਸ਼ਨੀ ਉਹ 'ਚ ਆ ਸਕੇ, ਕਿਉਂਕਿ ਜਿੱਦਾਂ ਤੁਸੀਂ ਜਦੋਂ ਤੁਸੀਂ ਚਮਕਾ ਕੇ ਚਿਮਨੀ ਤੇ ਲੈਂਪ ਦੇ ਉੱਤੇ ਲਾਉਨੇ ਆ ਤੇ ਫਿਰ ਤੁਸੀਂ ਜਦੋਂ ਉਹਦੀ ਲਾਈਟ ਬਹੁਤ ਅੱਛੀ ਆ ਹਨਾ। ਤੇ ਜੇ ਤੁਸੀਂ ਮਤਲਬ ਜਿਹੜੇ ਆਲੇ ਦੁਆਲੇ ਚਿਮਨੀ ਦੇ ਕਾਲਖ ਫੁੱਲ ਲੱਗੀ ਹੋਏ ਤੇ ਤੁਸੀਂ ਉਹਦੇ 'ਚ ਲੈਂਪ ਲਾਉਣ ਤਾਂ ਉਹਦੀ ਰੋਸ਼ਨੀ ਮੱਧਮ ਆ, ਉਹ ਸੋਹਣੀ ਨਹੀਂ ਆ, ਉਹ ਤੁਸੀਂ ਉਹ 'ਚ ਪੜ੍ਹ ਨਹੀਂ ਸਕਦੇ ਅੱਛੀ ਤਰ੍ਹਾਂ, ਤੁਹਾਨੂੰ ਅੱਖਰ ਸਿੱਧੇ ਨਹੀਂ ਦਿਸਦੇ, ਮਤਲਬ ਉਹ ਤੁਸੀਂ ਪੜੋਗੇ ਕੁਛ ਹੋਰ ਤੁਹਾਨੂੰ ਨਜ਼ਰ ਆਊਗਾ ਕੁਛ ਹੋਰ, ਕੋਸ਼ਿਸ਼ ਤੁਸੀਂ ਕਰੋਗੇ ਇਸੇ ਤਰ੍ਹਾਂ। ਜਿਹੜੀ ਇਹ ਤਾਂ ਮੈਂ ਤੁਹਾਨੂੰ ਲੰਪ ਦੀ ਐਗਜ਼ਾਮਪਲ ਦਿੱਤੀ ਹੈ, ਤੁਸੀਂ ਹਰ ਰੋਜ਼ ਸਾਫ਼ ਕਰਦੇ ਆ, ਇਸ ਤਰ੍ਹਾਂ ਸਾਨੂੰ ਸਾਡੇ ਆਪਣੀਆਂ ਅੱਖਾਂ ਨੂੰ ਵੀ ਤੇ ਲੈਂਪ ਨੂੰ ਵੀ ਰੋਜ਼ ਸਾਫ਼ ਕਰਨ ਦੀ ਲੋੜ ਆ ਖੁਦਾ ਦੀ ਹਜ਼ੂਰ ਦੇ ਵਿੱਚ ਅਨੋਇੰਟਿੰਗ ਦੇ ਨਾਲ ਨਾ। ਬੇਸ਼ੱਕ ਤੁਸੀਂ ਕਹੋਗੇ ਕਿ ਹਰ ਰੋਜ਼ ਅਨੋਇੰਟਿੰਗ ਆਪਾਂ ਇਹਦੀਆਂ ਗੱਲਾਂ ਕਰਨੀਆਂ, ਮੇਰੇ ਕੋਲ ਤੁਹਾਨੂੰ ਅਨੋਇੰਟਿੰਗ ਦਿਖਾਉਣ ਵਾਸਤੇ ਆਇਲ ਵੀ ਹੈਗਾ, ਆਪਾਂ ਅਗਲੀ ਐਕਸਪਲੇਨੇਸ਼ਨ ਦੇ ਵਿੱਚ ਉਹਦੇ ਬਾਰੇ ਜ਼ਰੂਰ ਇਹ ਗੱਲ ਕਰਨੀ, ਠੀਕ ਹੋ ਗਿਆ। ਹੁਣ ਅਸੀਂ ਅੱਗੇ ਦੇਖਦੇ ਹਾਂ ਕਿ ਉਹਦੇ ਘਰਾਣੇ ਨੂੰ ਜਿਹੜੀ ਬਰਕਤ ਮਿਲੀ ਉਹ ਕਿਸ ਤਰ੍ਹਾਂ ਮਤਲਬ ਉਹਨੇ ਸੰਭਲੀ ਹਨਾ। ਉਹਨੂੰ ਫਰੂਟਫੁਲ ਹੋਣ ਨੂੰ ਖੁਦਾ ਦੀ ਮਰਜ਼ੀ ਸੀ, ਉਹਨੇ ਉਹਨੂੰ ਕਰਤਾ ਕਿਉਂਕਿ ਉਹਨੂੰ ਉਹਦੇ ਵਿੱਚ ਬਹੁਤ ਹੀ ਮਤਲਬ ਉਹਨੂੰ ਉਹਦੇ ਚ ਕੁਆਲਿਟੀ ਜਿਹਨੂੰ ਕਹਿੰਦੇ ਪਿਓਰ ਸੋਨੇ 24 ਕੈਰਟ ਸੋਨੇ ਵਾਲਾ ਯਕੀਨ ਲੱਭਿਆ ਹਨਾ। ਤੇ ਹੁਣ ਤੇ ਫਿਰ ਇਹ ਵੀ ਖੁਦਾ ਨੇ ਨਾ ਦਿੱਤਾ ਕਿ ਜਿਹੜੀਆਂ ਕੌਮਾਂ ਆ ਉਹ ਤੇਰੀ ਅੰਸ਼ ਚੋਂ ਨਿਕਲਣ ਵਾਲੀਆਂ ਉਹਨਾਂ ਦਾ ਵੀ ਮੈਂ ਪਿਤਾ ਕਹੂੰਗਾ। ਵਾਹ ਦੇਖੋ ਕਿ ਇੱਥੇ ਕਹਿੰਦੇ ਤੂੰ ਬਾਅਦ ਤੇਰਾ ਘਰਾਣਾ ਬਚਾਇਆ ਜਾਵੇਗਾ, ਆਪਾਂ ਨੂੰ ਅੱਗੇ ਜਾ ਕੇ ਵੀ ਲੱਗਦੀ ਨਾ ਚੀਜ਼। ਹੁਣ ਇੱਥੇ ਉਸ ਤੋਂ ਪਿੱਛੇ ਜਿਹੜੀ ਸਰਕਮਸਿਜ਼ਮ ਹੈ ਜਿਹੜੀ ਹੁਣ ਆ ਗਈ ਆ ਇੱਥੇ ਮਤਲਬ ਰੀਤ ਖੱਲੜੀ ਲਗਾਉਣ ਵਾਲੀ, ਇਹ ਮੈਂ ਨੋਟਿਸ ਕੀਤਾ ਹੈ ਕਿ ਜਦੋਂ ਤੁਸੀਂ ਆਪਣੇ ਕਾਨੂੰਨ ਆਪੇ ਬਣਾ ਲੈਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਉਹਦਾ ਨੁਕਸਾਨ ਵੀ ਆਪੇ ਨਜ਼ਰ ਆਉਂਦਾ ਹੈ ਹਨਾ। ਮੈਂ ਇੱਥੇ ਕੁਛ ਏਦਾਂ ਦੇ ਕਪਲ ਦੇਖੇ ਜਿਹਨਾਂ ਦੀ ਜ਼ਿੰਦਗੀ ਬੜੀ ਅੱਛੀ ਸੋਹਣੇ ਸ਼ੁਰੂ ਹੋਈ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਦਾ ਦੀ ਫਰੂਟ ਨਜ਼ਰ ਆਉਂਦੇ ਆ, ਪਰ ਜਦੋਂ ਉਹਨਾਂ ਦੇ ਘਰ ਬੱਚੇ ਪੈਦਾ ਹੋਏ, ਮੈਂ ਇੱਥੇ ਇਹਨਾਂ ਦੀ ਗੱਲ ਕਰਾਂ,
ਤੇ ਉਹਨਾਂ ਨੇ ਕਿਹਾ ਨਹੀਂ 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 ਨਹੀਂ, ਅਸੀਂ ਆਪਣੇ ਬੱਚੇ ਨੂੰ ਇਸ ਪੇਨ ਚੋਂ ਨਹੀਂ ਲੰਘਾਉਣਾ, ਅਸੀਂ ਤਾਂ ਨਹੀਂ 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 ਅਸੀਂ ਨਹੀਂ ਕਰਵਾਉਣਾ ਸਰਕਮਸਾਈਜ਼ਨ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਆਉਣੀਆਂ ਸ਼ੁਰੂ ਹੋ ਗਈਆਂ, ਅਸੀਂ ਦੇਖਿਆ ਹੈ। ਸੋ ਇਹ ਤੇ ਉਹਦਾ ਮਤਲਬ ਖੁਦਾ ਨੇ ਅਗਰ ਇਹ ਜ਼ਰੂਰੀ ਨਾ ਹੁੰਦਾ ਨਾ ਤੇ ਉਹਨੇ ਉਹਦੇ ਨਾਲ ਨਹੀਂ ਸੀ ਮਤਲਬ ਬਣਨਾ ਆਪਣਾ ਜਿਹੜਾ ਨੇਮ ਹੈ ਨਾ, ਉਹਦੇ ਚ ਸਾਨੂੰ ਗੱਲ ਕੀਤੀ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਮਤਲਬ ਜਦੋਂ ਦੇਖੋ ਕਿ ਅਗਰ ਇਹ ਜ਼ਰੂਰੀ ਨਾ ਹੁੰਦਾ ਤੇ ਲੋਰਡ ਜੀਸਸ ਕ੍ਰਾਈਸਟ ਨੂੰ ਨਾ ਇਹਦੇ ਵਿੱਚੋਂ ਜਾਣਾ ਪੈਂਦਾ। ਲੋਰਡ ਜੀਸਸ ਕ੍ਰਾਈਸਟ ਦੀ ਵੀ ਸੇਮ ਚੀਜ਼ ਦੇ ਨਾਲ ਆਹ ਸੁਨਨਤ ਹੋਈ ਜਿੱਦਾਂ ਬਾਕੀ ਦੇ ਜਿਹੜੇ ਬੱਚੇ ਸੀ ਉਹ ਹੋਏ ਉਹਨਾਂ ਦਿਨਾਂ ਦੇ ਵਿੱਚ। ਅਸੀਂ ਦੇਖੀਏ ਕਿ ਅੱਜ ਕੱਲ੍ਹ ਜਿਹੜੇ ਸਰਕਮਸਿਜ਼ਮ ਹੈ ਨਾ ਉਹ ਐਕਚੁਅਲੀ ਖੁਦਾ ਯਿਸੂ ਮਸੀਹ ਦੇ ਆਉਣ ਤੋਂ ਬਾਅਦ ਇੱਕ ਹਾਰਟ ਦੀ ਮਤਲਬ ਸਰਜਰੀ ਵਾਲੀ ਗੱਲ ਹੋ ਗਈ। ਆਪਾਂ ਹਾਰਟ ਦੀ ਅੱਜ ਗੱਲ ਕਰਾਂਗੇ। ਤੇ ਮਤਲਬ ਜਦੋਂ ਅਸੀਂ ਉਹਨੂੰ ਪਾਪਾਂ ਤੋਂ ਰਹਿਤ ਕਰ ਲੈਂਦੇ ਹਾਂ, ਆਪਣੇ ਜਿਹੜੇ ਡਿਜ਼ਾਇਰ ਤੋਂ ਰਹਿਤ ਕਰ ਲੈਂਦੇ, ਜਿਹੜਾ ਕਿ ਰੋਮੀਓ ਦੇ ਵਿੱਚ ਕਿਹਾ ਗਿਆ ਹੈ, ਰੋਮੀਓ ਦੂਜੇ ਦੀ 25 ਤੋਂ ਲੈ ਕੇ 29ਵੀਂ ਆਇਤ ਦੇ ਵਿੱਚ ਇਹਦੀ ਗੱਲ ਹੋਈ ਹੈ। ਤੁਸੀਂ ਵੀ ਕਰ ਸਕਦੇ ਹੋ। ਪਹਿਲੇ ਕੁਰਿੰਥੀਆਂ ਦੇ 7ਵੇਂ ਚੈਪਟਰ ਦੇ 18ਵੀਂ ਤੇ 19ਵੀਂ ਆਇਤ ਹੋਈ ਹੈ, ਜਿਹਦੇ ਕਰਕੇ ਮਤਲਬ ਦੱਸਿਆ ਕਿ ਜਿਹੜਾ ਪਾਣੀ ਦੇ ਵਿੱਚ ਬਪਤਿਸਮਾ ਲੈਣਾ ਉਹ ਕਿੰਨਾ ਜ਼ਰੂਰੀ ਆ। ਮਤਲਬ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕਿਹਾ ਕਿ ਜਦੋਂ ਉਹਦੇ ਵਿੱਚ ਤੁਸੀਂ ਤੁਹਾਡਾ ਜਿਹੜਾ ਪੁਰਾਣਾ ਆਪਾ ਆ ਉਹ ਜਿਹੜਾ ਉਹਨੂੰ ਤੁਸੀਂ ਇੱਕ ਤਰ੍ਹਾਂ ਨਾਲ ਬੈਰੀ ਕਰਨਾ। ਆਪਾਂ ਪਹਿਲਾਂ ਵੀ ਬਪਤਿਸਮੇ ਬਾਰੇ ਗੱਲ ਕੀਤੀ ਆ ਹਨਾ, ਕਿ ਕਿਉਂਕਿ ਤੁਸੀਂ ਉਹਨੂੰ ਕਿਵੇਂ ਰੱਖਣਾ, ਜ਼ਿੰਦਗੀ ਚ ਜਿਉਂਦਾ ਕਿਵੇਂ ਰੱਖਣਾ ਨਾ, ਤੁਸੀਂ ਆਪਣੀ ਜਿਹੜੀ ਜ਼ਿੰਦਗੀ ਕੰਟੀਨਿਊਸਲੀ ਉਹਨੂੰ ਕਿਸ ਤਰੀਕੇ ਦੇ ਨਾਲ ਨਿਊ ਕਰਨਾ, ਨਿਊਏਬਲ ਮਤਲਬ ਨਿਊਨੈਸ ਵਿੱਚ ਲੈ ਕੇ ਆਉਣੀ ਆ ਜ਼ਿੰਦਗੀ ਦੀ। ਤੇ ਦੂਸਰੇ ਕੁਲਸੀਆਂ ਦੇ ਤੁਸੀਂ 11ਵੀਂ ਤੇ 12ਵੀਂ ਆਇਤ ਨੂੰ ਪੜ੍ਹ ਸਕਦੇ ਆ ਨਾ। ਤੇ ਅਸੀਂ ਦੇਖੀਏ ਕਿ ਜਿਹੜੇ ਹੁਣ ਜਿਹੜੇ ਬੱਚੇ ਆ ਮਤਲਬ ਇੱਥੇ ਅਬਰਾਹਮ ਤੇ ਸਾਰਾ ਦੇ ਮਤਲਬ ਬਹੁਤ ਸਾਰੀਆਂ ਜਿਹੜੀਆਂ ਕੌਮਾਂ ਉਹਨਾਂ ਦੇ ਪਿਤਾ ਤੇ ਮਾਤਾ ਅਖਵਾਏ ਗਏ ਇਸਰਾਇਲ ਦੇ ਵਿੱਚ, ਉਹ ਅੱਜ ਵੀ ਮਤਲਬ ਉਹਨਾਂ ਦਾ ਨਾਂ ਜਿਹੜਾ ਹੈ ਉਹ ਜਦੋਂ ਬਦਲਿਆ ਗਿਆ ਤੇ ਅੱਜ ਵੀ ਉਹ ਕੰਟੀਨਿਊ ਅਸੀਂ ਦੇਖਦੇ ਕਿ ਉਹਨਾਂ ਦੇ ਪਿਤਾ ਹੈ ਉਹੀ ਅਬਰਾਹਮ ਜਿਹੜਾ ਨਾ ਉਹੀ ਉਹਨਾਂ ਦਾ ਪਿਤਾ ਕੌਮਾਂ ਦਾ ਦੱਸਿਆ ਜਾਂਦਾ। ਕਿ ਇਸ ਵੇਲੇ ਜਿਹੜੀ ਮਤਲਬ ਚੇਂਜ ਹੋਣੀ ਚਾਹੀਦੀ ਸੀਗੀ ਉਹ ਚੇਂਜ ਉਸ ਵੇਲੇ ਲੋਕਾਂ ਦੇ ਵਿੱਚ ਨਹੀਂ ਆਈ ਜਿਹੜੀ ਕਿ ਆਉਣ ਦੀ ਲੋੜ ਸੀ। ਉਹ ਅੱਜ ਵੀ ਸਟਰਗਲ ਕਰਦੀ ਹੈ ਕਿ ਚੇਂਜ ਆਪਣੇ ਆਪ ਨਹੀਂ ਆ ਜਾਂਦੀ। ਚੇਂਜ ਦੇ ਲਈ ਤੁਹਾਨੂੰ ਇੱਕ ਜਦੋਜਹਿਦ ਕਰਨੀ ਪੈਂਦੀ ਹੈ। ਜਦੋਂ ਤੁਸੀਂ ਕਿਸੇ ਰਾਜ ਨੂੰ ਬਦਲਣਾ ਹੋਵੇ ਤਾਂ ਜਿਹੜਾ ਹਨੇਰੇ ਦੇ ਰਾਜ ਦੇ ਵਿੱਚੋਂ ਚਾਨਣ ਦਾ ਰਾਜ ਲੈ ਕੇ ਆਉਣਾ ਹੋਵੇ ਤਾਂ ਹਨੇਰੇ ਨੂੰ ਚਾਨਣ ਨੂੰ ਆ ਕੇ ਤੇ ਹਨੇਰੇ ਨੂੰ ਮਿਟਾਉਣਾ ਪੈਂਦਾ। ਜਦੋਂ ਹਨੇਰਾ ਮਿਟ ਜਾਂਦਾ ਹੈ ਤੇ ਬੇਟੀ ਧੁੰਦ ਚ ਚਾਨਣ ਹੋਇਆ ਹੈ ਨਾ, ਫਿਰ ਧੁੰਦ ਮਿਟ ਜਾਂਦੀ ਹੈ ਤੇ ਫਿਰ ਚਾਨਣ ਨਜ਼ਰ ਆਉਂਦਾ। ਤਾਂ ਇਸ ਕਰਕੇ ਜਿਹੜਾ ਸਟਰਗਲ ਜਿਹੜਾ ਹੈ ਨਾ ਮਤਲਬ ਮੁਸ਼ਕਿਲਾਂ ਭਰੀ ਜ਼ਿੰਦਗੀ, ਉਹ ਜਿਹੜਾ ਯਕੀਨ ਦੇ ਉੱਤੇ ਬਰਕਰਾਰ ਰਹਿਣ ਦੀ ਸਟਰਗਲ ਲਗਾਤਾਰ ਹੀ ਤੁਹਾਡੀ ਅੱਛੀ ਜਿਹੜੀ ਜ਼ਿੰਦਗੀ ਹੈ ਉਹਨੂੰ ਜਨਮ ਦਿੰਦੀ ਹੈ ਨਾ। ਸੋ ਅਸੀਂ ਦਿਲ ਦੀ ਖਲੜੀ ਦੀ ਗੱਲ ਕੀਤੀ ਸੀ, ਆਪਾਂ ਦਿਲ ਦੀ ਖਲੜੀ ਦੇ ਬਾਰੇ ਚ ਬਾਅਦ ਵੀ ਗੱਲ ਕਰਨੀ। ਇਸ ਤੋਂ ਪਹਿਲੇ ਅਸੀਂ ਕੀ ਕਰਨੀ ਮਤਲਬ ਅਸੀਂ ਜਿਹੜਾ ਚੈਪਟਰ ਪੜ੍ਹਨਾ ਹੈਗਾ ਆ ਆਪਣਾ ਅਸੀਂ ਸਾਰਾ ਚੈਪਟਰ ਜਿਹੜਾ ਨਾ ਮੱਤੀ ਦਾ ਵੀ ਪੜ੍ਹ ਲੈਣੇ ਤਾਂ ਕਿ ਅਸੀਂ ਉਹਨੂੰ ਉਸ ਤਰੀਕੇ ਦੇ ਨਾਲ ਚੱਲ ਸਕੀਏ ਨਾਲ ਦੀ ਨਾਲ। ਇਹਦੇ ਵਿੱਚ ਅਸੀਂ ਬਹੁਤ ਹੀ ਇੰਟਰਸਟਿੰਗ ਅੱਜ ਫਿਰ ਦੇਖਣਾ ਹੈ ਪ੍ਰਭੂ ਦੇ ਰੂਪ ਦਾ ਜਲਾਲੀ ਹੋਣਾ। ਖੁਦਾ ਦੇਖੋ ਨਾ ਮਤਲਬ ਇੱਕ ਪ੍ਰਗਟ ਹੋਣ ਜਾ ਰਿਹਾ। ਮੈਂ ਕੱਲ ਕੀਤੀ ਸੀ ਨਾ ਕਿ ਉਹ ਜਦੋਂ ਪ੍ਰਗਟ ਧੁੰਦ ਮਿਟ ਗਈ ਤੇ ਚਾਨਣ ਹੋ ਗਿਆ ਹਨਾ। ਮੈਥਿਊ ਚੈਪਟਰ 17 ਪ੍ਰਭੂ ਦੇ ਰੂਪ ਦਾ ਜਲਾਲੀ ਹੋਣਾ। 6 ਦਿਨਾਂ ਮਗਰੋਂ ਯਿਸੂ ਪਤਰਸ ਤੇ ਯਾਕੂਬ ਤੇ ਉਹਦੇ ਭਾਈ ਯੂਹੰਨਾ ਨੂੰ ਨਾਲ ਲੈ ਕੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰਾ ਲੈ ਗਿਆ। ਉਹਦਾ ਰੂਪ ਉਹਨਾਂ ਦੇ ਸਾਹਮਣੇ ਬਦਲ ਗਿਆ ਤੇ ਉਹਦਾ ਮੂੰਹ ਸੂਰਜ ਵਾਂਗੂ ਚਮਕਿਆ ਤੇ ਉਹਦੇ ਕੱਪੜੇ ਚਾਨਣ ਜਿਹੇ ਚਿੱਟੇ ਹੋ ਗਏ। ਔਰ ਵੇਖੋ ਮੂਸਾ ਤੇ ਏਲੀਆ ਉਹਦੇ ਨਾਲ ਗੱਲਾਂ ਕਰਦੇ ਉਹਨੂੰ ਉਖਾੜੀ ਦਿੱਤੇ ਉਹਨਾਂ ਨੂੰ। ਤਦ ਪਤਰਸ ਨੇ ਕੋਈ ਯਿਸੂ ਨੂੰ ਕਿਹਾ, ਪ੍ਰਭੂ ਜੀ ਮੇਰਾ ਇੱਥੇ ਹੋਣਾ, ਪ੍ਰਭੂ ਜੀ ਸਾਡਾ ਇੱਥੇ ਹੋਣਾ ਚੰਗਾ ਹੈ। ਜੇ ਤੂੰ ਚਾਹਵੇਂ ਤਾਂ ਅਸੀਂ 3 ਡੇਰੇ ਬਣਾਈਏ ਤੇ ਇੱਕ ਤੇਰੇ ਲਈ, ਇੱਕ ਮੂਸਾ ਲਈ ਤੇ ਇੱਕ ਏਲੀਆ ਲਈ। ਅਜੇ ਉਹ ਬੋਲਦਾ ਹੀ ਸੀ ਕਿ ਵੇਖੋ ਇੱਕ ਜੋਤਮਾਨ ਬੱਦਲ ਨੇ ਉਹਨਾਂ ਉੱਤੇ ਛਾਂ ਕੀਤੀ ਤੇ ਵਿੱਚੋਂ ਬੱਦਲ ਤੇ ਇੱਕ ਆਵਾਜ਼ ਇਹ ਕਹਿੰਦੀ ਆਈ ਕਿ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ ਹਨਾ। ਬਸ ਮੈਂ ਅੱਗੇ ਵੀ ਪੜ੍ਹਨਾ ਚਾਹੂੰਗੀ ਪਰ ਮੈਂ ਇੱਥੇ ਥੋੜਾ ਜਿਹਾ ਤੁਹਾਨੂੰ ਇੰਨੀਆਂ ਚੀਜ਼ਾਂ ਦੇ ਬਾਰੇ ਜ਼ਰੂਰ ਦੱਸਦੀ ਜਾਵਾਂ ਕਿ ਇੱਕ ਤਾਂ ਜਗ੍ਹਾ ਕਿ ਮੈਂ ਇਸ ਜਗ੍ਹਾ ਉੱਤੇ ਗਈ ਹਾਂ ਐਂਡ ਇਸ ਪਹਾੜ ਦੇ ਉੱਤੇ ਜਿੱਥੇ ਆ ਜਗ੍ਹਾ ਹੈ ਉੱਥੇ ਮੈਨੂੰ ਬਹੁਤ ਵੱਡੇ ਮੈਂ ਮੌਜੂਜ਼ ਦੇਖਿਆ। ਮੇਰਾ ਇੱਕ ਪੇਸ਼ੈਂਟ ਹੈਗਾ ਸੀ ਤੇ ਮਤਲਬ ਕਾਫੀ ਮੁਸ਼ਕਿਲ ਦੇ ਵਿੱਚ ਤੇ ਉਹਦੀ ਮਾਂ ਸੋਸ਼ਲ ਵਰਕਰ ਹੀ ਸੀਗੀ
ਤਾਂ ਮਤਲਬ ਉਹਨੂੰ ਹਜੇ ਮੌਕਾ ਨਹੀਂ ਸੀ ਮਿਲਿਆ ਮਤਲਬ ਯਰੂਸ਼ਲਮ ਇਸ ਜਗ੍ਹਾ ਤੇ ਜਾਣ ਦਾ, ਤੇ ਮੈਂ ਜਾ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ ਮਤਲਬ ਟ੍ਰਿਪ ਦੇ ਨਾਲ ਨਾ। ਤੇ ਉਹਨੇ ਮੈਨੂੰ ਆਪਣੇ ਬੇਟੇ ਦੀ ਤਸਵੀਰ ਦੇ ਦਿੱਤੀ ਤੇ ਮੈਂ ਉਹਦੇ ਬੇਟੇ ਦੀ ਤਸਵੀਰ ਦੇ ਪਿੱਛੇ ਉਹਦੀ ਪ੍ਰੋਬਲਮ ਲਿਖ ਰਹੀ। ਪ੍ਰੋਬਲਮ ਬੜੀ ਵੱਡੀ ਸੀ ਕਿਉਂਕਿ ਉਹਦੇ ਕੋਲੋਂ ਕੋਈ ਐਕਸੀਡੈਂਟ ਏਦਾਂ ਦਾ ਹੋ ਗਿਆ ਸੀ। ਬੱਚੇ ਕੋਲ ਐਕਸੀਡੈਂਟ ਨਹੀਂ ਹੋਇਆ, ਬੱਚਾ ਐਕਚੁਅਲੀ ਫੋਨ ਲੈ ਕੇ ਦੌੜ ਰਿਹਾ ਸੀ ਆਪਣਾ, ਕਿਉਂਕਿ ਉਹਦੇ ਪਿੱਛੇ ਕੋਈ ਲੋਕੀ ਲੱਗੇ ਹੋਏ ਸੀਗੇ ਉਹਦਾ ਫੋਨ ਚੋਰੀ ਕਰਨ ਮੁੰਡੇ। ਤੇ ਉਹ ਜੀ ਦੌੜਦਾ ਦੌੜਦਾ ਉਹ ਜਦੋਂ ਜਿਹੜੇ ਉਹਦੇ ਪਿੱਛੇ ਦੌੜ ਰਹੇ ਸੀ ਉਹਨਾਂ ਵਿੱਚੋਂ ਇੱਕ ਬੱਸ ਦੇ ਥੱਲੇ ਆ ਗਿਆ ਤੇ ਐਕਸੀਡੈਂਟ ਹੋ ਗਿਆ। ਅੱਛਾ ਜੀ, ਉਹ ਬੱਚਾ ਆਬਵੀਅਸਲੀ ਜੇਲ੍ਹ ਨਹੀਂ ਜਾ ਸਕਦਾ ਕਿਉਂਕਿ ਉਮਰ ਉਹਦੀ ਜੇਲ੍ਹ ਵਾਲੀ ਨਹੀਂ ਸੀਗੀ, 15 ਸਾਲਾਂ ਦੀ ਹੋਏਗੀ, 15-16 ਸਾਲਾਂ ਦੀ। ਤੇ ਉਸ ਤੋਂ ਪਿੱਛੋਂ ਉੱਪਰੋਂ ਉਹਨੂੰ ਪ੍ਰੋਬਲਮ ਸੀ ਡਿਪਰੈਸ਼ਨ ਦੀ, ਦਵਾਈਆਂ ਉੱਤੇ ਸੀ, ਜਿਹਦੇ ਕਰਕੇ ਜੀ ਉਹਦੀ ਕੇਅਰ ਜਿਹੜੀ ਆ ਉਹ ਮੇਰੇ ਥੱਲੇ ਆ ਗਈ, ਮੇਰੀ ਨਿਗਰਾਨੀ ਹੇਠ ਆ ਗਈ। ਮੈਂ ਉਹਨੂੰ ਮੈਨੇਜ ਕਰਨਾ ਸ਼ੁਰੂ ਕਰਤਾ। ਉਹਦੀ ਮਾਂ ਖੁਦ ਸੋਸ਼ਲ ਵਰਕਰ ਹੁੰਦੀ ਹੋਵੇ ਆ ਨਹੀਂ ਚੀਜ਼ਾਂ ਤੋਂ ਮਤਲਬ ਰੋਕ ਸਕੀ, ਉਹਨੂੰ ਵੀ ਉਸੇ ਵਿੱਚੋਂ ਜਾਣਾ ਪਿਆ ਜਿਹੜੀ ਪ੍ਰੋਬਲਮ ਮਤਲਬ ਉਹਨੂੰ ਉਸੇ ਰਾਹ ਤੋਂ ਤੁਰਨਾ ਪਿਆ ਜਿਹੜੇ ਲੋਕਾਂ ਬਾਕੀ ਦੇ ਲਈ। ਅੱਛਾ, ਉੱਥੇ ਮੈਂ ਉਸ ਬੱਚੇ ਦੇ ਪਿੱਛੇ ਆ ਲਿਖ ਕੇ, ਕਿਉਂਕਿ ਸਾਰੀਆਂ ਚੀਜ਼ਾਂ ਉਹਦੇ ਹੱਕ 'ਚ ਨਹੀਂ ਹੈਗੀਆਂ, ਜਦੋਂ ਉਹ ਡੈਥ ਦੀ ਸਿਚੁਏਸ਼ਨ ਆ ਗਈ ਕਿਸੇ ਬੱਚੇ ਦੀ, ਉਹਦੀ ਫੋਟੋਗ੍ਰਾਫ ਬੱਚੇ ਦੀ ਇੱਥੇ ਲਿਖ ਕੇ, ਉਹਦਾ ਨਾਂ ਕੀ ਸੀ ਬੱਚੇ ਦਾ? ਓਮਾਰੀ। ਤੇ ਹਨਾ ਉਹ ਕ੍ਰਿਸਚੀਅਨ ਸੀ, ਹਾਲਾਂਕਿ ਉਹਦਾ ਨਾਂ ਜਿਹੜਾ ਓਮਾਰੀ ਮਤਲਬ ਇਸ ਤਰ੍ਹਾਂ ਲੱਗਦਾ ਹੈ ਕਿ ਪਤਾ ਨਹੀਂ ਇਹ ਮਤਲਬ ਦੂਸਰਾ ਨਾਂ ਆ, ਪਰ ਉਹ ਕ੍ਰਿਸਚੀਅਨ ਸੀ। ਉਹਦਾ ਬਾਪ ਕੈਨੇਡੀਅਨ ਤੇ ਉਹਦੀ ਮਾਂ ਜਿਹੜੀ ਬ੍ਰਿਟਿਸ਼ ਏਦਾਂ ਸੀ। ਤੇ ਉਹ ਮੈਂ ਉੱਥੇ ਇਹ ਲਿਖ ਕੇ ਗਈ ਕਿ ਖੁਦਾ ਤੂੰ ਹਰ ਇੱਕ ਚੀਜ਼ ਦਾ ਜਾਣ ਜਾਣ। ਤੇ ਮੈਂ ਉਹਦੀ ਤਸਵੀਰ ਜਿਹੜੀ ਉਹਦੇ ਪਿੱਛੇ ਲਿਖੇ, ਤੇ ਜਿਹੜੀ ਜਗ੍ਹਾ ਤੇ ਉਹ ਪਹਾੜ ਦੇ ਉੱਤੇ ਉਹ ਬਣਿਆ ਹੋਇਆ ਉਹਦੇ ਥੱਲੇ ਇੱਕ ਏਦਾਂ ਜਿੱਦਾਂ ਮਤਲਬ ਜਾਲੀ ਹੈਗੀ ਆ, ਤੇ ਉਹਦੇ ਵਿੱਚ ਮੈਂ ਥੱਲੇ ਸੁੱਟ ਦਿੱਤੀ ਉਹਦੀ ਤਸਵੀਰ। ਤੇ ਅਸੀਂ ਉੱਪਰ ਚਲੇ ਗਏ। ਸਾਡੇ ਨਾਲ ਹੋਰ ਵੀ ਇੱਕ ਕੁੜੀ ਹੈਗੀ ਸੀ ਕਿ ਜਿਹੜੀ ਉਸ ਥਾਂ ਤੇ ਜਾਣਾ ਸੀ, ਕਿਉਂਕਿ ਉਹਨੇ ਕੌਨਸੈਂਟਰੇਟ ਨਹੀਂ ਕੀਤਾ ਉੱਥੇ ਜਾਣ ਲਈ। ਉਹੋ ਜਿਹੀ ਬਹੁਤ ਪਹਿਲਾਂ ਹੀ ਉਤਰ ਗਈ, ਕਹਿੰਦੀ ਮੈਥੋਂ ਸ਼ਾਲ ਲੈਣੇ, ਮੈਂ ਏਅਰਿੰਗ ਦੇਖਣੇ, ਬੜਾ ਜ਼ੋਰ ਲਾਇਆ ਮੈਂ ਉਹਨੂੰ, ਬੜਾ ਜ਼ੋਰ ਲਾਇਆ ਕਿ ਤੂੰ ਜਿੱਥੇ ਆਪਾਂ ਜਾਣਾ ਬਹੁਤ ਇੰਪੋਰਟੈਂਟ ਹੈਗਾ। ਉਹ ਕੁੜੀ ਨੂੰ ਸ਼ੈਤਾਨ ਨੇ ਨਹੀਂ ਜਾਣ ਦਿੱਤਾ। ਉੱਤਰੀ ਕੁੜੀ ਆਪਣੀ 10 ਸਾਲ ਦੀ ਬੱਚੀ ਨੂੰ ਵੀ ਨਾਲ ਹੀ ਲੈ ਗਈ ਉਤਾਰ ਕੇ। ਅਸੀਂ ਉਸ ਜਗ੍ਹਾ ਤੇ ਜਿੱਥੇ ਗਏ ਤੇ ਚੰਗੀ ਭਲੀ ਧੁੱਪ ਸੀ ਜਿੱਦਾਂ ਦੀ ਹੁਣ ਸਾਡੇ ਕੋਲ ਇੱਥੇ ਧੁੱਪ ਹੈ ਵੀ। ਸਾਡੇ ਦੇਖਦਿਆਂ ਇੱਕ ਮਿੰਟ ਦੇ ਵਿੱਚ ਜਦੋਂ ਅਸੀਂ ਉੱਪਰ ਗਏ ਨਾ, ਮਤਲਬ ਉੱਪਰ ਚੜੇ, ਤਾਂ ਉਹ ਦੇਖਦਿਆਂ ਧੁੱਪ ਖਤਮ ਹੋਈ ਤੇ ਮੀਂਹ ਵਾਲਾ ਮਾਹੌਲ ਹੋ ਗਿਆ। ਜਦੋਂ ਮੀਂਹ ਵਾਲਾ ਮਾਹੌਲ ਹੋ ਗਿਆ ਤੇ ਅਸੀਂ ਸਾਰਿਆਂ ਨੇ ਆਪਣੇ ਆਪਣੇ ਅੱਖਾਂ ਬੰਦ ਕਰਕੇ ਤੇ ਦੁਆ ਕਰਨੀ ਸ਼ੁਰੂ ਕੀਤੀ। ਜੇ ਦੁਆ ਕਰਨੀ ਸ਼ੁਰੂ ਕੀਤੀ ਤੇ ਸਾਨੂੰ ਬੱਦਲ ਨੇ ਆਪਣੀ ਲਪੇਟ 'ਚ ਲੈ ਲਿਆ। ਬਿਲਕੁਲ ਉਸੇ ਤਰ੍ਹਾਂ ਫਿਰ ਮੈਂ ਵੀ ਆਪਣੇ ਕੁਛ ਜਿਹੜੀਆਂ ਬੇਨਤੀਆਂ ਰੱਖੀਆਂ ਖੁਦਾ ਦੇ ਅੱਗੇ, ਤੇ ਧੰਨਵਾਦ ਕੀਤਾ, ਫਿਰ ਧੰਨਵਾਦ ਕੀਤਾ, ਫਿਰ ਧੰਨਵਾਦ ਕੀਤਾ। ਤੇ ਜਦੋਂ ਮੈਂ ਮਤਲਬ ਵਾਪਸ ਆਈ, ਜਦੋਂ ਅਸੀਂ ਉਸ ਕੁੜੀ ਨੂੰ ਉੱਥੇ ਖੜੀ ਆਪਣੇ ਆਪਣੀਆਂ ਚੀਜ਼ਾਂ ਲੈ ਕੇ, ਆਪਣੇ ਹੱਥ 'ਚ 2 ਝੋਲੇ ਲੈ ਕੇ ਜਦੋਂ ਉਹਨੂੰ ਚੁੱਕਿਆ ਸੀ ਹਨਾ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਸਮੀਨਾ ਤੂੰ, ਉਹਦਾ ਨਾਂ ਸਮੀਨਾ ਸੀ, ਮੈਂ ਕਿਹਾ ਸਮੀਨਾ ਤੂੰ ਅੱਜ ਇਹ ਲੂਜ਼ ਕਰ ਦਿੱਤਾ, ਤੈਨੂੰ ਨਹੀਂ ਪਤਾ ਹਨਾ। ਤੇ ਪਹਿਲਾਂ ਤੂੰ ਸਾਡੇ ਨਾਲ ਲੜਦੀ ਸੀ ਕਿ ਤੁਹਾਨੂੰ ਕੀ, ਤੁਸੀਂ ਮੈਨੂੰ ਉਤਾਰ ਦਿਓ। ਫਿਰ ਉਹ ਜ਼ਰੂਰ ਉਦਾਸ ਹੋਈ, ਫਿਰ ਕਹਿੰਦੀ ਕਿ ਤੁਸੀਂ ਮੇਰੇ ਲਈ ਹੁਣ ਸਾਰਿਆਂ ਨੇ ਦੁਆ ਕਰਨੀ ਕਿ ਮੈਂ ਵੀ ਤੁਹਾਡੇ ਵਰਗੀ ਹੋ ਜਾਵਾਂ। ਇੱਥੇ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਹੀ ਹਾਂ ਨਾ, ਇੱਥੇ ਸੇਮ ਚੀਜ਼ ਜਿਹੜੀ ਆ ਨਾ, ਇੱਥੇ ਪਤਰਸ ਨੇ ਕੀਤੀ ਹੈ। ਪਤਰਸ ਨੇ ਜਦੋਂ ਉਹ ਜਾ ਕੇ ਉਹਦੇ ਨਾਲ ਦੇਖਿਆ, ਖੁਦਾ ਦਾ ਰੰਗ ਬਦਲ ਗਿਆ, ਉਹਦਾ ਮੂੰਹ ਚਾਨਣ ਵਾਂਗੂ ਚਮਕਣ ਲੱਗ ਪਿਆ, ਸੂਰਜ ਵਾਂਗੂ, ਕੱਪੜੇ ਚਾਨਣ ਵਰਗੇ ਚਿੱਟੇ ਹੋ ਗਏ। ਤੇ ਮੂਸਾ ਤੇ ਏਲੀਆ ਨੂੰ ਨਜ਼ਰ ਦਿੱਤੇ, ਉਹਨਾਂ ਨੂੰ ਦਿਖਾਈ ਦਿੱਤੇ ਆ। ਬਾਕੀ ਉੱਥੇ ਦੋ ਬਣੇ ਹੋਏ ਆ ਬਹੁਤ ਅੱਛੇ, ਏਦਾਂ ਆਪਾਂ ਕਹਿ ਸਕਦੇ ਬੜੇ ਇੰਟਰਸਟਿੰਗ ਕਮਰੇ, ਜਿਨ੍ਹਾਂ ਵਿੱਚ ਇੱਕ ਉੱਤੇ ਲਿਖਿਆ ਹੈ ਏਲੀਆ, ਇੱਕ ਉੱਤੇ ਲਿਖਿਆ ਹੋਇਆ ਮੂਸਾ, ਕਿਉਂਕਿ ਪਤਰਸ ਨੇ ਉਸसे ਕਿਹਾ ਸੀ ਤੇ ਉਹਨਾਂ ਨੇ ਉਹਨਾਂ ਦੀ ਮਤਲਬ ਉਹਨੂੰ ਇੱਕ ਤਰ੍ਹਾਂ ਨਾਲ ਆਇਡੈਂਟੀਫਿਕੇਸ਼ਨ ਦਾ ਰੱਖ ਦਿੱਤਾ ਕਿ ਉਹਨੇ ਆਹ ਕਿਹਾ ਸੀ ਹਨਾ। ਇਹ ਤੇ ਬਾਅਦ 'ਚ ਬਣੇ ਹੋਣਗੇ, ਇਹ ਪਤਰਸ ਨੇ ਨਹੀਂ ਬਣਵਾਏ ਹਨਾ। ਐਂਡ ਪਰ ਉਹਨੇ ਖੁਦਾਵੰਦ ਯਿਸੂ ਮਸੀਹ ਨੇ ਕੀ ਕਿਹਾ, ਕਹਿੰਦਾ ਕਿ ਸਾਡਾ ਇੱਥੇ ਹੋਣਾ ਚੰਗਾ, ਕਿ ਉਹਨੇ ਇਸ ਚੀਜ਼ ਨੂੰ ਅਪਰੀਸ਼ੀਏਟ ਕੀਤਾ, ਖੁਸ਼ ਹੋਇਆ, ਤੇ ਕਹਿੰਦਾ ਇੱਥੇ 3 ਮਤਲਬ ਮੈਂ ਡੇਰੇ ਬਣਾਉਂਗਾ ਹਨਾ। ਤੇ ਹਜੇ ਮਤਲਬ ਉਹ ਸੁਜੈਸ਼ਨ ਦੇ ਰਿਹਾ ਖੁਦਾਵੰਦ ਯਿਸੂ ਮਸੀਹ ਨੂੰ। ਅਸੀਂ ਇੱਥੇ ਦੇਖਦੇ ਹਾਂ ਕਿ ਅਗਰ ਉਹ ਸੁਜੈਸ਼ਨ ਸੌਰੀ ਖੁਦਾ ਬਾਪ ਨੂੰ ਮਤਲਬ ਖੁਦਾ ਯਿਸੂ ਮਸੀਹ ਨੂੰ ਉਹ ਕਹਿ ਰਿਹਾ, ਤੇ ਖੁਦਾ ਬਾਪ ਨੂੰ ਪਸੰਦ ਨਹੀਂ ਆਇਆ, ਕਿਉਂਕਿ ਇੱਥੇ ਤਾਂ ਤਿੱਕੜੀ ਆਪ ਨੂੰ ਰਿਪਰੈਜ਼ੈਂਟ ਹੋ ਗਈ ਨਾ। ਇੱਥੇ ਤਾਂ ਪਿਤਾ ਪੁੱਤਰ ਪਵਿੱਤਰ ਆਤਮਾ ਜ਼ਾਹਰ ਹੋ ਗਿਆ, ਕਿਉਂਕਿ ਪੁੱਤਰ ਖੁਦਾ ਯਿਸੂ ਮਸੀਹ ਆ, ਪਿਤਾ ਜਿਹੜੀ ਆਵਾਜ਼ ਬੋਲੀ ਆ ਹਨਾ, ਇੱਥੇ ਤਾਂ ਜ਼ਾਹਰ ਹੋ ਗਿਆ ਹਨਾ। ਤੇ ਇਸ ਕਰਕੇ ਪਾਕਰੂ ਜਿਹਨੇ ਮਤਲਬ ਇੱਥੇ ਉਹਦਾ ਪ੍ਰਗਟਾਵਾ ਹੋਇਆ, ਇੱਥੇ ਪੁੱਤ ਤੇ ਪਿਤਾ ਦੋਨੋਂ ਜ਼ਾਹਿਰ ਹੋ ਗਏ। ਇੱਕ ਜੋਤਮਾਨ ਬੱਦਲ ਨੇ ਉਹਨਾਂ ਉੱਤੇ ਛਾਂ ਕੀਤੀ, ਤੇ ਉਸੇ ਬੱਦਲ ਵਿੱਚੋਂ ਇੱਕ ਆਵਾਜ਼ ਕਹਿੰਦੀ ਆਈ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ, ਇਹਦੀ ਸੁਣੋ। ਮੋਸਟਲੀ ਕੀ ਹੁੰਦਾ, ਲੋਕੀ ਆਪਣਾ ਸੁਣਾਉਣ ਲੱਗ ਪੈਂਦੇ ਆ। ਤੁਸੀਂ ਉਹਨਾਂ ਨੂੰ ਕੁਛ ਮੈਸੇਜ ਦੇਣਾ ਹੁੰਦਾ ਖੁਦਾ ਵੱਲੋਂ, ਉਹ ਆਪਣਾ ਤੁਹਾਨੂੰ ਮੈਸੇਜ ਦੇਣ ਲੱਗ ਪੈਂਦੇ।
ਉਹ ਨਹੀਂ, ਉਹ ਇੱਥੇ ਖੁਦਾ ਨੇ, ਰੱਬ ਨੇ ਆਪ ਆ ਕੇ ਬਾਪ ਨੇ ਪਤਰਸ ਨੂੰ ਕਿਹਾ ਆ ਕਿ ਇਹਦੀ ਸੁਣ। ਮੈਂ ਤੁਹਾਨੂੰ ਥੋੜਾ ਜਿਹਾ ਜ਼ਿਕਰ ਕੀਤਾ ਨਾ ਇੱਥੇ ਕਿਸ ਤਰ੍ਹਾਂ ਮਤਲਬ ਉਹ ਬੱਚੀ ਜਿਹੜੀ ਹੈ ਉਹਨੇ ਸਾਡੀ ਨਹੀਂ ਸੁਣੀ, ਉਹਨੇ ਆਪਣੀ ਸਾਨੂੰ ਸੁਣਾਉਣਾ ਸ਼ੁਰੂ ਹੋ ਗਈ ਤੇ ਬਾਅਦ ਵਿੱਚ ਵਾਕਈ ਉਹ ਜਗ੍ਹਾ ਮਿਸ ਕਰ ਗਈ, ਉਹ ਸਾਰੀ ਸਾਰੀ ਬਖਸ਼ਿਸ਼ ਮਿਸ ਕਰ ਗਈ, ਹੈਨਾ। ਅਸੀਂ ਇੱਥੇ ਦੇਖੀਏ ਕਿ ਚੇਲੇ ਸੁਣ ਕੇ ਮੋਢੇ ਮੂੰਹ ਡਿੱਗ ਪਏ ਤੇ ਬਹੁਤ ਡਰੇ। ਯਿਸੂ ਨੇ ਜਿਹੜਾ ਕਿ ਉਹਨਾਂ ਨੂੰ ਛੁਇਆ ਤੇ ਕਿਹਾ ਉੱਠੋ ਤੇ ਡਰੋ ਨਾ। ਜਦ ਉਹਨਾਂ ਨੇ ਆਪਣੀ ਅੱਖਾਂ ਚੁੱਕੀ ਕਿਸੇ ਹੋਰ ਨੂੰ ਨਹੀਂ, ਇਕੱਲੇ ਯਿਸੂ ਨੂੰ ਦੇਖਿਆ, ਮਤਲਬ ਉਹ ਤੱਕ ਜਾ ਚੁੱਕੇ ਸੀ। ਇੱਥੇ ਇੱਕ ਹੋਰ ਚੀਜ਼ ਵੀ ਸਾਡੇ ਦੇਖਣ ਵਾਲੀ ਹੈਗੀ ਕਿ ਮੂਸਾ ਨੂੰ ਤਾਂ ਇਹ ਕਹਿ ਦਿੱਤਾ ਗਿਆ ਸੀ ਕਿ ਤੂੰ ਵਾਅਦੇ ਦੀ ਜ਼ਮੀਨ ਦੇਖਣੀ ਨਹੀਂ, ਕਿਉਂਕਿ ਤੂੰ ਗੁੱਸਾ ਕਰ ਲਿਆ ਸੀ, ਇਸ ਕਰਕੇ ਜਿਹੜੇ ਲੋਕੀ ਇਹ ਪਹੁੰਚਣਗੇ ਤੂੰ ਨਹੀਂ ਪਹੁੰਚਣਾ। ਪਰ ਇੱਥੇ ਸਾਨੂੰ ਮੂਸਾ ਨਜ਼ਰ ਆਉਂਦਾ ਹੈ, ਇੱਥੇ ਖੁਦਾ ਦੇ ਨਾਲ ਮੂਸਾ ਨਜ਼ਰ ਆਉਂਦਾ ਹੈ। ਇਹਦਾ ਮਤਲਬ ਆ ਕਿ ਜਿਹੜੀ ਵੀ ਮੂਸਾ ਕੋਲੋਂ ਗਲਤੀ ਹੋਈ, ਖੁਦਾ ਨੇ ਉਹਨੂੰ ਛੱਡਿਆ ਨਹੀਂ। ਮੂਸਾ ਨੇ ਚਾਹੇ ਉਹਦੇ ਬੇਨਤੀਆਂ ਕੀਤੀਆਂ, ਚਾਹੇ ਉਹਦੇ ਨੱਕ ਰਗੜਿਆ, ਜੋ ਵੀ ਮੂਸਾ ਨੇ ਚਾਹੇ, ਪਰ ਉਹਦਾ ਸਮਝੌਤਾ, ਉਹਦਾ ਜਿਹੜਾ ਹੋ ਗਿਆ ਖੁਦਾ ਦੇ ਨਾਲ, ਜਿਹੜਾ ਨਾ ਕਮਿਊਨੀਕੇਸ਼ਨ ਤੇ ਸਿੱਧਾ ਉਹਦਾ ਹੋ ਗਿਆ ਤੇ ਇੱਥੇ ਖੁਦਾ ਦੇ ਨਾਲ ਨਜ਼ਰ ਆਇਆ, ਹੈਨਾ। ਅਸੀਂ ਵੀ ਆਪਣਾ ਜਿਹੜਾ ਰਿਸ਼ਤਾ ਹੈ ਵਿਗੜਿਆ ਝਗੜਿਆ ਨਹੀਂ ਛੱਡਣਾ, ਇੱਕ ਵੀ ਨੇਕਕਾਰ ਦੇ ਚੱਕਰ ਵਿੱਚ ਨਹੀਂ ਪੈ ਕੇ ਅਸੀਂ ਆ ਨਹੀਂ ਕਹਿਣਾ ਕਿ ਮੈਂ ਵੀ ਕੋਈ ਨਹੀਂ ਫੇਕਿਆ ਜੇ ਮੈਂ ਨਹੀਂ ਆਪਣੇ ਆਪ ਨੂੰ ਉੱਥੇ ਨਹੀਂ ਲੈ ਕੇ ਜਾਣਾ। ਅਸੀਂ ਖੁਦਾ ਦੇ ਨਾਲ ਆਪਣਾ ਰਿਸ਼ਤਾ ਕਾਮਯਾਬ ਕਰਨ ਵਾਲੇ ਰਾਹ ਤੇ ਪੈਣਾ। ਤੇ ਮੈਂ ਹਰਗਜ਼ ਨਹੀਂ ਕਹਿੰਦੀ ਕਿ ਸ਼ੈਤਾਨ ਉੱਪਰ ਤੇ ਆਉਂਦਾ ਨਹੀਂ, ਉਹ ਗੰਦਾ ਆ, ਉਹ ਗੰਦਾ ਸੀ ਤੇ ਉਹਨੇ ਗੰਦਾ ਹੀ ਰਹਿਣਾ। ਤੇ ਉਹਨੂੰ ਇਸੇ ਕਰਕੇ ਉਹ ਸਾਰੇ ਜਿੰਨੇ ਉਹਦੇ ਖਿਆਲ ਗੰਦੇ ਆ, ਉਹਨਾਂ ਦੇ ਨਾਲ ਜਿੰਨੇ ਉਹਦੇ ਗੰਦੇ ਫਰਿਸ਼ਤੇ ਆ, ਉਹਨਾਂ ਦੇ ਨਾਲ ਲਪੇਟ ਦੇ ਵਿੱਚ ਉਹਨੂੰ ਅੱਗ ਦੀ ਜੰਗ ਵਿੱਚ ਸੁੱਟ ਦਿੱਤਾ ਜਾਣਾ ਹਮੇਸ਼ਾ ਲਈ। ਇਹ ਜਿਹੜੀ ਗੱਲ ਹੈ ਇਹ ਜ਼ਾਹਿਰ ਹੋ ਚੁੱਕੀ ਹੈ, ਇਹ ਜਿਹੜੀ ਸੱਚਾਈ ਆ, ਅਟੱਲ ਸੱਚਾਈ ਆ, ਹੈਨਾ। ਤੇ ਕਿਉਂਕਿ ਉਹਨੂੰ ਇਹ ਪਤਾ ਹੈ ਹੋ ਜਾਣਾ, ਉਹਦੇ ਕੋਲ ਵਕਤ ਨਹੀਂ ਹੈ ਆਪਣੇ ਆਪ ਨੂੰ ਇਸ ਤਰ੍ਹਾਂ ਤੁਹਾਡੇ ਵਾਂਗੂ, ਮੇਰੇ ਸਾਡੇ ਸਾਰਿਆਂ ਵਾਂਗੂ ਆਪਣੀਆਂ ਗਲਤੀਆਂ ਖੁਦਾ ਦੇ ਕੋਲ ਬਖਸ਼ਾਉਣ ਦਾ। ਤੇ ਜਿੱਦਾਂ ਮੂਸਾ ਨੂੰ ਮੌਕਾ ਮਿਲਿਆ ਖੁਦਾ ਦੇ ਨਾਲ ਆਪਣਾ ਰੀਕਨਸਾਈਲ ਕਰਨ ਦਾ, ਜਦੋਂ ਹਸਬੈਂਡ ਵਾਈਫ ਦੇ ਵਿੱਚ ਉਤਾਰ ਚੜਾਅ ਹੋ ਜਾਵੇ ਤਾਂ ਰੀਕਨਸਾਈਲ ਕਰ ਲੈਂਦੇ ਆ। ਖੁਦਾ ਨੇ ਰੀਕਨਸਾਈਲ ਕੀਤਾ ਉਹਨੂੰ ਉਹਦੇ ਨਾਲ, ਤੇ ਉਹਨੂੰ ਬਾਅਦ ਦੇ ਜ਼ਿੰਦਗੀ ਸਾਨੂੰ ਨਜ਼ਰ ਆਇਆ ਨਾ। ਜਦੋਂ ਉਹ ਪਹਾੜੋਂ ਉੱਤਰਦੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਹੁਕਮ ਕੀਤਾ ਵੀ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚ ਨਾ ਜੀ ਉੱਠੇ, ਇਸ ਦਰਸ਼ਨ ਦੀ ਗੱਲ ਕਿਸੇ ਨੂੰ ਨਾ ਦੱਸੋ। ਇੱਥੇ ਤੁਸੀਂ ਕਹਿੰਦੇ ਕਿ ਇਹ ਜਿਹੜੀ ਤੁਸੀਂ ਜੋ ਦੇਖਿਆ ਹੈ ਨਾ ਅੱਜ ਆਵਾਜ਼ ਸੁਣੀ, ਇਹ ਲੋਕਾਂ ਉੱਤੇ ਨਾ ਪ੍ਰਗਟ ਕਰਿਓ, ਕਿਉਂਕਿ ਮੈਂ ਹਜੇ ਮਰਨਾ ਹੈ, ਪਹਿਲਾਂ ਸੂਲੀ ਤੇ ਚੜ੍ਹਨਾ, ਫਿਰ ਮੈਂ ਜੀ ਉੱਠਣਾ ਹੈ। ਤੇ ਉਹ ਤੱਕ ਨਾ ਚੇਲਿਆਂ ਨੂੰ ਕਿਹਾ। ਤੇ ਫਿਰ ਇਹ ਜਿਹੜੇ ਜਾਜਕ ਆ ਇਹ ਕਾਹਤੋਂ ਕਹਿੰਦੇ ਕਿ ਏਲੀਆ ਦਾ ਪਹਿਲਾਂ ਆਉਣਾ ਜ਼ਰੂਰ ਹੈ। ਉਹਨੇ ਉੱਤਰ ਦਿੱਤਾ ਏਲੀਆ ਠੀਕ ਆਉਂਦਾ ਤੇ ਸਭ ਕੁਝ ਬਹਾਲ ਕਰੇਗਾ, ਪਰ ਮੈਂ ਤੁਹਾਨੂੰ ਕਹਿੰਦਾ ਏਲੀਆ ਤਾਂ ਆ ਚੁੱਕਿਆ। ਤੇ ਉਹਨਾਂ ਨੇ ਉਹਨੂੰ ਨਾ ਪਛਾਣਿਆ, ਪਰ ਉਹਨਾਂ ਨੇ ਉਹਨੂੰ ਜੋ ਚਾਹਿਆ ਉਹਦੇ ਨਾਲ ਕੀਤਾ। ਇਸ ਤਰ੍ਹਾਂ ਮਨੁੱਖ ਦਾ ਪੁੱਤਰ ਨੂੰ ਦੁੱਖ ਪਾਵੇਗਾ। ਚੇਲਿਆਂ ਨੇ ਸਮਝਿਆ ਕਿ ਇਹਨੇ ਸਾਡੇ ਨਾਲ ਜੋ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਆ, ਕਿ ਵਾਕਈ ਜੋ ਬਪਤਿਸਮਾ ਦੇਣ ਵਾਲਾ ਉਹਦੀ ਜਿਹੜੇ ਮਾਸੀ ਦਾ ਪੁੱਤਰ ਉਹ ਆਇਆ, ਆ ਕੇ ਉਹਨਾਂ ਨੇ ਉਹਦਾ ਸਿਰ ਕਟਵਾਇਆ ਤੇ ਕਟਵਾ ਕੇ ਉਹਨੂੰ ਕੈਚ ਪਾਇਆ, ਹਨਾ। ਤੇ ਹੈਰੋਡ ਮਤਲਬ ਜਿਹੜਾ ਬਾਦਸ਼ਾਹ ਉਹਦੀ ਆਪਾਂ ਨੂੰ ਪਤਾ ਹੀ ਹੈ ਬਾਕੀ ਜਿਹੜੀ ਸਿਚੁਏਸ਼ਨ ਕੀ ਹੋਈ ਹੈ ਨਾ। ਉਹਨੇ ਆਪਣੀ ਉਹਦੀ ਹੈਰੋਦਿਆਸ ਨੇ ਆਪਣੀ ਧੀ ਨੂੰ ਕਿਹਾ ਕਿ ਤੂੰ ਉਹਨੂੰ ਰਜਾ ਕੇ, ਤੇ ਆਪਾਂ ਨੂੰ ਪਤਾ ਆਪਾਂ ਪੜ੍ਹਿਆ ਸੀ ਉਹਦਾ ਸਿਰ ਮੰਗ ਲਾ ਥਾਲੀ ਵਿੱਚ ਨਾ। ਕਿਹੋ ਜਿਹੇ ਲੋਕਾਂ ਦੀਆਂ ਕਿਹੋ ਜਿਹੀਆਂ ਚੀਜ਼ਾਂ, ਕਿੱਥੇ ਉਹਨਾਂ ਦੀ ਸੋਚ ਲੱਗੀ ਹੋਈ ਹੈ ਨਾ। ਮਤਲਬ ਫਿਰ ਬਾਅਦ ਚ ਆਪਣੇ ਆਪ ਨੂੰ ਇਹ ਕਹਿੰਦੇ ਕਿ ਇੱਕ ਵੀ ਨੇਕੋਕਾਰ ਨਹੀਂ, ਹਨਾ। ਜਦੋਂ ਤੁਸੀਂ ਨੇਕੀ ਬਾਰੇ ਸੋਚਣਾ ਹੀ ਨਹੀਂ ਤਾਂ ਨੇਕੀ ਤੁਹਾਡੇ ਕੋਲ ਮੱਲੋ ਮੱਲੀ ਨਹੀਂ ਆ ਜੂਗੀ। ਉਹਨੂੰ ਸੋਚਣਾ, ਉਹਨੂੰ ਚਾਹਣਾ, ਉਹਨੂੰ ਪਾਉਣਾ ਤੇ ਉਹਨੂੰ ਫਿਰ ਬਰਕਰਾਰ ਰੱਖਣਾ ਆਪਣੀ ਜ਼ਿੰਦਗੀ ਦੇ ਵਿੱਚ, ਤੇ ਉਹਨੂੰ ਲੁਟਾਉਣਾ ਨਹੀਂ, ਤੁਹਾਨੂੰ ਆਉਣਾ ਚਾਹੀਦਾ ਹੈ ਨਾ। ਫਿਰ ਉਹ ਤੁਹਾਡੇ ਕੋਲ ਰਹੇਗੀ ਨੇਕੀ, ਹਨਾ। ਫਿਰ ਅਸੀਂ ਦੇਖਦੇ ਕਿ ਜਦੋਂ ਇੱਥੇ ਉਹ ਭੀੜ ਦੇ ਕੋਲ ਜਦੋਂ ਪਹੁੰਚੇ ਤੇ ਇੱਕ ਆਦਮੀ ਉਹਨਾਂ ਦੇ ਕੋਲ ਆਇਆ ਤਾਂ ਅੱਗੇ ਗੋਡੇ ਨੂੰ ਆ ਕੇ ਕਹਿੰਦਾ, ਪ੍ਰਭੂ ਜੀ ਮੇਰੇ ਪੁੱਤ ਤੇ ਦਇਆ ਕਰੋ, ਕਿਉਂਕਿ ਉਹ ਮਿਰਗੀ ਦੇ ਬਾਰੇ ਬਹੁਤ ਦੁੱਖ ਪਾਉਂਦਾ ਹੈ। ਉਹ ਤਾਂ ਬਹੁਤ ਵਾਰੀ ਅੱਗ ਵਿੱਚ ਤੇ ਪਾਣੀ ਵਿੱਚ ਡਿੱਗ ਪੈਂਦਾ ਤੇ ਮੈਂ ਤੁਹਾਡੇ ਚੇਲਿਆਂ ਕੋਲ ਉਹਨੂੰ ਲਿਆਇਆ ਸੀ, ਪਰ ਉਹ ਉਹਨੂੰ ਚੰਗਾ ਨਹੀਂ ਕਰ ਸਕੇ। ਯਿਸੂ ਨੇ ਉੱਤਰ ਦਿੱਤਾ, ਇਹ ਬੇਪਰਤੀਤਿਓ ਤੇ ਅੜ ਪੀੜੀ ਦੇ ਲੋਕੋ, ਕਦੋਂ ਤੱਕ ਮੈਂ ਤੁਹਾਡੇ ਸੰਗ ਰਹੂੰਗਾ, ਕਦੋਂ ਤੱਕ ਮੈਂ ਤੁਹਾਡੀਆਂ ਸਹੂੰਗਾ। ਉਹਨੂੰ ਇੱਥੇ ਮੇਰੇ ਕੋਲ ਲਿਆ। ਤੇ ਯਿਸੂ ਨੇ ਉਹਨੂੰ ਝਿੜਕਿਆ ਤੇ ਉਸ ਵਿੱਚੋਂ ਭੂਤ ਫੌਰਨ ਨਿਕਲ ਗਿਆ ਤੇ ਮੁੰਡਾ ਉਸੇ ਘੜੀ ਚੰਗਾ ਹੋ ਗਿਆ। ਇੱਥੇ ਇਹਨੂੰ ਵੀ ਆਪਾਂ ਦੇਖਦੇ ਹਾਂ ਕਿ ਉਹ ਬੰਦਾ ਜਿਹੜਾ ਨਾ ਉਹ ਮਤਲਬ ਯਿਸੂ ਮਸੀਹ ਦੇ ਕੋਲ ਆਪਣੇ ਪੁੱਤ ਦਾ ਦੁੱਖ ਤਾਂ ਰੋਂਦਾ ਹੀ ਰੋਂਦਾ ਹੈ, ਕਿਉਂਕਿ ਪੁੱਤ ਦੀ ਜਾਨ ਜਿਹੜੀ ਬੜੀ ਤਕਲੀਫ ਚ। ਮੇਰੀ ਇੱਥੇ ਇੱਕ ਸਹੇਲੀ ਆ, ਮਤਲਬ ਹੈ ਤੇ ਪੇਸ਼ੈਂਟ ਸੀ, ਪਰ ਮੈਂ ਉਹਨੂੰ ਸਹੇਲੀਆਂ ਨੂੰ ਟ੍ਰੀਟ ਕਰਦੀ ਸ਼ੁਰੂ ਤੋਂ ਹੀ, ਹਨਾ। ਤੇ ਉਹਨੂੰ ਮਿਰਗੀ ਦੀ ਬਿਮਾਰੀ ਹੈਗੀ ਸੀ ਤੇ ਅਸੀਂ ਸਾਰਿਆਂ ਨੇ ਰਲ ਕੇ, ਸਾਰੇ ਮਿਸ ਕਰਕੇ ਕਿ ਮੇਰੇ ਬੱਚੇ ਵੀ ਤਿੰਨੋਂ ਵਿੱਚ ਇਨਵੋਲਵ ਸੀ, ਤੇ ਅਸੀਂ ਸਾਰੇ ਉਹਨੂੰ ਸੰਭਾਲਦੇ ਹੁੰਦੇ ਸੀਗੇ। ਮਤਲਬ ਕਦੀ ਉਹਨੇ ਸਾਡੀ ਮਤਲਬ ਬਾਥਰੂਮ ਦੇ ਵਿੱਚ ਡਿੱਗੀ ਪਈ ਹੋਣਾ, ਕਦੀ ਉਹਨੇ ਸਾਡੇ ਕਿਚਨ ਚ ਡਿੱਗੀ ਪਈ ਹੋਣਾ,
ਅਸੀਂ ਸਾਰੇ ਉਹਨੂੰ ਬਹੁਤ ਸੰਭਾਲਦੇ ਸੀ ਤੇ ਉਹਨੂੰ ਮਤਲਬ ਮੈਨੂੰ ਪਤਾ ਆ ਕਿ ਕਿੱਦਾਂ ਉਹਦੇ ਮੂੰਹ ਚ ਝੱਗ ਆਉਂਦੀ ਸੀ, ਕਿੱਦਾਂ ਚਮਚੇ ਨਾਲ ਉਹਦੇ ਦੰਦਾਂ ਨੂੰ ਖੋਲ ਦਿੰਦੇ ਸੀਗੇ। ਮਤਲਬ ਇਹ ਕੋਈ ਅੱਛੀ ਬਿਮਾਰੀ ਨਹੀਂ, ਹਨਾ, ਇਹ ਬਹੁਤ ਭੈੜੀ ਬਿਮਾਰੀ ਆ, ਹਨਾ। ਪਰ ਜਦੋਂ ਅਸੀਂ ਉਹਨੂੰ, ਕਿਉਂਕਿ ਉਹ ਕਿਸੇ ਡਿਫਰੈਂਟ ਧਰਮ ਨੂੰ ਬਿਲੋਂਗ ਕਰਦੀ ਸੀ, ਜਦੋਂ ਅਸੀਂ ਉਹਨੂੰ ਲੈ ਕੇ ਗਏ ਆਪਣੀ ਮਤਲਬ ਚਰਚ ਵਿੱਚ ਲੈ ਕੇ ਗਏ ਤੇ ਉਹ ਜੀ ਉਹਦੀ ਜਿਹੜੀ ਉਹਦਾ ਸੁਭਾਅ ਦੀ ਜਿਹੜਾ ਉਹਦੇ ਵਿੱਚ ਜਿਹੜਾ ਮਿਰਗੀ ਦਾ ਜਿਹੜਾ ਜਿਹਨੂੰ ਆਪਾਂ ਐਪੀਲੈਪਸੀ ਕਹਿੰਦੇ, ਉਹਦੀ ਉਸ ਬਿਮਾਰੀ ਦਾ ਇੱਕ ਖਾਸ ਡੀਮਨ ਆ, ਉਹ ਉਹਦੇ ਵਿੱਚੋਂ ਬੋਲ ਪਿਆ। ਉਹ ਤਾਂ ਕਹਿੰਦਾ ਨਹੀਂ 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 ਨਹੀਂ, ਤੂੰ ਨਹੀਂ ਇੱਥੇ ਜਾਣਾ। ਉਹ ਕਹਿੰਦੀ, ਉਹ ਸਾਨੂੰ ਕਹਿਣਾ ਸ਼ੁਰੂ ਹੋ ਗਈ, ਕਹਿੰਦੀ ਨਹੀਂ ਨਹੀਂ ਨਹੀਂ, ਮੇਰੇ ਵਾਹਿਗੁਰੂ ਚ ਬਹੁਤ ਤਾਕਤ ਹੈ, ਮੈਂ ਨਹੀਂ ਉੱਥੇ ਜਾਣਾ, ਮੈਨੂੰ ਨਾ ਉੱਥੇ ਲੈ ਕੇ ਜਾਓ ਤੁਸੀਂ, ਬਸ ਮੈਂ ਠੀਕ ਹੈ, ਮੈਂ ਜਿੱਦਾਂ ਦੀ ਹੈਗੀ ਠੀਕ ਹੈ, ਮੈਂ ਏਦਾਂ ਦੀ ਵੀ ਠੀਕ ਆ, ਮੈਂ ਤਾਂ ਏਦਾਂ ਦੀ ਜੰਮੀ ਸੀਗੀ, ਸਿੱਖ ਧਰਮ ਚ ਜੰਮੀ ਸੀ ਤੇ ਮੈਂ ਸਿੱਖ ਧਰਮ ਚ ਮੰਨਣਾ ਸੀ, ਚਲੋ ਠੀਕ ਆ। ਅਸੀਂ ਉਹਨੂੰ ਫੇਰ ਵੀ ਪਿਆਰ ਕਰਦੇ ਹਾਂ, ਉਹਨੂੰ ਮੈਂ ਅਜੇ ਵੀ ਜਾ ਕੇ ਮੈਂ ਉਹਨੂੰ ਵਿਜ਼ਿਟ ਕਰਦੀ ਹਾਂ, ਕਿਉਂਕਿ ਖੁਦਾ ਨੇ ਕਿਹਾ ਕਿ ਆਖਰ ਦਮ ਤੱਕ ਉਹਨਾਂ ਨੇ ਦਸਕਰ ਜੋਤੀ ਦੇ ਨਾਲ ਬੈਠ ਕੇ ਮਤਲਬ ਲਾਸਟ ਸਫਰ ਖਾਦਾ ਸੀ। ਅੱਜ ਵੀ ਬਦਲੇ, ਕੱਲ ਵੀ ਬਦਲੇ, ਸਾਨੂੰ ਆਪਣਾ ਜਿਹੜਾ ਸੁਭਾਅ ਹੈ ਉਹਦੇ ਚੋਂ ਖੁਦਾ ਨੂੰ ਯਿਸੂ ਮਸੀਹ ਮਿਲਣਾ ਚਾਹੀਦਾ। ਤੇ ਅਸੀਂ ਆਪਣੇ ਸੁਭਾਅ ਵਿੱਚੋਂ, ਅਜੇ ਮੈਂ ਉਹਨੂੰ ਪਰਸੋਂ ਮਿਲ ਕੇ ਆਈ ਹਾਂ, ਮੈਂ ਉਹਨੂੰ ਉਹਦੇ ਨਾਲ ਬਸ 5 ਮਿੰਟ ਸਪੈਂਡ ਕੀਤੇ ਬਸ, ਤੇ ਪਰ ਮੈਂ ਉਹਨੂੰ ਮਿਲੀ ਆ, ਮੈਂ ਉਹਨੂੰ ਦੇਖਿਆ ਹੈ, ਹਨਾ। ਸਾਨੂੰ ਇਸ ਤਰ੍ਹਾਂ ਦੇਖਿਆ ਕਿ ਉਹਦੇ ਵਿੱਚੋਂ ਭੂਤ ਕਿੱਦਾਂ ਨਿਕਲ ਕੇ ਚਲਾ ਗਿਆ। ਉਹ ਕਿਹਾ ਕਿ ਬੇਪਰਤੀਤਿਓ ਤੁਸੀਂ ਅੜਕ ਪੀੜੀ ਦੇ ਲੋਕੋ, ਤੁਸੀਂ ਕਦੋਂ ਤੱਕ ਮੈਂ ਤੁਹਾਡੇ ਕੋਲ ਰਹੂੰਗਾ। ਮੈਂ ਯਿਸੂ ਮਸੀਹ ਜਿਹੜਾ ਕਹਿੰਦਾ ਕਿ ਮੈਂ ਕਦੋਂ ਤੱਕ ਉਹਦੇ ਕੋਲ ਰਹੂੰ, ਕਿਉਂਕਿ ਉਹ ਕਹਿੰਦਾ ਚੇਲੇ ਨਹੀਂ ਠੀਕ ਕਰ ਸਕੇ। ਹੁਣ ਚੇਲੇ ਠੀਕ ਕਿਉਂ ਨਹੀਂ ਕਰ ਸਕੇ? ਕਿਉਂਕਿ ਲੋਕ ਕਈ ਵਾਰੀ ਠੀਕ ਹੋਣਾ ਚਾਹੁੰਦੇ ਨਹੀਂ। ਉਹਦਾ ਪਿਓ ਨਾਲ ਸੀ ਜਿਹਨੇ ਐਗਰੀ ਕੀਤਾ, ਇਹ ਤੂੰ ਬੱਚੇ ਨੂੰ ਲੈ ਕੇ ਆਇਆ, ਪਰ ਇੱਥੇ ਆ ਕਿ ਪਿਓ ਮਾਂ ਕੇ ਫਿਰ ਤੂੰ ਖਿਲਾਫ ਹੋ ਕੇ ਕਹਿ ਦਿੰਦੇ ਕਿ ਨਹੀਂ 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 ਉੱਥੇ ਨਹੀਂ ਜਾਣਾ। ਖੁਦਾ ਯਿਸੂ ਮਸੀਹ ਬਹੁਤ ਲੋਕੀ ਆ ਜਿਨ੍ਹਾਂ ਨੂੰ ਕਿਉਂ ਨਹੀਂ ਸੀ ਕਰ ਸਕੇ, ਕਿਉਂਕਿ ਉਹਨਾਂ ਨੇ ਪਹਿਲਾਂ ਉਹਨੂੰ ਬਾਹਰ ਕੱਢਿਆ ਸੀ। ਕਿਉਂਕਿ ਵੀ ਲੋਕੀ ਸੈਪਰੇਸ਼ਨ ਲੈਣ ਲਈ ਤਿਆਰ ਨਹੀਂ, ਕੋਈ ਆਪਣੇ ਭਰਾ ਤੋਂ ਪਰੇ ਦੂਰ ਨਹੀਂ ਹੋਣਾ ਚਾਹੁੰਦਾ, ਕੋਈ ਆਪਣੀ ਮਾਂ ਪਿਓ ਤੋਂ ਦੂਰ ਨਹੀਂ ਹੋਣਾ ਚਾਹੁੰਦਾ। ਤੇ ਜਿਹੜੀ ਬੁਰਾਈ ਆ ਉਹ ਫਿਰ ਉਹਨਾਂ ਨੂੰ ਉਹਨਾਂ ਦੇ ਰਾਹੀਂ ਕੀ ਕਰਦੀ ਆ ਕੇ ਕਮਜ਼ੋਰ ਬਣਾਉਂਦੀ ਆ, ਹਨਾ। ਸੋ ਇੱਥੇ ਕਿਉਂਕਿ ਪਿਓ ਵੀ ਨਾਲ ਸੀ, ਸਾਨੂੰ ਮੁੰਡਾ ਉਹ ਮਤਲਬ ਖੁਦਾ ਯਿਸੂ ਮਸੀਹ ਦੇ ਕੋਲੇ ਇੱਥੇ ਉਹ ਗੱਲ ਨਜ਼ਰ ਆਉਂਦੀ ਹੈ ਕਿ ਹਬਸ਼ੀ ਖੋਜਾ ਕਹਿੰਦਾ ਪਾਣੀ ਵੀ ਹੈਗਾ, ਮੈਂ ਵੀ ਹੈਗਾ, ਤੂੰ ਵੀ ਹੈਗਾ, ਹੁਣ ਬਪਤਿਸਮਾ ਲੈਣ ਚ ਮੈਨੂੰ ਕੌਣ ਰੋਕੂ। ਹੁਣ ਜਿੰਨੇ ਚਿਰ ਤੁਸੀਂ ਇਸ ਲੈਵਲ ਦੇ ਉੱਤੇ ਨਹੀਂ ਆਉਂਦੇ, ਉਹਨਾਂ ਚਿਰ ਤੁਸੀਂ ਉਹਦੇ ਨਾਲ ਨਹੀਂ ਜਾ ਪਾਉਂਦੇ, ਹਨਾ। ਡਿਸਕਸ ਕੀਤਾ ਤੇ ਉਹਨੇ ਉਹਨੂੰ ਕਿਹਾ ਕਿ ਅਸੀਂ ਆਪਣੀ ਘੱਟ ਨਿਸ਼ਠਾ ਦੇ ਕਾਰਨ, ਜਿਵੇਂ ਤੁਹਾਨੂੰ ਕਹਿਣਾ ਹਾਂ ਕਿ ਇੱਕ ਰਾਈ ਦੇ ਦਾਣੇ ਦੇ ਸਮਾਨ ਵੀ ਤੁਹਾਡੀ ਨਿਸ਼ਚਾ ਹੋਵੇ, ਤਾਂ ਤੁਸੀਂ ਪਹਾੜ ਨੂੰ ਕਹੋਗੇ ਕਿ ਇੱਧਰੋਂ ਫਟ ਕੇ ਉਧਰ ਚਲੇ ਜਾ, ਤਾਂ ਉਹ ਚਲਿਆ ਜਾਊਗਾ, ਤੁਹਾਨੂੰ ਕੋਈ ਕੰਮ ਹੋਣਾ ਨਹੀਂ ਹੋਵੇਗਾ। ਜਦੋਂ ਗਲੀਲ ਵਿੱਚ ਇਕੱਠੇ ਦਿੱਤੇ ਯਿਸੂ ਨੇ ਉਹਨਾਂ ਕਿਹਾ, ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ ਤੇ ਉਹਨੂੰ ਮਾਰ ਸੁੱਟਣਗੇ ਤੇ 3 ਦਿਨ ਜੀ ਉੱਠੂਗਾ। ਤਾਂ ਉਹ ਬਹੁਤ ਉਦਾਸ ਹੋਏ। ਉਦੋਂ ਕਬਰਨਾਹੂਮ ਵਿੱਚ ਆਏ ਤੇ ਅਠਾਨੀ ਗਰਾਉਣ ਵਾਲੇ ਨੇ ਪਤਰਸ ਦੇ ਕੋਲ ਆ ਕੇ ਕਿਹਾ, ਕੀ ਤੁਹਾਡਾ ਗੁਰੂ ਅਠਾਨੀ ਨਹੀਂ ਦਿੰਦਾ? ਤੇ ਉਹਨੇ ਕਿਹਾ ਹਾਂ ਦਿੰਦਾ ਹੈ। ਉਹ ਘਰ ਵਿੱਚ ਜਾ ਤੇ ਯਿਸੂ ਨੇ ਉਹਨੂੰ ਕਿਹਾ, ਸ਼ਮੂਨ ਪਤਰਸ ਤੂੰ ਕੀ ਸਮਝਦਾ ਜੋ ਧਰਤੀ ਦੇ ਰਾਜੇ ਕਿਹਨਾਂ ਤੋਂ ਕਰਜ਼ਾ ਵਸੂਲ ਲੈਂਦੇ ਹਨ, ਆਪਣੇ ਪੁੱਤਾਂ ਤੋਂ ਜਾਂ ਪਰਾਇਆ ਤੋਂ? ਜੀ ਪਰਾਇਆ ਤੋਂ। ਯਿਸੂ ਨੇ ਕਿਹਾ ਤੇ ਫਿਰ ਪੁੱਤ ਤਾਂ ਮਾਫ ਹੋਇਆ। ਕਹਿੰਦਾ ਜੀ, ਇਸ ਲਈ ਜੇ ਅਸੀਂ ਉਹਨੂੰ ਠੋਕਰ ਨਾ ਖਵਾਈ, ਤੂੰ ਝੀਲ ਵਿੱਚ ਜਾ ਕੇ ਕੁੰਡੀ ਸੁੱਟ ਤੇ ਮੱਛੀ ਜਿਹੜੀ ਪਹਿਲਾਂ ਨਿਕਲੀ ਉਹਨੂੰ ਚੁੱਕੀ ਤੇ ਉਹਦੇ ਮੂੰਹ ਵਿੱਚੋਂ 1 ਰੁਪਈਆ ਤੈਨੂੰ ਮਿਲੂਗਾ, ਤੇ ਉਹਨੂੰ ਲੈ ਕੇ ਆਪਣੇ ਤੇ ਮੇਰੇ ਬਦਲੇ ਉਹਨੂੰ ਦੇ ਦੇ। ਇੱਥੇ ਖੁਦਾ ਯਿਸੂ ਮਸੀਹ ਨੇ ਨਾ ਮਤਲਬ ਫਿਰ ਦੁਬਾਰਾ ਕਿਹਾ ਹੈ ਕਿ ਪੁੱਤ ਆ ਮੈਂ, ਪਹਿਲਾਂ ਵੀ ਕਿਹਾ ਕਿ ਬੇਟਾ ਮੇਰਾ ਪਿਆਰਾ ਪੁੱਤਰ ਆ, ਤੁਸੀਂ ਮਤਲਬ ਇਹਦੀ ਸੁਣੋ, ਤੁਸੀਂ ਮੈਂ ਤੋਂ ਪ੍ਰਸੰਨ ਆ। ਮਤਲਬ ਬਾਰ-ਬਾਰ ਸਾਨੂੰ ਜ਼ਿਕਰ ਇੱਥੇ ਜਿਹੜਾ ਖੁਦਾ ਯਿਸੂ ਮਸੀਹ ਦੇ ਪੁੱਤਰ ਹੋਣ ਦਾ ਮਤਲਬ ਮਿਲ ਰਿਹਾ ਹੈ, ਪਿਤਾ ਪੁੱਤਰ ਪਵਿੱਤਰ ਆਤਮਾ। ਅਸੀਂ ਇਹਦੇ ਵਿੱਚ ਬਾਰ-ਬਾਰ ਦੇਖਿਆ ਉਹਦਾ ਜ਼ਿਕਰ ਨਾ। ਪਰ ਇਹਦੇ ਬਾਵਜੂਦ ਕਿਹੜੀਆਂ ਏਦਾਂ ਦੀਆਂ ਗੱਲਾਂ ਹੈ ਜਿਹੜੀਆਂ ਲੋਕਾਂ ਨੂੰ ਉਹਦੇ ਨਾਲ ਜੁੜਨ ਨਹੀਂ ਦਿੰਦੀਆਂ, ਹਨਾ। ਕਈ ਵਾਰੀ ਅਸੀਂ ਲੋਕਾਂ ਨੂੰ ਨਾ ਆਪਣੇ ਤੋਂ ਜ਼ਿਆਦਾ ਅਹਿਮੀਅਤ ਦੇ ਦਿੰਦੇ, ਇੰਪ੍ਰੈਸ ਕਰਨ ਦੇ ਚੱਕਰ ਵਿੱਚ ਅਸੀਂ ਜਿਹੜੀ ਸਾਡਾ ਉਹਦੇ ਨਾਲ ਰਿਸ਼ਤਾ ਹੈ ਨਾ, ਉਹਨੂੰ ਅਸੀਂ ਨਹੀਂ ਇੰਪ੍ਰੈਸ ਕਰ ਪਾਉਂਦੇ, ਉਹਦੇ ਵਿੱਚੋਂ ਅਸੀਂ ਬਾਹਰ ਨਿਕਲ ਆਉਂਦੇ, ਜਿਹੜੀ ਕਿ ਸਾਡੀ ਜ਼ਰੂਰਤ ਉਹ ਹੁੰਦੀ ਕਿ ਅਸੀਂ ਉਹਦੇ ਵਿੱਚ ਆਪਣੇ ਆਪ ਨੂੰ ਰੱਖ ਸਕੀਏ ਤੇ ਉੱਥੋਂ ਅਸੀਂ ਮਤਲਬ ਉਹਦੇ ਨਾਲ ਜੁੜ ਸਕੀਏ, ਹਨਾ। ਅਸੀਂ ਕੁਛ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਆਈਆਂ, ਅਸੀਂ ਕੱਲ ਡਿਸਕਸ ਕਰ ਰਹੇ ਸੀਗੇ ਕਿ ਅਸੀਂ 3 ਵਜੇ ਨੂੰ ਸੁਣਦੇ ਹਾਂ। ਫਿਰ ਅਸੀਂ ਬੀਜ ਵੀ ਦੇਖਿਆ ਸੀਗਾ ਕਿ ਜਿਹੜਾ ਬੀਜ ਹੈਗਾ ਡਰ ਦਾ ਬੀਜ, ਜਦੋਂ ਅਸੀਂ ਲੋਕੀ ਬੀਜਦੇ ਆ ਆਪਣੇ ਬੱਚਿਆਂ ਦੇ ਦਿਲਾਂ ਦੇ ਵਿੱਚ, ਮਤਲਬ ਜਾਂ ਫਿਰ ਆਪਣੇ ਘਰ ਵਾਲਿਆਂ ਦੇ ਜਾਂ ਘਰ ਵਾਲੀਆਂ ਦੇ ਦਿਲਾਂ ਦੇ ਜਾਂ ਫਿਰ ਸੱਸਾਂ ਸਹੁਰਿਆਂ ਦੇ ਦਿਲਾਂ 'ਚ, ਉਹ ਕਿੱਦਾਂ ਦੀ ਫਸਲ ਜਿਹੜੀ ਕੱਟਦਾ ਹੈ। ਮੁਕਤੀ ਦਾ ਬੀਜ ਦੀ ਅਸੀਂ ਗੱਲ ਕੀਤੀ ਸੀ। ਮੁਕਤੀ ਦਾ ਬੀਜ ਜਿਹੜਾ ਉਹ ਖੁਦਾ ਦੀ ਬਾਦਸ਼ਾਹੀ ਨੂੰ ਹੀ ਜਨਮ ਦਿੰਦਾ ਹੈ, ਹਨਾ। ਐਂਡ ਮੁਕਤੀ ਦਾ ਬੀਜ ਖੁਦਾ ਯਿਸੂ ਮਸੀਹ ਤੋਂ ਮਿਲਦਾ, ਕਿਉਂਕਿ ਖੁਦਾ ਯਿਸੂ ਮਸੀਹ ਨੇ ਕਿਹਾ ਆ ਕਿ ਮੈਂ ਦਰਵਾਜ਼ਾ ਆ ਭਾਈ, ਹਨਾ। ਦੇਖੋ ਹੁਣ ਇੱਕ ਤਾਂ ਹੋਇਆ ਕਿ ਇੱਕ ਦਰਵਾਜ਼ੇ ਦੀ ਤੁਸੀਂ ਸ਼ਕਲ ਦੇਖ ਲਓ ਕਿ ਇੱਕ ਤਾਂ ਜੇ ਤੁਸੀਂ ਕਿਤੇ ਦਰਵਾਜ਼ੇ, ਹਰ ਘਰ ਦੇ ਇੱਕ ਦਰਵਾਜ਼ਾ ਲੱਗਿਆ ਹੋਇਆ ਦੇਖ ਲਓ, ਹਨਾ। ਉਹ ਕੀ ਹੈ? ਉਹ ਹੈਗਾ ਇਹ ਡੋਰ, ਇੱਕ ਦਰਵਾਜ਼ਾ। ਤੇ ਹੁਣ ਖੁਦਾ ਯਿਸੂ ਮਸੀਹ ਨੇ ਆਪਣੇ ਆਪ ਨੂੰ ਦ ਡੋਰ ਕਿਹਾ ਆ ਕਿ
ਹੁਣ ਤੁਸੀਂ ਫਰਕ ਦੇਖਣਾ ਆ कि मैं एक दरवाजा है या फिर द डोर के एक खास दरवाजा उससे फर्क किया एक्चुअली ਜਿਹੜੀ ਫਰਕ ਇਹਦੇ ਵਿੱਚ ਉਹ ਇਹ ਹੈਗਾ ਆ ਕਿ ਦੂਰੋਂ ਨਜ਼ਰ ਆਉਂਦਾ ਹੋਇਆ ਦਰਵਾਜ਼ਾ ਤੇ ਹੈਗਾ ਜਿਹੜਾ ਹਰ ਘਰ ਦੇ ਬਾਹਰ ਇੱਕ ਦਰਵਾਜ਼ਾ ਲੱਗਿਆ ਜਿਹੜਾ ਹੈਗਾ ਦ ਡੋਰ ਉਹ ਹੈਗਾ ਜਿਹੜਾ ਕ੍ਰੋਸ ਦੇ ਉੱਤੇ ਚੜਿਆ ਖੁਦਾਵੰ ਯਿਸੂ ਮਸੀਹ ਆਪਣਾ ਕ੍ਰੋਸ ਚੁੱਕ ਕੇ ਜੋ ਤੁਸੀਂ ਫੜਦੇ ਆ ਤੁਰਦੇ ਆ ਤੇ ਤੁਸੀਂ ਉਹ ਦਰਵਾਜ਼ਾ ਖੋਦਿਆ ਖੁਦਾਵੰ ਯਿਸੂ ਮਸੀਹ ਜਿਹਦੇ ਵਿੱਚੋਂ ਤੁਸੀਂ ਲੰਘਦੇ ਆ ਤੁਸੀਂ ਉਹਦੇ ਵਿੱਚੋਂ ਲੰਘਦੇ ਆ ਉਹ ਇੱਕ ਦਰਵਾਜ਼ਾ ਆ ਜਿਹਦੇ ਵਿੱਚੋਂ ਤੁਸੀਂ ਲੰਘਦੇ ਆ ਜਿੰਨਾ ਚਿਰ ਤੁਸੀਂ ਉਸ ਦਰਵਾਜ਼ੇ ਚੋਂ ਲੰਘਦੇ ਨਹੀਂ ਉਹਨਾਂ ਚਿਰ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਨਹੀਂ ਪਾ ਸਕਦੇ ਨਹੀਂ ਜੋੜ ਸਕਦੇ ਤੁਸੀਂ ਕਈ ਵਾਰੀ ਤੁਹਾਨੂੰ ਨਦੀ ਦੇ ਕਿਨਾਰੇ ਆ ਕੇ ਬੈਠ ਕੇ ਤੁਸੀਂ ਪਾਣੀ ਦੇ ਵਿੱਚੋਂ ਪਾਣੀ ਵਾਲਾ ਆਨੰਦ ਨਹੀਂ ਲੈ ਸਕਦੇ ਜਿੰਨਾ ਚਿਰ ਤੁਸੀਂ ਉਹਦੇ ਵਿੱਚੋਂ ਖੋਜੇ ਹਬਸ਼ੀ ਵਾਲੀ ਗੱਲ ਨਹੀਂ ਕਰਦੇ ਤੁਸੀਂ ਮਤਲਬ ਤੁਸੀਂ ਬਾਹਰ ਦੇਖ ਸਕਦੇ ਕਿ ਪਾਣੀ 'ਚ ਹੱਥ ਪਾ ਲਓਗੇ ਪੈਰ ਪਾ ਲਓਗੇ ਮਾੜੇ ਜਿਹੇ ਤਾਂ ਮੂੰਹ ਤੇ ਲਾ ਲਓਗੇ ਜੇ ਤੁਸੀਂ ਉਹਦੇ ਵਿੱਚ ਵੜੇ ਨਹੀਂ ਨਾ ਤੁਹਾਨੂੰ ਇਹ ਨਹੀਂ ਪਤਾ ਕਿ ਪਾਣੀ ਐਕਚੁਅਲੀ ਕਿਸ ਤਰ੍ਹਾਂ ਨਾਲ ਤੁਸੀਂ ਪਾਣੀ ਦੇ ਵਿੱਚ ਨਹੀਂ ਵੜੇ ਤਾਂ ਤੁਹਾਨੂੰ ਪਾਣੀ ਦਾ ਕੁਝ ਨਹੀਂ ਪਤਾ ਹਨਾ ਸੋ ਇਸ ਤਰ੍ਹਾਂ ਜਿਹੜੇ ਤੁਸੀਂ ਉਹ ਦਰਵਾਜ਼ਾ ਜਿਹੜਾ ਤੁਹਾਨੂੰ ਨਜ਼ਰ ਜ਼ਰੂਰ ਆਉਂਦਾ ਹਰ ਕਿਸੇ ਨੂੰ ਘਰ ਦੇ ਬਾਹਰ ਪਰ ਜਿਹੜੇ ਦਰਵਾਜ਼ਾ ਤੁਸੀਂ ਜਿਹਨੇ ਗੱਲ ਕੀਤੀ ਉਹ ਖੁਦ ਇੱਕ ਦਰਵਾਜ਼ਾ ਜਿਹਦੇ ਵਿੱਚੋਂ ਉਹਨੇ ਤੁਹਾਨੂੰ ਕਿਹਾ ਕਿ ਮੈਂ ਦਰਵਾਜ਼ਾ ਹੈ ਮੇਰੇ ਵਿੱਚੋਂ ਲੰਘੇਗਾ ਤਾਂ ਹੀ ਮੈਂ ਤੁਹਾਨੂੰ ਪਾ ਸਕਣਾ ਇਹਦਾ ਜਿਹੜਾ ਜ਼ਿਕਰ ਹੈ ਪੁਰਾਣੀਆਂ ਕੌਮਾਂ 'ਚ ਵੀ ਹੈਗਾ ਆ ਕਿਉਂਕਿ ਇਹਦੇ ਬਾਰੇ ਦੇ ਵਿੱਚ ਕਿਸੇ ਹੋਰ ਨੇ ਨਹੀਂ ਕਿਹਾ ਹੈਗਾ ਕਿ ਮੈਂ ਮਤਲਬ ਮੈਂ ਦਰਵਾਜ਼ਾ ਆ ਕਿਸੇ ਨੇ ਨਹੀਂ ਕਿਹਾ ਮਤਲਬ ਤੁਸੀਂ ਗੀਤਾ ਨੂੰ ਪੜ੍ਹ ਕੇ ਦੇਖ ਲਓ ਤੁਸੀਂ ਰਾਮਾਇਣ ਨੂੰ ਪੜ੍ਹ ਕੇ ਦੇਖ ਲਓ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਦੇਖ ਲਓ ਉਹਦੇ ਵਿੱਚ ਕਿਸੇ ਨੇ ਨਹੀਂ ਕਿਹਾ ਕਿ ਮੈਂ ਦਰਵਾਜ਼ਾ ਹਾਂ ਹਾਂ ਆਹ ਗੱਲ ਜ਼ਰੂਰ ਹੈ ਕਿ ਸ਼ਬਦ ਤੋਂ ਪਹਿਲਾਂ ਸ਼ਬਦ ਦੀ ਗੱਲ ਹੋਈ ਆ ਕਿ ਇਹ ਕਿਹਾ ਗਿਆ ਹੈ ਕਿ ਤੁਸੀਂ ਇਸ ਸ਼ਬਦ ਨੂੰ ਸ਼ਬਦੋ ਧਰਤੀ ਸ਼ਬਦ ਆਕਾਸ਼ ਸ਼ਬਦ ਵਿੱਚ ਸਾਰਾ ਆਕਾਸ਼ ਉਸ ਸ਼ਬਦ ਦੀ ਗੱਲ ਜ਼ਰੂਰ ਹੋਈ ਆ ਜਿਹਨੇ ਅਖੀਰ ਖੁਦਾਵੰ ਯਿਸੂ ਨੇ ਕਿਹਾ ਕਿ ਮੈਂ ਇੱਕ ਸ਼ਬਦ ਆ ਮਤਲਬ ਸਾਨੂੰ ਜਿੱਥੋਂ ਅਸੀਂ ਆਏ ਆ ਸਾਨੂੰ ਇਹ ਦੱਸਦਾ ਹੈ ਕਿ ਸ਼ਬਦ ਦੇ ਵਿੱਚੋਂ ਸਾਰਾ ਕੁਝ ਤੂੰ ਪਾ ਲੈਣਾ ਜਾਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮੇ ਲੈ ਸਾਨੂੰ ਇਹ ਕਿਹਾ ਗਿਆ ਹੈ ਕਿ ਜੇ ਤੇਰਾ ਦਿਲ ਸਾਫ਼ ਆ ਤੂੰ ਸ਼ਬਦ ਦੇ ਵਿੱਚੋਂ ਰੱਬ ਨੂੰ ਲੱਭ ਲਏਗਾ ਜਾਂ ਲੱਭ ਲਏਗੀ ਉਸ ਸ਼ਬਦ ਨੂੰ ਜਿਹਨੇ ਫਿਰ ਜਿਹੜਾ ਉਸ ਜਗ੍ਹਾ ਤੇ ਪਹੁੰਚ ਜਾਂਦਾ ਉਹਨੂੰ ਅੱਗੇ ਫਿਰ ਦਰਵਾਜ਼ਾ ਮਿਲਦਾ ਖੁਦਾਵੰ ਯਿਸੂ ਮਸੀਹ ਦੇ ਵਿੱਚ ਜਿਹਨੇ ਲੰਘਣਾ ਉਹ ਫਿਰ ਉਹ ਦਰਵਾਜ਼ਾ ਨੂੰ ਮਿਲ ਜਾਂਦਾ ਤਾਂ ਯਿਸੂ ਮਸੀਹ ਆਪੇ ਆ ਕੇ ਉਹਨੂੰ ਫਿਰ ਉਹਨੂੰ ਉਸ ਦਰਵਾਜ਼ੇ ਵਿੱਚੋਂ ਅੰਦਰ ਆਪਣੇ ਉਹਨੂੰ ਰਿਸੀਵ ਕਰਨ ਲਈ ਆਉਂਦਾ ਆ ਹਨਾ ਮੇਰੀ ਨਜ਼ਮ ਦਾ ਇੱਥੇ ਮੈਨੂੰ ਇੱਕ ਚੀਜ਼ ਚੇਤਾ ਆਉਂਦਾ ਜਿਹਨਾਂ ਦਿਨਾਂ 'ਚ ਮੈਂ ਉਸ ਦਰਵਾਜ਼ੇ 'ਚੋਂ ਲੰਘਣਾ ਸੀ ਉਹ ਸੀਗਾ ਕਿੰਦਰ ਦੀ ਮੰਜ਼ਿਲਾਂ ਤੇ ਪੁੱਜਣ ਸ਼ਰਾਰਤਾਂ ਕਿ ਕਿੰਦਰ ਸ਼ਰਾਰਤਾਂ ਦੀ ਮੰਜ਼ਿਲਾਂ ਤੇ ਪੁੱਜਦੀਆਂ ਤੇ ਜਿਹੜੀਆਂ ਮੰਜ਼ਿਲ ਦੇ ਉੱਤੇ ਕੀ ਪਹੁੰਚਦਾ ਆ ਤੁਹਾਡਾ ਉਹਦੇ ਵਿੱਚ ਵਿਸ਼ਵਾਸ ਉਹਦੇ ਵਿੱਚ ਜਿਹੜਾ ਤੁਹਾਡਾ ਧਰਵਾਸ ਤੇ ਉਹਦੇ ਵਿੱਚ ਲੰਘਣ ਦੀ ਜਿਹੜੀ ਆ ਤੁਹਾਡੀ ਆਪਣੀ ਜ਼ਿੰਦਗੀ ਦਾ ਜਿਹੜਾ ਤੁਹਾਡਾ ਮਕਸਦ ਫੋਕਸ ਜਿਹਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਨੇ ਪਰਸੂਏਸ਼ਨ ਜਦੋਂ ਤੁਸੀਂ ਲਗਾਤਾਰ ਕਿਸੇ ਚੀਜ਼ ਉੱਤੇ ਫੋਕਸ ਕਰੀ ਜਾਂਦੇ ਉਹ ਉਹਦੇ ਚੋਂ ਤੁਹਾਨੂੰ ਬਾਹਰ ਲੰਘਦੀ ਆ ਨਾ ਅਸੀਂ ਇੱਥੇ ਅੱਜ ਮੈਂ ਤੁਹਾਡੇ ਨਾਲ ਕੁਛ ਏਦਾਂ ਦੀ ਚੀਜ਼ ਗੱਲ ਵੀ ਕਰਨੀ ਆ ਜਿਹੜੀ ਕਿ ਆਮ ਲੋਕਾਂ ਨੂੰ ਠੋਕਰ ਦਾ ਬਾਇਸ ਬਣਾ ਦਿੰਦੀ ਹੈ ਜਿਹੜੀ ਕਿ ਠੋਕਰ ਹੋਣਾ ਨਹੀਂ ਚਾਹੀਦਾ ਤੁਸੀਂ ਸਾਰੇ ਮਤਲਬ ਜਦੋਂ ਦੂਜੇ ਗੀਤ ਸੁਣਦੇ ਹੋ ਤੁਸੀਂ ਸੋਚਦੇ ਗਾਣੇ ਜਿਹੜੇ ਸੁਣਦੇ ਤੁਹਾਡਾ ਦਿਮਾਗ ਕਈ ਵਾਰੀ ਹੋਰ ਉਲਟੇ ਸਿੱਧੇ ਪਾਸੇ ਚਲੇ ਜਾਂਦਾ ਅੱਜ ਤੁਸੀਂ ਨਾ ਮੇਰੇ ਨਾਲ ਮਤਲਬ ਜਿਹੜਾ ਸ੍ਰੇਸ਼ਟ ਗੀਤ ਹੈ ਨਾ ਜਿਹਨੂੰ ਆਪਾਂ ਮੇਰੇ ਵਾਲੀ ਮਤਲਬ ਪੰਜਾਬੀ ਗੁਰਮੁਖੀ ਦੇ ਵਿੱਚ ਇਹਨੂੰ ਸ੍ਰੇਸ਼ਟ ਗੀਤ ਕਿਹਾ ਜਾਂਦਾ ਤੇ ਇੰਗਲਿਸ਼ 'ਚ ਇਹਨੂੰ ਕਿਹਾ ਜਾਂਦਾ ਸੌਂਗਸ ਆਫ ਸੋਲੋਮਨ ਹਨਾ ਤੇ ਤੁਹਾਡੇ ਕੋਲੇ ਸ਼ਾਇਦ ਇਹਦੀ ਗਜ਼ਲ ਗਜ਼ਲਾਤ ਕਿਹਾ ਜਾਂਦਾ ਮੈਨੂੰ ਲੱਗਦਾ ਹਾਂ ਕਿਉਂਕਿ ਮੈਂ ਜਦੋਂ ਪੜ੍ਹ ਰਹੀ ਸੀ ਉੱਥੇ ਉਹਨੂੰ ਗਜ਼ਲ ਗਜ਼ਲਾਤ ਕਿਹਾ ਜਾਂਦਾ ਮੈਂ ਤੁਹਾਨੂੰ ਇੱਕ ਚੀਜ਼ ਸਾਂਝੀ ਕਰਨੀ ਆ ਉਹਦੇ ਵਿੱਚੋਂ ਫਿਰ ਆਪਾਂ ਦਿਲ ਦੀ ਗੱਲ ਕਰਨੀ ਕਿਉਂਕਿ ਦਿਲ ਦੇ ਉੱਤੇ ਕੀ ਹੈਗਾ ਇਹਦੇ ਤੁਸੀਂ 5ਵੇਂ ਚੈਪਟਰ ਦੀ 8ਵੀਂ ਆਇਤ ਨੂੰ ਜਰਾ ਦੇਖੋ ਗਜ਼ਲ ਗਜ਼ਲਾਤ ਦੀ 5ਵੇਂ ਚੈਪਟਰ ਦੀ 8ਵੀਂ ਆਇਤ ਨੂੰ ਤੁਸੀਂ ਦੇਖਣਾ ਇਹਦੇ ਵਿੱਚ ਗੱਲ ਹੋਈ ਆ ਕਿ ਉਹ ਬੰਨਰੇ ਦੀ ਉਸਤਤ ਹੋ ਰਹੀ ਹੈ ਬੰਨਰਾ ਕੌਣ ਆ ਜਿਹਨੂੰ ਆਪਾਂ ਕਹਿੰਦੇ ਆ ਲਾੜਾ ਕੌਣ ਹੈ ਖੁਦਾਵੰ ਯਿਸੂ ਮਸੀਹ ਦੀ ਬ੍ਰਾਈਡ ਉਹਨੇ ਕਿਹਾ ਨਾ ਜਦੋਂ ਚੰਦਰ ਲਾੜਾ ਜਿਹੜਾ ਉਹ ਨਾਲ ਆ ਤੇ ਫਿਰ ਉਹਨਾਂ ਚਿਰ ਕੋਈ ਰੋਜ਼ਾ ਵਰਤ ਨਹੀਂ ਰੱਖ ਸਕਦਾ ਕਿਉਂਕਿ ਉੱਥੇ ਮਾਹੌਲ ਖਾਣ ਪੀਣ ਦਾ ਤੇ ਹਾਸੇ ਮਾਹੌਲ ਦਾ ਨਾ ਇੱਥੇ ਉਸ ਬੰਨਰੇ ਦੀ ਉਸਤਤ ਹੋ ਰਹੀ ਆ ਹਨਾ ਇਹਦੇ ਵਿੱਚ ਤੇ ਇਹਦੇ 8ਵੇਂ ਤੇ ਜਿਹੜਾ ਇਹਦੀ 8ਵੀਂ ਲਾਈਨ ਆ ਇਹਦੀ 8ਵਾਂ ਆਇਤ ਹੈਗੀ ਆ 5ਵੇਂ ਚੈਪਟਰ ਦੀ ਗਜ਼ਲੋ ਗਜ਼ਲਾਤ ਇਹਨੂੰ ਆਪਾਂ ਸ੍ਰੇਸ਼ਟ ਗੀਤ ਕਹਿੰਦੇ ਆ ਤੇ ਫਿਰ ਸੌਂਗਸ ਆਫ ਸੋਲੋਮਨ ਵੀ ਕਹਿੰਦੇ ਨੇ ਉਹ ਕਹਿੰਦੀ ਹੈ ਆ ਕੁੜੀ ਕਹਿੰਦੀ ਮਤਲਬ ਇਹਦੇ ਚ ਗੱਲ ਜਿਹੜੀ ਆ ਉਹ ਕੁੜੀ ਦੇ ਮਨ ਦੀ ਕਿਉਂਕਿ ਅਸੀਂ ਹੈਗੇ ਆ ਯਿਸੂ ਦੀ ਦੁਲਹਨ
ਤੇ ਅਸੀਂ ਮਤਲਬ ਉਹਦੇ ਮਨ ਦੀ ਗੱਲ ਹੀ ਕੀਤੀ ਆ। ਕਿੰਗ ਸੋਲੇਮਨ ਨੇ ਇੱਥੇ ਸ੍ਰੇਸ਼ਟ ਗੀਤ ਗਜ਼ਲ ਗੁਲਜ਼ਾਰ ਦੇ ਵਿੱਚ, ਤੇ ਹੇ ਯਰੂਸ਼ਲਮ ਦੀ ਧੀਓ ਮੈਂ ਤੁਹਾਨੂੰ ਸੁਗੰਧ ਦਿੰਨੀ ਆ, ਜੇ ਮੇਰਾ ਬਾਲਮ ਤੁਹਾਨੂੰ ਮਿਲ ਜਾਵੇ ਕੀ ਤੁਸੀਂ ਉਹਨੂੰ ਦੱਸੋਗੀਆਂ ਕਿ ਮੈਂ ਪ੍ਰੀਤ ਦੀ ਰੋਗਣ ਆ। ਵਾਓ। ਅਸੀਂ ਫਿਰ ਮੈਂ ਪੜ੍ਹਦੀ ਹਾਂ, ਹੇ ਯਰੂਸ਼ਲਮ ਦੀ ਧੀਓ ਮੈਂ ਤੁਹਾਨੂੰ ਸੁਗੰਧ ਦਿੰਨੀ ਆ, ਭਾਵ ਮੈਂ ਤੁਹਾਨੂੰ ਕਸਮ ਦਿੰਨੀ ਆ, ਜੇ ਮੇਰਾ ਬਾਲਮ ਤੁਹਾਨੂੰ ਮਿਲ ਜਾਵੇ ਕੀ ਤੁਸੀਂ ਉਹਨੂੰ ਦੱਸੋਗੇ ਕਿ ਮੈਂ ਪ੍ਰੀਤ ਦੀ ਰੋਗਣ ਆ। ਇੱਥੇ ਉਹਨੇ ਮਤਲਬ ਇੱਕ ਮਤਲਬ ਨਾਰੀ ਮਨ ਦੇ ਵਿੱਚੋਂ ਆਪਣੇ ਦੁਲਹੇ ਦੇ ਲਈ ਆ ਚੀਜ਼ ਕਹੀ ਆ, ਪਰ ਐਕਚੁਅਲੀ ਇਹ ਗੱਲ ਜਿਹੜੀ ਆ ਇਹ ਸਾਰੀ ਹਯਾਤੀ ਦੀ ਗੱਲ ਆ ਕਿ ਸੰਸਾਰ ਕਲੀਸਿਆ ਦੀ ਗੱਲ ਆ, ਉਹ ਦੁਲਹੇ ਦੀ ਗੱਲ ਹੋ ਰਹੀ ਹੈ ਨਾ, ਕਿ ਜਿੰਨਾ ਚਿਰ ਸਾਡੇ ਮਨ ਚ ਆ ਜਿਹੜੀ ਆ ਚਾਹ ਆਹ ਉਹਦੇ ਲਈ ਮਤਲਬ ਪਿਆਰ ਨਹੀਂ ਉਤਪਨ ਹੁੰਦਾ, ਉਹਨਾਂ ਚਿਰ ਅਸੀਂ ਉਹਨੂੰ ਉਹਦੇ ਮਨ ਨੂੰ ਆ ਨਹੀਂ ਸਕਦੇ ਹਨਾ। ਉਹ ਦੱਸਣਾ ਪੈਂਦਾ ਆ, ਉਹਦਾ ਇਜ਼ਹਾਰ ਕਰਕੇ, ਜਿੱਦਾਂ ਇੱਥੇ ਉਹਨੇ ਦੱਸਿਆ ਕਿ ਤੁਸੀਂ ਉਹਨੂੰ ਦੱਸੋਗੇ ਜਦੋਂ ਆਪਣੇ ਦੁਨਿਆਵੀ ਤਰੀਕੇ ਨਾਲ ਦੇਖੋ, ਤੇ ਜੇ ਏਦਾਂ ਲੱਗਦਾ ਕਿ ਇੱਕ ਸਹੇਲੀ ਆਪਣੇ ਮਤਲਬ ਇੱਕ ਕੁੜੀ ਆਪਣੀ ਸਹੇਲੀਆਂ ਨੂੰ ਕਹਿ ਰਹੀ ਆ ਕਿ ਜਿਹੜਾ ਮੇਰਾ ਮਤਲਬ ਹੈਗਾ ਆ ਮਤਲਬ ਮੇਰਾ ਜਿਹੜਾ ਲਵਰ ਆ, ਮੇਰਾ ਜਿਹੜਾ ਹਸਬੈਂਡ ਟੂ ਬੀ ਆ, ਜਾਂ ਜਿਹੜਾ ਈਵਨ ਹਸਬੈਂਡ ਆ, ਤੁਸੀਂ ਉਹਨੂੰ ਦੱਸੋਗੇ ਕਿ ਮੈਂ ਉਹਦੀ ਪ੍ਰੀਤ ਦੀ ਰੋਗਣ, ਮੈਂ ਲਵ ਸਿਕ, ਇੰਗਲਿਸ਼ ਨੂੰ ਕਹੋਗੇ ਲਵ ਸਿਕ ਹਨਾ। ਤੇ ਤੁਸੀਂ ਇਹਨੂੰ ਦੂਸਰੀ ਦੁਨੀਆ 'ਚ ਦੇਖ ਲਓ, ਤੇ ਦੁਨੀਆ ਦੇ ਲੋਕੀ ਕਹਿ ਦਿੰਦੇ ਆ ਕਿ ਜੀ ਹਨਾ, ਮੈਨੂੰ ਯਾਦ ਆ ਸੀ ਕਾਫੀ ਆ ਸੁਣਦੇ ਹੁੰਦੇ ਸੀ ਇੱਥੇ ਬਹੁਤ ਪਹਿਲੇ ਦਿਨਾਂ ਦੇ ਵਿੱਚ, ਮਤਲਬ ਇਹ ਹੈਗਾ ਸੀਗਾ, ਉਹਨੂੰ ਆਖੀ ਸੂ ਮੇਰਾ ਨਾਂ ਲੈ ਕੇ, ਕਦੋਂ ਮੋੜੇਗਾ ਮੁਹਾਰਾ ਕਦੋਂ ਆਵੇਂਗਾ। ਦੇਖੋ ਸੇਮ ਚੀਜ਼ ਇਸ ਤਰ੍ਹਾਂ ਗਾਈ ਹੋਈ ਆ, ਉਹਨੂੰ ਆਖੀ ਸੂ ਮੇਰਾ ਨਾਂ ਲੈ ਕੇ, ਕਦੋਂ ਮੋੜੇਗਾ ਮੁਹਾਰਾ ਕਦੋਂ ਆਵੇਂਗਾ। ਇੱਥੇ ਇਹਨੇ ਕਿਹਾ ਹੈ, ਹੇ ਯਰੂਸ਼ਲਮ ਦੀ ਧੀਓ ਮੈਂ ਤੁਹਾਨੂੰ ਸਹੁੰ ਦਿੰਨੀ ਆ, ਜਦੋਂ ਤੁਸੀਂ ਕਹਿੰਦੇ ਮੈਂ ਸਹੁੰ ਲੱਗੇ ਤੈਨੂੰ ਜੇ ਤੂੰ ਨਾ ਕਰੇ, ਤੁਸੀਂ ਕਈ ਵਾਰ ਦੇਖਿਆ ਨਾ, ਤੁਸੀਂ ਕਿਸੇ ਨੂੰ ਆ ਕੰਮ ਕਰਨ ਲਈ ਕਹਿੰਦੇ ਨੇ, ਕਹਿੰਦੇ ਮੈਂ ਤੁਹਾਨੂੰ ਸਹੁੰ ਦਿੰਨੀ ਆ, ਜੇ ਕਿਤੇ ਤੁਹਾਨੂੰ ਮੇਰਾ ਬਾਲਮ ਮਿਲ ਜਾਵੇ ਤੁਸੀਂ ਉਹਨੂੰ ਦੱਸੋਗੇ ਕਿ ਮੈਂ ਲਵ ਸਿੱਖਿਆ, ਮੈਂ ਉਹਦੀ ਪ੍ਰੀਤੀ ਰੋਕਣਾ। ਚਲੋ ਜੇ ਤੁਸੀਂ ਲਵ ਸਿੱਖ ਨਹੀਂ ਹੁੰਦੇ, ਇੱਥੇ ਸ਼ੈਤਾਨ ਤੁਹਾਡੇ ਦਿਲਾਂ ਨੂੰ ਭਰਮਾਉਂਦਾ ਆ। ਕਿਸ ਤਰ੍ਹਾਂ ਭਰਮਾਉਂਦਾ? ਉਹ ਤੁਹਾਨੂੰ ਕਈ ਚੀਜ਼ਾਂ ਕਹਿ ਕੇ ਆਹ ਫਲਾਨੀ ਚੀਜ਼ ਤਾਂ ਮਾੜੀ ਆ, ਫਲਾਨੀ ਚੀਜ਼ ਤਾਂ ਚੰਗੀ ਆ ਹਨਾ, ਤੇ ਤੁਸੀਂ ਤੁਹਾਨੂੰ ਇੱਥੋਂ ਤੱਕ ਤੁਹਾਨੂੰ ਟਿਊਨਸ ਦੇ ਪੁੱਠੀਆਂ ਸਿੱਧੀਆਂ ਗੱਲਾਂ ਕਹੀ ਜਾਂਦੇ, ਜੇ ਤੁਸੀਂ ਉਸ ਜਿਹੜੀ ਟਿਊਨ ਆ ਉਹਦੇ ਵਿੱਚ ਖੁਦਾ ਦਾ ਕੋਈ ਬਚਨ ਲਿਖ ਦਿਓ ਜਾਂ ਗਾ ਦਿਓ ਹਨਾ। ਇੱਕ ਬੜੀ ਪਿਆਰੀ ਜ਼ਬਰਦਸਤ ਟਿਊਨ ਹੈਗੀ ਸੀਗੀ ਜਿਹਦੇ ਤੇ ਮੈਂ ਲਿਖਿਆ ਸੀ, ਮੈਂ ਯਿਸੂ ਦੀ ਲਾਡਲੀ ਹਾਂ, ਮੈਂ ਯਿਸੂ ਦੀ ਲਾਡਲੀ, ਮੈਂ ਯਿਸੂ ਦੀ ਲਾਡਲੀ। ਹੁਣ ਇਹ ਜਿਹੜੀ ਟਿਊਨ ਆ ਮੇਰੇ ਕੋਲ ਇਹਦੀ ਆਪਣੀ ਟਿਊਨ ਵੀ ਹੈਗੀ, ਜਿਹੜੀ ਹੈਗੀ ਸੀ, ਲਾਡਲੀ ਹਾਂ ਯਿਸੂ ਦੀ ਬਣਾਇਆ ਉਹਨੇ ਲਾਡਲੀ ਨੂੰ, ਚੰਗਾ ਮਾੜਾ ਸਭ ਸਮਝਾਇਆ ਉਹਨੇ ਲਾਡਲੀ ਨੂੰ, ਜੋ ਵੀ ਤੁਸੀਂ ਪੁੱਛਣਾ ਏ ਵਚਨ ਚੋਂ ਦੱਸੂਗੀ, ਲਾਡਲੀ ਯਿਸੂ ਜੀ ਮੈਂ ਹਾਂ ਲਾਡਲੀ ਯਿਸੂ ਦੀ। ਦੇਖੋ ਨਾ ਮੇਰੇ ਕੋ ਹੈ ਆ ਨਹੀਂ ਕਿ ਮੇਰੇ ਕੋ ਟਿਊਨ ਨਹੀਂ, ਪਰ ਅਗਰ ਮੈंने ਉਹਦੇ ਚ ਕਹਿ ਦਿੱਤਾ ਮੈਂ ਯਿਸੂ ਦੀ ਲਾਡਲੀ, ਤੇ ਲੋਕੀ ਜੀ ਕਹਿੰਦੇ ਹਾਏ ਹਾਏ ਇਹਨੇ ਫਿਲਮ ਦੀ ਟਿਊਨ ਨੂੰ ਕਾਪੀ ਕਰ ਲਿਆ, ਮਾਈ ਗੁੱਡਨੈਸ ਇਹ ਤਾਂ ਲੋੜ ਆ ਗਿਆ, ਪਹਾੜ ਆ ਗਿਆ, ਪਤਾ ਨਹੀਂ ਕੀ ਟੁੱਟ ਕੇ ਡਿੱਗ ਪਿਆ। ਪਰ ਉਹਦੇ ਲਫ਼ਜ਼ ਦੇਖੋ, ਉਹ ਕਹਿੰਦੇ ਆ आपकी नजरों ने समझा प्यार के काबिल मुझे। देखो ਹੁਣ ਜਦੋਂ ਤੁਸੀਂ ਇੱਥੇ ਦੇਖੋ, ਅਗਰ ਤੁਸੀਂ ਖੁਦਾ ਪ੍ਰਸਤ ਦਿਲ ਰੱਖਦੇ ਹੋ ਤੇ ਤੁਸੀਂ ਜਦੋਂ ਜਰਮਿਆ ਪੜ੍ਹਦੇ ਹੋ, ਯਸਾਇਆ ਪੜ੍ਹਦੇ ਹੋ, ਉਹਦੇ ਵਿੱਚ ਹੈਗਾ ਕਿ ਤੂੰ ਪਈ ਸੀ ਲਿਬੜੀ ਤਿਬੜੀ, ਉਹਨੇ ਯਰੂਸ਼ਲਮ ਦੀ ਨਗਰੀ ਨੂੰ ਕਿਹਾ ਤੂੰ ਲਿਬੜੀ ਤਿਬੜੀ ਪਈ ਸੀ, ਤੇਰਾ ਕਿਸ ਨੇ ਨਾੜੂ ਵੀ ਨਹੀਂ ਸੀ ਸੰਗਲਮ, ਜਿਹਨੂੰ ਆਪਾਂ ਕਹਿੰਦੇ ਆਫਟਰ ਬਰਥ ਹੈ ਨਾ ਜੇ, ਤੇ ਮੈਂ ਤੈਨੂੰ ਲਿਬੜੀ ਤਿਬੜੀ ਨੂੰ ਖੂਨ ਨਾਲ ਭੇਜੀ ਮੈਨੂੰ ਚੁੱਕ ਲਿਆ, ਮੈਂ ਤੈਨੂੰ ਗਲ ਨਾਲ ਲਾ ਲਿਆ, ਮੈਂ ਤੈਨੂੰ ਸਵਾਰਿਆ, ਮੈਂ ਤੈਨੂੰ ਨਵਾਇਆ, ਮੈਂ ਤੈਨੂੰ ਧੋਇਆ, ਮੈਂ ਤੇਰੇ ਕੱਪੜ ਪਾ ਦਿੱਤਾ, ਮੈਂ ਤੈਨੂੰ ਕੱਜ ਦਿੱਤਾ, ਤੇਰੇ ਨੰਗੇਜ਼ ਨੂੰ ਕੱਜ ਦਿੱਤਾ ਹਨਾ। ਤੂੰ ਮੈਦਾ ਤੇ ਸ਼ਹਿਦ ਖਾ ਕੇ ਜਵਾਨ ਹੋ ਗਈ, ਤੂੰ ਤਕੜੀ ਹੋ ਗਈ, ਤੂੰ ਵੱਡੀ ਹੋ ਗਈ। ਮਤਲਬ ਫਿਰ ਉਹਨਾਂ ਦੀਆਂ ਬਦਕਾਰੀਆਂ ਦੀ ਸਲਾਹ ਦਿੱਤੀ ਕਿ ਦੇਖ ਹੁਣ ਤੂੰ ਕਿੱਦਾਂ ਦੀਆਂ ਗਲਤ ਗੱਲਾਂ ਕਰ ਰਹੀ ਆ, ਤੂੰ ਦੂਸਰੇ ਜਿਹੜੇ ਚੀਜ਼ਾਂ ਨੂੰ ਪੂਜ ਰਹੀ ਆ, ਤੂੰ ਪੱਥਰਾਂ ਨੂੰ ਪੂਜ ਰਹੀ ਆ, ਤੂੰ ਹੱਥਾਂ ਪੈਰਾਂ ਦੇ ਜਿਹੜੇ ਬੁੱਤ ਆ ਉਹਨਾਂ ਨੂੰ ਪੂਜ ਰਹੀ ਆ। ਮਤਲਬ ਗਲਤ ਤਰੀਕੇ ਦੇ ਨਾਲ ਇੱਥੋਂ ਤੇ ਆਪਾਂ ਕਿਸੇ ਵੇਲੇ ਵਿਚਾਰ ਨੂੰ ਡਿਸਕਸ ਕਰ ਰਹੇ, ਲੋਕੀ ਵਿਚਾਰ ਦੇ ਨਾਂ ਤੋਂ ਸੋਚ ਲੈਂਦੇ ਕਿ ਖਰੇ ਇੱਕ ਆਦਮੀ ਦਾ ਦੂਸਰੀ ਔਰਤ ਨਾਲ ਸ਼ਾਦੀ ਤੋਂ
ਪਰ ਇਹਨੂੰ ਵਿਚਾਰ ਤਾਂ ਦਰਅਸਲ ਜਦੋਂ ਅਸੀਂ ਆਪਣੇ ਖੁਦਾ ਨੂੰ ਛੱਡ ਕੇ ਕਿਸੇ ਹੋਰ ਦੇ ਕੋਲ ਵੀ ਜ਼ਿਆਦਾ ਝੁਕਦੇ ਆ ਉਹਨੂੰ ਵਿਚਾਰ ਕਹਿ ਦਿੱਤਾ ਜਾਂਦਾ ਉਹ ਐਕਚੁਅਲੀ ਲਸਟਫੁਲਨੈਸ ਆ ਜਾਂਦਾ ਨਾ ਇੱਥੇ ਤੇ ਹੁਣ ਜਿਹੜੇ ਮੈਂ ਤੁਹਾਨੂੰ ਦੱਸਿਆ ਮਤਲਬ ਉਹਨਾਂ ਚੀਜ਼ਾਂ ਨੂੰ ਸਾਨੂੰ ਕੋਈ ਕਿਹਾ ਗਿਆ ਤੇ ਅਸੀਂ ਉਹਨਾਂ ਲਫ਼ਜ਼ਾਂ ਨੂੰ ਅਸੀਂ ਬੁਰਾ ਮੰਨ ਲੈਂਦੇ ਉਸ ਟਿਊਨ ਨੂੰ ਬੁਰਾ ਮੰਨ ਲੈਂਦੇ ਦਰਅਸਲ ਬੁਰਾ ਜਿਹੜਾ ਆ ਉਹ ਸਾਡੀ ਸੋਚ ਆਪਣੀ ਜਦੋਂ ਅਸੀਂ ਉਹਨੂੰ ਕਲੀਅਰ ਨਹੀਂ ਕਰ ਪਾਉਂਦੇ ਅਸੀਂ ਉਹਨੂੰ ਸਾਫ਼ ਨਹੀਂ ਕਰ ਪਾਉਂਦੇ ਜਿੱਦਾਂ ਮੈਂ ਕਿਹਾ ਸੀ ਸ਼ੀਸ਼ਾ ਦੱਸਿਆ ਸੀ ਨਾ ਤੁਹਾਨੂੰ ਕਿ ਚਿਮਨੀ ਜਿਹੜੀ ਆ ਉਹਦੇ ਉੱਤੇ ਲੱਗੀ ਹੁੰਦੀ ਜਿਹੜੀ ਲੈਂਪ ਦੇ ਉੱਤੇ ਜੇ ਤੁਸੀਂ ਰੋਜ਼ ਉਹਨੂੰ ਸਾਫ਼ ਨਹੀਂ ਕਰਦੇ ਨਾ ਤਾਂ ਉਹਦੇ ਉੱਤੇ ਕਾਲਸ ਮਲ ਲੱਗ ਜਾਂਦੀ ਤੇ ਤੁਹਾਨੂੰ ਨਹੀਂ ਨਜ਼ਰ ਸਹੀ ਆਉਂਦਾ ਜਦੋਂ ਚਿਰ ਆਪਣੀ ਸੋਚ ਨੂੰ ਸਾਫ਼ ਨਹੀਂ ਕਰਨਾ ਤਾਂ ਵਾਕਈ ਉਹ ਕਾਲੀ ਹੋ ਜਾਂਦੀ ਹਰ ਰੋਜ਼ ਕਾਲੀ ਹੁੰਦੀ ਆ ਕਿਉਂਕਿ ਸ਼ੈਤਾਨ ਹਜੇ ਨਹੀਂ ਅਥਾਗੜ ਦੇ ਵਿੱਚ ਦੱਬਿਆ ਗਿਆ ਹਜੇ ਨਹੀਂ ਸੁੱਟਿਆ ਗਿਆ ਹਜੇ ਤਾਂ ਵਕਤ ਆ ਹਜੇ ਭਰ ਰਿਹਾ ਘੜਾ ਜਿਹਦੇ ਬਾਰੇ ਮੈਂ ਗੱਲ ਕੀਤੀ ਸੀ ਘੜਾ ਹੈ ਭੰਨਣਾ ਖੁਦਾ ਨੇ ਆਪਣੇ ਵਕਤ ਦੇ ਉੱਤੇ ਤੇ ਹਨਾ ਇਸ ਕਰਕੇ ਸਾਨੂੰ ਆਪਣੇ ਆਪ ਨੂੰ ਨਾ ਇਹਨਾਂ ਚੀਜ਼ਾਂ ਤੋਂ ਦੂਰ ਕਰਕੇ ਖੁਦਾ ਦੀ ਹਜ਼ੂਰ ਦੇ ਵਿੱਚ ਅੱਛੇ ਤਰੀਕੇ ਦੇ ਨਾਲ ਜੁੜਨ ਦੀ ਲੋੜ ਆ ਹਨਾ ਅਸੀਂ ਦੇਖਿਆ ਕਿ ਆਪਾਂ ਅਨੋਇਟੀ ਦੀ ਗੱਲ ਕਰਨੀ ਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਮਤਲਬ ਅਨੋਇਟ ਕਰਨਾ ਕਿਸ ਤਰ੍ਹਾਂ ਅਸੀਂ ਇਹਨਾਂ ਖਿਆਲਾਂ ਤੋਂ ਅਸੀਂ ਆਪਣੇ ਆਪ ਨੂੰ ਦੂਰ ਲੈ ਕੇ ਜਾਣਾ ਹਨਾ ਮੈਂ ਤੁਹਾਡੇ ਨਾਲ ਤੁਸੀਂ ਕਿਤੇ ਜਾਣਾ ਨਹੀਂ ਇੱਥੇ ਰਹਿਣਾ ਆ ਦੇਖੋ ਮਤਲਬ ਤੇਲ ਮੇਰੇ ਕੋਲ ਹਨਾ ਇਹ ਅਨੋਇਟੀ ਦੇ ਲਈ ਇੰਨਾ ਜ਼ਰੂਰੀ ਆ ਕਿ ਅਸੀਂ ਜਿਹੜਾ ਮਤਲਬ ਤੁਸੀਂ ਇਹ ਮੈਂ ਮਸਾ ਕੀਤਾ ਮੈਂ ਤੁਹਾਡੇ ਨਾਲ ਮਸਾ ਵੀ ਕਰਾਂਗੀ ਦੇਖੋ ਥੋੜਾ ਤੁਸੀਂ ਤੇਲ ਲਿਓ ਇੱਥੇ ਥੋੜਾ ਹਨਾ ਠੀਕ ਹੈ ਮੈਂ ਇਹਦੇ ਚ ਥੋੜਾ ਜਿਹਾ ਤੇਲ ਲਿਆ ਨਾ ਕੁਛ ਜ਼ਿਆਦਾ ਹੋ ਗਿਆ ਖੈਰ ਨਹੀਂ ਆ ਦੇਖੋ ਮੈਨੂੰ ਅੱਛਾ ਮੈਂ ਤੁਹਾਨੂੰ ਲਾ ਲਿਆ ਨਾ ਹੁਣ ਤੁਸੀਂ ਅਗਰ ਤੁਸੀਂ ਚਾਹੁੰਦੇ ਆਪਾਂ ਇੱਥੇ ਗੱਲ ਕਰਨ ਲੱਗੇ ਆ ਅੱਖਾਂ ਦੀ ਅਗਰ ਤੁਸੀਂ ਚਾਹੁੰਦੇ ਕਿ ਤੁਸੀਂ ਤੁਹਾਡੀਆਂ ਅੱਖਾਂ ਗਲਤ ਫਲਤ ਚੀਜ਼ਾਂ ਨੂੰ ਨਾ ਦੇਖੋ ਤੁਸੀਂ ਅਨੋਇਟ ਕੀਤਾ ਤੇਲ ਖੁਦਾਵੰਦ ਦੀ ਹਜ਼ੂਰ ਦੇ ਵਿੱਚ ਖੁਦਾਵੰਦ ਤੇਲ ਜਿਹੜਾ ਇਹ ਤੇਰਾ ਪਾਕ ਖੂਨ ਮੰਗਦੀਆਂ ਤੂੰ ਇਹਨੂੰ ਆਪਣੀ ਅਨੋਇਟੀ ਆਪਣੇ ਖੂਨ ਦਾ ਹਿੱਸਾ ਬਣਾ ਕਿਉਂਕਿ ਜਦੋਂ ਮੈਂ ਇਸ ਤੇਲ ਦੀ ਵਰਤੋਂ ਕਰਾਂ ਇਹ ਤੇਰੀ ਪਾਕ ਦਾ ਪ੍ਰਤੀਕ ਹੋ ਕੇ ਮੇਰੀਆਂ ਅੱਖਾਂ ਦੇ ਉੱਤੇ ਕੰਮ ਕਰੇ ਠੀਕ ਤੁਸੀਂ ਵੀ ਆ ਕਰ ਸਕਦੇ ਹੋ ਕੋਈ ਵੀ ਤੇਲ ਲੈ ਲਓ ਸਾਫ਼ ਉਹਦੇ ਵਿੱਚ ਥੋੜਾ ਜਿਹਾ ਲੱਗ ਕਰਕੇ ਰੱਖ ਜਿਹੜਾ ਵਰਤਣ ਵਾਲਾ ਲੱਗ ਉਹਨੂੰ ਤੁਸੀਂ ਨੋਟ ਕਰ ਲਓ ਜੀ ਉਹਨੂੰ ਰਿਪਰੈਜ਼ੈਂਟ ਕਰੋ ਹੁਣ ਤੁਸੀਂ ਕੀ ਕਰਨਾ ਤੁਸੀਂ ਸਭ ਤੋਂ ਪਹਿਲਾਂ ਆਪਣਾ ਸਿਰ ਤੋਂ ਸ਼ੁਰੂ ਕਰੋ ਸਿਰ ਦੇ ਉੱਤੇ ਕੀ ਕਰੋ ਥੋੜਾ ਤੇਲ ਲਾ ਲਿਆ ਮਸਾ ਕਰ ਲਿਆ ਆਪਣੇ ਸਿਰ ਨੂੰ ਨਾ ਸਿਰ ਨੂੰ ਜਦੋਂ ਤੁਸੀਂ ਮਸਾ ਕਰਦੇ ਹੋ ਕਿਉਂ ਮਸਾ ਕਰਨ ਦੀ ਜ਼ਰੂਰਤ ਹੈ ਤੁਹਾਡੇ ਕਹੋਗੇ ਅਸੀਂ ਸਿਰ ਨੂੰ ਕਿਉਂ ਤੇਲ ਲਾਈਏ ਤੁਹਾਡਾ ਤੇ ਸਿਰ ਖਰਾਬ ਥੋੜਾ ਜਿਹਾ ਸਿਰ ਤੇ ਤੇਲ ਲਾਉਣਾ ਸਿਰ ਖਰਾਬ ਨਹੀਂ ਹੁੰਦਾ ਰਾਈਟ ਮਸਾ ਕਰ ਲੈ ਦੇਖੋ ਨਾ ਮੈਂ ਇੱਥੇ ਕ੍ਰੋਸ ਬਣਾਇਆ ਠੀਕ ਹੈ ਤਾਂ ਕਿ ਤੁਸੀਂ ਬੁਰੇ ਖਿਆਲਾਂ ਤੋਂ ਬਚ ਰਹੋ ਤੁਸੀਂ ਬੁਰੇ ਖਿਆਲਾਂ ਨੂੰ ਨਾ ਸੋਚੋ ਖੁਦਾ ਦਾ ਰੂਹ ਹਮੇਸ਼ਾ ਤੁਹਾਡੇ ਖਿਆਲਾਂ ਨੂੰ ਤੁਹਾਡੇ ਸਿਰ 'ਚ ਆਉਣ ਵਾਲੇ ਭੁਚਾਲਾਂ ਨੂੰ ਮੈਨੇਜ ਕਰਕੇ ਗਾਈਡ ਕਰੇ ਆ ਜ਼ਰੂਰੀ ਹੈ ਸਿਰ ਨੂੰ ਤੇਲ ਲਾਉਣਾ ਹੁਣ ਤੁਸੀਂ ਦੇਖੋ ਕਿ ਅੱਛਾ ਸਿਰ ਨੂੰ ਤੇਲ ਲਾ ਲਿਆ ਅਸੀਂ ਅੱਖਾਂ ਨੂੰ ਕਿਉਂ ਤੇਲ ਲਾਉਣਾ ਕਿਉਂਕਿ ਅੱਖਾਂ 'ਤੇ ਤਾਂ ਮੇਕਅਪ ਲੱਗਿਆ ਡਜ਼ਨਟ ਮੈਟਰ ਮੇਕਅਪ ਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਆਪਣੀ ਅੱਖਾਂ ਨੂੰ ਐਂਜ ਮੇਕਅਪ ਦੇ ਸਨੇ ਵੀ ਤੁਸੀਂ ਅਨੋਇਟ ਕਰ ਲਓ ਠੀਕ ਹੈ ਅੱਛਾ ਕਿਉਂ ਅੱਖਾਂ ਦੇ ਉੱਤੇ ਤੇਲ ਲਾਇਆ ਗਿਆ ਕਿਉਂਕਿ ਅੱਖਾਂ ਨੂੰ ਤੇਲ ਲਾਉਣ ਦੀ ਇਸ ਕਰਕੇ ਲੋੜ ਹੈਗੀ ਕਿ ਮਸਾ ਕਰਨ ਦੀ ਕਿਉਂ ਲੋੜ ਹੈ ਕਿਉਂਕਿ ਤੁਸੀਂ ਬੁਰੀਆਂ ਚੀਜ਼ਾਂ ਤੇ ਅੱਖਾਂ ਨਾ ਲਾਓ ਤੁਸੀਂ ਕਿਸੇ ਹੋਰ ਦੀ ਪਤਨੀ ਕਿਸੇ ਹੋਰ ਦੇ ਪਤੀ ਕਿਸੇ ਹੋਰ ਦੇ ਪੈਸੇ ਕਿਸੇ ਹੋਰ ਦੀ ਕਾਮਯਾਬੀ ਸ਼ੈਤਾਨ ਦੀ ਭੇਜੀ ਹੋਈ ਬਦਨਾਮੀ ਨਾਲ ਭਰੇ ਹੋਏ ਪਲੈਨਿੰਗ ਪ੍ਰੋਗਰਾਮ ਤੇ ਉੱਤੇ ਦਿਲ ਨਾ ਲਾਵੋ ਖੁਦਾ ਤੁਹਾਡੀਆਂ ਅੱਖਾਂ ਨੂੰ ਮੈਨੇਜ ਕਰੇ ਤੁਸੀਂ ਆ ਮੰਗ ਲਿਆ ਹੁਣ ਤੁਸੀਂ ਅੱਖਾਂ ਨੂੰ ਵੀ ਕਰ ਲਿਆ ਮਸਾ ਆਪਣੇ ਸਿਰ ਨੂੰ ਵੀ ਕਰ ਲਿਆ ਤੀਜੀ ਚੀਜ਼ ਕਿਹੜੀ ਹੈ ਤੀਜੀ ਚੀਜ਼ ਹੈਗੀ ਜੀ ਤੁਹਾਡਾ ਦਿਲ ਦੇਖੋ ਮੈਂ ਕੱਪੜੇ ਦੇ ਰਾਹੀਂ ਕਰ ਰਹੀ ਹਾਂ ਦੇਖੋ ਤੁਸੀਂ ਆਪਣੇ ਦਿਲ ਦੇ ਉੱਤੇ ਇਸ ਤਰ੍ਹਾਂ ਕੀ ਕਰੋ ਅਨੋਇਟੀ ਕਰ ਲਈ ਹੁਣ ਇੱਥੇ ਸਿਰਫ ਦਿਲ ਦੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਪੜ੍ਹ ਰਹੇ ਸੀ ਕਿ ਦਿਲ ਦੀ ਖਲੜੀ ਸੁੰਨਤ ਹੋਣਾ ਜ਼ਰੂਰੀ ਆ ਹੁਣ ਤੁਸੀਂ ਆਪਣੇ ਦਿਲ ਨੂੰ ਕੱਢ ਕੇ ਤੇ ਉਹਨੂੰ ਸਰਕਮਸਾਈਜ਼ ਨਹੀਂ ਕਰ ਸਕਦੇ ਤੁਸੀਂ ਆਪਣੇ ਦਿਲ ਦੀ ਸੁੰਨਤ ਐਸੇ ਤਰੀਕੇ ਨਾਲ ਕਰ ਸਕਦੇ ਕਿ ਤੁਸੀਂ ਖੁਦਾ ਦੀ ਹਜ਼ੂਰ ਦੇ ਵਿੱਚ ਆਪਣਾ ਜਿਹੜਾ ਹੈ ਨਾ ਆਪ ਆਪਣੇ ਦਿਲ ਨੂੰ ਅਨੋਇਟ ਕਰੋ ਸਭ ਤੋਂ ਪਹਿਲਾਂ ਜਿੱਦਾਂ ਮੈਂ ਕੀਤਾ ਦਿਲ ਦੇ ਨਾਲ ਅਨੋਇਟ ਕਰਕੇ ਬਾਅਦ ਜਦੋਂ ਤੁਸੀਂ ਕਿਤੇ ਜਾਣਾ ਨਾ ਤੁਸੀਂ ਆਪਣੇ ਪੈਰਾਂ ਨੂੰ ਅਨੋਇਟ ਕਰੋ ਪਾਕਿਸਤਾਨ 'ਚ ਮੈਂ ਇੱਕ ਹੋਰ ਚੀਜ਼ ਦੇਖੀ ਸੀਗੀ ਕਿ ਲੋਕੀ ਕਹਿੰਦੇ ਜੀ ਤੇਲ ਜਿਹੜਾ ਮੱਸਾ ਕੀਤਾ ਹੋਇਆ ਪੈਰ ਤੇ ਜਿਹੜੇ ਅਪਵਿੱਤਰ ਆ ਉਹਨਾਂ ਤੇ ਨਹੀਂ ਜਾ ਸਕਦਾ ਪੈਰ ਜਿਹੜੇ ਖੁਦਾ ਦੇ ਦਿੱਤੇ ਹੋਏ ਤੁਹਾਨੂੰ ਹਰ ਥਾਂ ਤੇ ਲੈ ਕੇ ਜਾਂਦੇ ਆ ਉਹ ਅਪਵਿੱਤਰ ਨਹੀਂ ਹੈਗੇ ਪੈਰਾਂ ਨੂੰ ਧੋਣ ਦੀ ਰਸਮ ਖੁਦਾਵੰਦ ਯਿਸੂ ਮਸੀਹ ਨੇ ਕੀਤੀ ਸੀ ਚੇਲਿਆਂ ਦੇ ਪੈਰ ਧੋਤੇ ਸੀ ਕਿਉਂਕਿ ਉਹ ਅਪਵਿੱਤਰ ਚੀਜ਼ ਸੀ ਤੇ ਖੁਦਾ ਨੇ ਕਿਉਂ ਧੋਤੀ ਪੈਰ ਬਹੁਤ ਪਵਿੱਤਰ ਆ ਖੁਦਾ ਦੀ ਬਖਸ਼ਿਸ਼ ਆ ਜਿਹਨੂੰ ਖੁਦਾ ਨੇ ਬਹੁਤ ਖੂਬਸੂਰਤ ਅੱਛੇ ਪੈਰ ਦਿੱਤੇ ਆ ਹਨਾ
ਉਹਨਾਂ ਨੂੰ ਅਨੋਇਟ ਕਰੋ ਤਾਂ ਕਿ ਤੁਹਾਡੇ ਸਾਰੇ ਜਿੱਥੇ ਜਿੱਥੇ ਤੁਸੀਂ ਜਾਣਾ ਉਹ ਜਗ੍ਹਾ ਪਹਿਲਾਂ ਤੁਹਾਡੇ ਪੈਰਾਂ ਦੇ ਲਈ ਖੁਦਾਵੰਦ ਆਪਣੇ ਫਰਿਸ਼ਤਿਆਂ ਨੂੰ ਭੇਜ ਕੇ ਪ੍ਰੋਟੈਕਟ ਕਰ ਦੇਵੇ। ਅਨੋਇਟੀ ਇੰਨੀ ਜ਼ਰੂਰੀ, ਹਰ ਰੋਜ਼ ਕਰੋ। ਇਹ ਕਰਨ ਨਾਲ ਤੁਸੀਂ ਕੋਈ ਛੋਟੇ ਨਹੀਂ ਹੋ ਜਾਣਾ, ਇਹ ਬਹੁਤ ਜ਼ਰੂਰੀ ਆ। ਆਪਣੇ ਬੱਚਿਆਂ ਦੇ ਵੀ ਕਰੋ, ਆਪਣੇ ਜਿਹੜੇ ਘਰ ਆਉਂਦੇ ਉਹਨਾਂ ਨੂੰ ਵੀ ਸਿਖਾਓ, ਹਨਾ। ਅਨੋਇਟੀ ਬਹੁਤ ਜ਼ਰੂਰੀ ਹੈ। ਤੁਸੀਂ ਇੱਕ ਅੱਛੀ ਜ਼ਿੰਦਗੀ, ਅੱਛਾ ਤੁਹਾਡੇ ਦਿਲ 'ਚ ਵਿਚਾਰ ਜਿਹੜੇ ਆਪਾਂ ਦਿਲ ਦੀ ਗੱਲ ਕਰ ਰਹੇ ਸੀ, ਦਿਲ ਨੂੰ ਕਿਉਂ ਤਾਂ ਮਸਲੇ ਦੀ ਜ਼ਰੂਰਤ ਹੈ ਕਿਉਂਕਿ ਤੁਹਾਡਾ ਦਿਲ ਭਾਵਨਾਵਾਂ ਨਾਲ ਭਰਿਆ ਹੋਇਆ ਆ, ਰਾਈਟ। ਸਾਨੂੰ ਯਰਮਾਇਆ ਦੇ ਵਿੱਚ ਇਹਨੂੰ ਪੜ੍ਹਨ ਦੀ ਮਿਲਦੀ ਕਿ ਦਿਲ ਜਿਹੜਾ ਪੁੱਜ ਕੇ ਹੀਲੇ ਬਾਜ਼ਾ। ਉਹ ਅਸੀਂ ਹੋਰ ਬਹੁਤ ਥਾਵਾਂ ਤੇ ਪੜ੍ਹ ਸਕਦੇ, ਕਹਾਵਤਾਂ 'ਚ ਵੀ ਜਿਹੜੇ ਪ੍ਰੋਵਰਬਸ 'ਚ ਵੀ ਪੜ੍ਹ ਸਕਦੇ, ਦਿਲ ਪੁੱਜ ਕੇ ਹੀਲੇ ਬਾਜ਼ਾ, ਹਨਾ। ਗੱਲ ਕੁਛ ਹੋਰ ਹੁੰਦੀ, ਉਹਨੂੰ ਕਰ ਕੁਛ ਹੋਰ ਲੈਂਦਾ। ਅਸੀਂ ਪਹਿਲੇ ਦੇਖਿਆ ਹੈ ਕਿ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਆਪ ਜਿਹੜਾ ਉਹ ਸੀਗਾ ਕਿ ਮੈਂ ਜਿਸ ਦੇ ਲਾਡਲੀ, ਤੁਸੀਂ ਜਿੰਨਾ ਚਿਰ ਆਹ ਸਾਰੀਆਂ ਚੀਜ਼ਾਂ ਨਹੀਂ ਧਿਆਨ ਕਰਦੇ ਨਾ ਉਹਨਾਂ ਚਿਰ ਮਤਲਬ ਤੁਹਾਡਾ ਫਰਜ਼ ਕੀਤਾ ਦਿਲ ਜਿਹੜਾ ਨਾ ਬੜੀ ਜਲਦੀ ਉਹ ਭਿੱਜ ਜਾਂਦਾ ਆ ਕਿਸੇ ਮਤਲਬ ਦੁੱਖ ਦੇ ਵਿੱਚ, ਬੜੀ ਜਲਦੀ। ਹੁਣ ਜਦੋਂ ਤੁਹਾਡਾ ਦਿਲ ਟੁੱਟਦਾ ਆ, ਫਰਜ਼ ਕੀਤਾ ਦਿਲ ਨੂੰ ਮੱਸਾ ਬਾਰ-ਬਾਰ ਕਰਨਾ ਕਿਉਂ ਜ਼ਰੂਰੀ ਆ? ਜਿਹੜਾ ਟੁੱਟਿਆ ਹੋਇਆ ਦਿਲ ਆ ਨਾ, ਦੁੱਖ ਦਾ ਦਿਲ ਆ ਜਿਹੜਾ, ਉਹ ਮੁਸ਼ਕਿਲਾਂ ਦੀ ਸ਼ੁਰੂਆਤ ਆ ਦਰਅਸਲ। ਜੇ ਤੁਹਾਡਾ ਦਿਲ ਕਿਸੇ ਚੀਜ਼ ਕਰਕੇ ਵੀ ਟੁੱਟ ਰਿਹਾ, ਤੁਸੀਂ ਛੋਟੇ ਆ ਹਜੇ, ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਬਹੁਤ ਵੱਡੀ ਉਲਝਣ ਆਈ ਆ, ਰਾਈਟ। ਤੁਸੀਂ ਤੁਹਾਡੇ ਕੋਲ ਤੁਹਾਡਾ ਬੈਗ ਚੋਰੀ ਹੋ ਗਿਆ, ਤੁਹਾਨੂੰ ਕਿਸੇ ਨੇ ਗਲਤ ਪੈਸੇ ਖਵਾ ਲਏ, ਤੁਹਾਡੇ ਦਿਲ ਦੇ ਉੱਤੇ ਇੱਕ ਬਹੁਤ ਵੱਡੀ ਠੋਕਰ ਜ਼ਖਮ ਲੱਗ ਗਿਆ, ਉਦੋਂ ਪਿੱਛੋਂ ਕਿਸੇ ਨੇ ਹੋਰ ਉਦਾਂ ਦਾ ਜ਼ਖਮ ਲਾਇਆ, ਇੱਕ ਹੋਰ ਜ਼ਖਮ ਲੱਗ ਗਿਆ, ਫਿਰ ਕਿਸੇ ਹੋਰ ਨੇ। ਹੁਣ ਤੁਸੀਂ ਕੀ ਕਰ ਰਹੇ ਆ ਦਰਅਸਲ? ਆਪਾਂ ਦਿਲ ਦੀ ਗੱਲ ਕੀਤੀ, ਦਿਲ ਦੀ ਖਲੜੀ ਦੀ ਗੱਲ ਕਰ ਰਹੇ ਆ ਨਾ। ਤੁਸੀਂ ਟੁੱਟਾ ਹੋਇਆ, ਤੁਸੀਂ ਜਿਹੜਾ ਪੀਸਿਸ ਦੇ ਵਿੱਚ ਦਿਲ ਹੈ, ਜਿਹੜਾ ਛੋਟੇ ਹੁੰਦੇ ਦਾ ਤੁਹਾਡਾ ਟੁੱਟ ਗਿਆ ਆ ਸ਼ੈਤਾਨੀਆਂ ਦਿੱਤੀਆਂ ਹੋਈਆਂ ਚਾਲਾਂ ਕਰਕੇ, ਸ਼ੈਤਾਨੀਆਂ। ਹੁਣ ਤੁਸੀਂ ਟੁੱਟੇ ਹੋਏ ਦਿਲ ਨੂੰ ਇੱਕ ਸ਼ਾਦੀशुदा ਜ਼ਿੰਦਗੀ ਚ ਲੈ ਗਏ ਆ। ਤੁਸੀਂ ਟੁੱਟੇ ਹੋਏ ਦਿਲ ਦੇ ਨਾਲ ਇੱਕ ਖੂਬਸੂਰਤ ਸਾਰੀ ਸਿਚੁਏਸ਼ਨ ਨੂੰ ਨਹੀਂ ਸੰਭਾਲ ਸਕਦੇ। ਕੋਈ ਤੁਹਾਡਾ ਦਿਲ ਤਾਂ ਆਲਰੇਡੀ ਟੁੱਟ ਗਿਆ ਹੋਇਆ, ਤੁਸੀਂ ਉਹਨੂੰ ਹੀਲ ਨਹੀਂ ਕੀਤਾ ਨਾ, ਉਹਨੂੰ ਕਿਸ ਕੋ ਹੀਲ ਕਰਵਾਇਆ? ਤੁਸੀਂ ਉਹਦੀ ਸਰਜਰੀ ਨਹੀਂ ਮਤਲਬ ਕਰਵਾ ਸਕਦੇ ਦੁਨਿਆਵੀ ਤੌਰ ਦੇ ਉੱਤੇ, ਉਹਦੀ ਸਰਜਰੀ ਖੁਦਾ ਨੇ ਕਰਨੀ ਹੁੰਦੀ ਆ। ਤੁਸੀਂ ਉਹਦੇ ਕੋਲ ਆਪਣਾ ਦਿਲ ਲੈ ਕੇ ਨਹੀਂ ਗਿਆ ਉਸ ਤਰੀਕੇ ਦੇ ਨਾਲ, ਤੁਸੀਂ ਉਹਨੂੰ ਕਿਹਾ ਨਹੀਂ, ਹਰ ਰੋਜ਼ ਹੀਲ ਨਹੀਂ ਕਰਵਾਇਆ ਉਹਦੇ ਕੋਲ, ਉਹਦੀ ਕੀ ਬੇਨਤੀ ਨਹੀਂ ਕੀਤੀ ਕਿ ਮੇਰੇ ਟੁੱਟੇ ਦਿਲ ਨੂੰ ਹੀਲ ਕਰ, ਹਨਾ। ਹੁਣ ਤੁਸੀਂ ਉਸੇ ਤਰ੍ਹਾਂ ਆਪਣੇ ਟੁੱਟੇ ਹੋਏ ਦਿਲ ਦੇ ਨਾਲ ਤੁਸੀਂ ਰਿਲੇਸ਼ਨਸ਼ਿਪ 'ਚ ਆ ਗਏ। ਇੱਕ ਰਿਲੇਸ਼ਨਸ਼ਿਪ ਟੁੱਟੀ, ਹੋਰ ਟੁੱਟ ਗਿਆ, ਦੂਜੀ ਟੁੱਟੀ, ਹੋਰ ਟੁੱਟ ਗਿਆ, ਤੀਜੀ ਟੁੱਟੀ, ਹੋਰ ਟੁੱਟ ਗਿਆ। ਕਈ ਵਾਰੀ ਕੀ ਹੁੰਦਾ ਆ, ਜਦੋਂ ਕੋਈ ਮੁੰਡਾ ਜਾਂ ਕੁੜੀ ਵਿਆਹ ਤੋਂ ਪਹਿਲਾਂ ਜਿਹੜੀਆਂ ਉਹਨਾਂ ਦੀਆਂ ਛੋਟੀਆਂ-ਛੋਟੀਆਂ ਰਿਲੇਸ਼ਨਸ਼ਿਪ ਹੁੰਦੀਆਂ, ਉਹਨਾਂ ਦੇ ਵਿੱਚੋਂ ਇੰਨਾ ਟੁੱਟ ਭੱਜ ਜਾਂਦਾ, ਇੰਨਾ ਡੈਮੇਜ ਹੋ ਜਾਂਦਾ ਕਿ ਫਿਰ ਉਹ ਦੂਸਰੇ ਦੇ ਸਾਹਮਣੇ ਸੰਪੂਰਨ ਤਰੀਕੇ ਦੇ ਨਾਲ ਆਪਣਾ ਪੂਰਾ ਦਿਲ ਕਦੇ ਵੀ ਲੈ ਕੇ ਨਹੀਂ ਜਾਂਦਾ। ਉਹ ਸ਼ਾਦੀशुदा ਜ਼ਿੰਦਗੀ ਦੇ ਵਿੱਚ ਟੁੱਟਾ ਹੋਇਆ ਦਿਲ, ਟੁੱਟੇ ਹੋਇਆ ਦਿਲ, ਮਤਲਬ ਮਿੱਧਿਆ ਹੋਇਆ ਦਿਲ ਲੈ ਕੇ ਹਾਜ਼ਰ ਹੁੰਦਾ, ਹਨਾ। ਉਹ ਮਿੱਧੇ ਹੋਏ ਦਿਲ ਦੇ ਨਾਲ ਖੁਦਾ ਦੀ ਹਜ਼ੂਰ ਦੇ ਵਿੱਚ ਟੁੱਟਾ, ਉਹ ਕਹਿੰਦਾ ਟੁੱਟੇ ਹੋਏ ਦਿਲ ਨੂੰ ਮੇਰੇ ਕੋਲ ਲੈ ਕੇ ਆ ਤੇ ਮੇਰੇ ਲਈ ਉਹ ਟੁੱਟੇ ਦਿਲ ਦੀ ਤੂੰ ਭੇਟ ਚੜਾਵੇਂਗਾ ਨਾ, ਉਹ ਤੋਂ ਵੱਡਾ ਹੋਰ ਕੁਛ ਨਹੀਂ। ਖੁਦਾ ਉਹ ਮਨਜ਼ੂਰ ਕਰਦਾ ਹੈ, ਪਰ ਉਹ ਤੁਸੀਂ ਉਹਨਾਂ ਨੂੰ ਖੁਦਾ ਦੇ ਨਾਲ ਨਹੀਂ ਜੋੜਦੇ ਜਿੰਨਾ ਦੁਨੀਆ ਦੇ ਨਾਲ ਦੁਨੀਆ ਨਾਲ ਭਰਨ ਦੀ ਕੋਸ਼ਿਸ਼ ਕਰਦੇ ਆ। ਜਦੋਂ ਤੁਸੀਂ ਦੁਨੀਆ ਨਾਲ ਭਰਨ ਦੀ ਕੋਸ਼ਿਸ਼ ਕਰਦੇ, ਤੁਸੀਂ ਗਲਤੀ ਸਭ ਤੋਂ ਪਹਿਲਾਂ ਕੀ ਕਰਦੇ? ਜਦੋਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਪਿਆਰ ਭਰੀ ਕੋਈ ਨਾ ਕੋਈ ਭਾਵਨਾ ਆਉਣੀ ਹੁੰਦੀ ਆ, ਤੁਸੀਂ ਮਤਲਬ ਡਰਦੇ ਆ, ਤੁਸੀਂ ਪਿਆਰ ਕਰਨ ਦੀ ਬਜਾਏ ਫਲਰਟ ਕਰਨਾ ਸ਼ੁਰੂ ਕਰ ਦਿੰਦੇ ਕਿ ਮੈਂ ਵਕਤ ਪਾਸ ਕਰਨਾ, ਬਸ ਮੈਂ ਦਿਲ ਨਹੀਂ ਲਾਉਣਾ, ਕਿਉਂਕਿ ਦਿਲ ਤਾਂ ਤੁਹਾਡਾ ਪਹਿਲੇ ਟੁੱਟੇ ਹੋ ਚੁੱਕਿਆ ਹੋਇਆ, ਤੁਹਾਡੇ ਦਿਲ ਦੇ ਵਿੱਚ ਤਾਂ ਪਹਿਲੇ ਹਜ਼ਾਰਾਂ ਸ਼ੇਕ ਆ, ਹਨਾ। ਖੁਦਾ ਦੇ ਨਾਲ ਵੀ ਤੁਸੀਂ ਨਹੀਂ ਭਰੇ, ਖੁਦਾ ਦੇ ਨਾਲ ਵੀ ਤੁਸੀਂ ਸਿਰਫ ਉਹਨਾਂ ਫਲਰਟ ਹੀ ਕੀਤਾ ਖੁਦਾ ਦੇ ਨਾਲ ਵੀ, ਕਿ ਤੁਸੀਂ ਸਿਰਫ ਉਹਦੇ ਕੋਲ ਇਸ ਤਰ੍ਹਾਂ ਹੀ ਗਏ ਜਿੱਦਾਂ ਕਿਸੇ ਨਾਲ ਟਾਈਮ ਪਾਸ ਕਰਨਾ ਹੋਵੇ। ਤੁਸੀਂ ਸਹੀ ਤਰੀਕੇ ਨਾਲ ਖੁਦਾ ਦੇ ਕੋਲ ਨਹੀਂ ਪਹੁੰਚੇ ਆਪਣੇ ਟੁੱਟੇ ਦਿਲ ਨੂੰ ਲੈ ਕੇ। ਏਦਾਂ ਨਹੀਂ ਗਿਆ ਕਿ ਬਸ ਤੂੰ ਹੀ ਆ, ਮਾਰ ਲਾ, ਜਿਉਂ ਲਾ, ਰੱਖ ਲਾ, ਛੱਡ ਦੇ, ਸਾਰ ਵੀ ਸੁਬਹ ਬੇਸ਼ੱਕ ਨਾ ਆਵੇ, ਪਰ ਰੱਖ ਲਾ, ਮੈਨੂੰ ਸਹੀ ਕਰ ਦੇ, ਆਪਣੇ ਲਈ ਠੀਕ ਕਰ। ਤੁਸੀਂ ਇਸ ਤਰ੍ਹਾਂ ਖੁਦਾ ਦੇ ਕੋਲ ਨਹੀਂ ਪਹੁੰਚਦੇ ਕਿ ਤੁਸੀਂ ਕਹੋ ਕਿ ਮੈਂ ਤਾਂ ਉੱਠਣਾ ਹੀ ਨਹੀਂ ਜਿੰਨਾ ਚਿਰ ਤੂੰ ਨਹੀਂ ਉਠਾਏਗਾ ਨਾ। ਪਰ ਤੁਸੀਂ ਜਦੋਂ ਇਸੇ ਤਰ੍ਹਾਂ ਤੁਸੀਂ ਕੀ ਕਰਦੇ, ਜਦੋਂ ਤੁਸੀਂ ਬਾਰ-ਬਾਰ ਉਦਾਸ ਹੁੰਦੇ ਹੋ, ਤੁਸੀਂ ਰੋਂਦੇ ਹੋ ਨਾ, ਕਿਉਂਕਿ ਤੁਹਾਡਾ ਦਿਲ ਟੁੱਟਾ ਹੋਇਆ, ਤੁਸੀਂ ਫਿਰ ਦੁਬਾਰਾ ਫਲਰਟਿੰਗ ਦਾ ਸਹਾਰਾ ਲੈਂਦੇ ਆ। ਤੁਸੀਂ ਖੁਦਾ ਦੇ ਨਾਲ ਵੀ ਫਲਰਟ ਕਰਦੇ ਹੋ, ਕਲਾਮ ਦੇ ਨਾਲ ਵੀ ਫਲਰਟ ਕਰਦੇ ਹੋ, ਥੋੜਾ ਜਿਹਾ, ਹਨਾ। ਉਹਦੇ ਵਿੱਚੋਂ ਥੋੜਾ ਜਿਹਾ ਚਿਰ ਉਹਦੇ ਜਾਂਦੇ ਆ, ਬੈੱਡ ਤੇ ਬੈਠ ਕੇ ਕਦੀ ਕਰਦੇ ਹੋ ਪੜ੍ਹਨ ਦਾ, ਤੁਸੀਂ ਉਹਨੂੰ ਏਦਾਂ ਢਾ ਕੇ ਨਹੀਂ, ਦਿਲੋਂ ਅੰਦਰੋਂ ਨਹੀਂ ਕਰਦੇ। ਤੁਸੀਂ ਫਿਰ ਮਤਲਬ ਤੁਹਾਨੂੰ ਡਰ ਲੱਗਦਾ ਕਿ ਮੈਂ ਰਿਸ਼ਤੇ 'ਚ ਆ ਗਿਆ, ਮੇਰੇ ਕੋਲ ਮੁੜ ਕੇ ਦੁਬਾਰਾ ਉਹ ਗਲਤੀਆਂ ਹੋਣਗੀਆਂ। ਫਿਰ ਤੁਸੀਂ ਜਿਹੜੀ ਤੁਹਾਡੀ ਲਵ ਲਾਈਫ ਹੈ ਨਾ, ਉਹਦੇ ਵਿੱਚ ਤੋਂ ਟੁੱਟਾ ਹੋਇਆ ਦਿਲ ਆ ਤੁਹਾਡੇ ਕੋਲ, ਤੁਸੀਂ ਉਹ ਟੁੱਟੇ ਹੋਏ ਦਿਲ ਦੇ ਨਾਲ ਆਪਣੀ ਲਵ ਲਾਈਫ ਨੂੰ ਸੰਪੂਰਨ ਸੁਖੀ ਨਹੀਂ ਰੱਖ ਸਕਦੇ, ਕਿਉਂਕਿ ਤੁਹਾਡੇ ਦਿਲ ਦੇ ਟੁਕੜੇ ਹੋਏ ਆ, ਤੁਸੀਂ ਉਹਨੂੰ ਹੀਲ ਨਹੀਂ ਕੀਤਾ।
ਤੁਸੀਂ ਉਹਨੂੰ ਨਹੀਂ, ਤੁਸੀਂ ਹੀਲ ਕਰਨਾ ਜ਼ਰੂਰੀ ਨਹੀਂ ਸਮਝਿਆ, ਤੁਸੀਂ ਉਹਦੇ ਲਈ ਰਸਤਾ ਲੱਭ ਲਿਆ ਕਿ ਮੈਂ ਹੁਣ ਮਤਲਬ ਰਸਤਾ ਪਾਸ ਕਰਨ ਦਾ ਟਾਈਮ ਸਪੈਂਡ ਜ਼ਰੂਰੀ ਹੈ ਕਿ ਤੁਸੀਂ ਬਸ ਹਰ ਰੋਜ਼ ਥੋੜਾ ਜਿਹਾ ਕਿਸੇ ਨਾਲ ਟਾਈਮ ਪਾਸ ਕਰਨਾ ਸਿੱਖ ਲਓ, 24 ਘੰਟੇ ਵਿੱਚ ਟਾਈਮ ਪਾਸ ਕਰਨਾ ਸਿੱਖ ਲਓ, ਥੋੜਾ ਜਿਹਾ ਕਿਸੇ ਨਾਲ ਟਾਈਮ ਪਾਸ ਕਰਨਾ ਸਿੱਖ ਲਓ। ਨਹੀਂ, ਤੁਸੀਂ ਇਸ ਤੋਂ ਅੱਗੇ ਵੀ ਵੱਧ ਗਏ ਫਰਜ਼ ਕੀਤਾ, ਟਾਈਮ ਪਾਸ ਤੱਕ ਜਾਣੇ। ਤੁਸੀਂ ਦਿਲ ਨੂੰ ਆਪਣੇ ਨੂੰ ਹੀਲ ਨਹੀਂ ਕਰਨ ਦੀ ਕੋਸ਼ਿਸ਼ ਕਰਦੇ ਖੁਦਾ ਦੇ ਨਾਲ, ਉਹਦੇ ਖੂਨ ਦੇ ਨਾਲ, ਤੁਸੀਂ ਸਿਰਫ ਟਾਈਮ ਪਾਸ ਕਰਨ ਤੱਕ ਆਣਾ ਹੈ ਨਾ। ਹੁਣ ਤੁਸੀਂ ਜਦੋਂ ਤੁਸੀਂ ਟਾਈਮ ਪਾਸ ਕਰਦੇ ਕਰਦੇ ਕਈ ਵਾਰੀ ਸ਼ੈਤਾਨ ਤੁਹਾਨੂੰ ਗਲਤ ਕਿਸੇ ਸਿਚੁਏਸ਼ਨ ਫਿਰ ਇਹਦਾ ਬੜਾ ਫਸਾ ਦਿੰਦਾ ਹਨਾ। ਤੁਸੀਂ ਜਦੋਂ ਫਿਰ ਕਿਸੇ ਸਿਚੁਏਸ਼ਨ ਚ ਆ ਜਾਂਦੇ, ਫਿਰ ਤੁਹਾਡਾ ਟੁੱਟੇ ਹੋਏ ਦਿਲ ਨੂੰ ਤੁਸੀਂ ਕਿੱਦਾਂ ਤੁਸੀਂ ਟੁੱਟੇ ਹੋਏ ਦਿਲ ਦੇ ਨਾਲ ਕਿਸੇ ਨੂੰ ਸਮਝੋਗੇ, ਕਿਉਂਕਿ ਤੁਹਾਡੇ ਦਿਲ ਦੇ ਟੁਕੜੇ ਹੋਏ ਹਨਾ। ਤੁਸੀਂ ਤੁਹਾਡੀ ਜ਼ਿੰਦਗੀ ਦੇ ਪਹਿਲੇ ਟਰੋਮੇ ਹੈ ਨਾ, ਪਾਸਟ ਟਰੋਮੇ, ਤੁਸੀਂ ਉਹਨਾਂ ਦੇ ਨਾਲ ਉਹ ਜਿਹੜਾ ਆਪਣਾ ਨਵਾਂ ਰਿਸ਼ਤਾ ਹੈ ਉਹਨੂੰ ਡਿਸਟਰਬ ਕਰ ਲੈਂਦੇ ਹੋ, ਉਹਨੂੰ ਤੁਸੀਂ ਖਰਾਬ ਕਰ ਲੈਂਦੇ ਹੋ। ਤੁਸੀਂ ਕੀ ਕਰਦੇ ਉਹਦੇ ਵਿੱਚ, ਮਤਲਬ ਲਵ ਲਾਈਫ ਦੇ ਵਿੱਚ ਵੀ ਅਪਸ ਐਂਡ ਡਾਊਨ ਹੋਣੇ, ਕਿਉਂਕਿ ਦਿਲ ਦਾ ਮਾਮਲਾ ਹੈ ਬਈ ਇਹ ਦਿਲ ਦਾ ਮਾਮਲਾ ਹੈ। ਅਪਸ ਐਂਡ ਡਾਊਨਸ ਆਉਣੇ ਆ ਤੁਹਾਡੀ ਜ਼ਿੰਦਗੀ ਚ ਨਾ। ਜਦੋਂ ਅਪਸ ਐਂਡ ਡਾਊਨਸ ਆਉਂਦੇ ਤੁਹਾਡੇ ਕੋਲ, ਤੁਸੀਂ ਨਵੇਂ ਨਕੋਰ ਰਿਸ਼ਤੇ ਦੇ ਵਿੱਚ ਕੀ ਕਰਦੇ, ਤੁਸੀਂ ਪੁਰਾਣੇ ਆਪਣੇ ਜਿਹੜੇ ਤੁਹਾਡੇ ਐਕਸ, ਤੁਹਾਡੇ ਦਿਲ ਦੇ ਟੁਕੜੇ ਆ ਨਾ, ਜੋ ਫਰਜ਼ ਕੇ ਤੁਹਾਡੇ ਦਿਲ ਦੇ 12 ਟੁਕੜੇ ਹੋਏ ਆ, ਤੁਸੀਂ 12 ਤੁਹਾਡੇ ਰਿਲੇਸ਼ਨਸ਼ਿਪ ਰਹੇ ਆ ਗਰਲਫ੍ਰੈਂਡਾਂ ਦੇ ਜਾਂ ਬॉयਫ੍ਰੈਂਡਾਂ ਦੇ ਜਾਂ ਕਿਸੇ ਵੀ, ਤੁਸੀਂ 12 ਟੁਕੜੇ ਆਪਣੀ ਨਵੀਂ ਜ਼ਿੰਦਗੀ ਦੇ ਮੂਹਰੇ ਲਿਆ ਕੇ ਰੱਖ ਦਿੰਦੇ ਆ ਹਰ ਰੋਜ਼, ਕਿਉਂਕਿ ਤੁਸੀਂ ਉਹਨੂੰ ਸੰਭਾਲਿਆ ਨਹੀਂ, ਤੁਸੀਂ ਉਹਨੂੰ ਸਹੀ ਨਹੀਂ ਕੀਤਾ, ਤੁਸੀਂ ਉਹਨੂੰ ਹੀਲ ਨਹੀਂ ਕੀਤਾ, ਤੁਸੀਂ ਜ਼ਰੂਰੀ ਨਹੀਂ ਸਮਝਿਆ ਉਹਨੂੰ ਅਨੋਇਟ ਕਰਨਾ, ਖੁਦਾ ਦੇ ਕੋਲ ਰੋਜ਼ ਮੂਹਰੇ ਰੱਖਣਾ ਹਨਾ। ਹੁਣ ਦੇਖੋ, ਤੁਸੀਂ ਕਦੀ ਇਮੈਜਿਨ ਕਰਕੇ ਦੇਖੋ, ਇੱਕ ਨਵਾਂ ਘਰ ਤੇ ਇੱਕ ਪੁਰਾਣਾ ਘਰ, ਦੋਨੇ ਇਕੱਠੇ ਕਿੱਦਾਂ ਤੁਰਨਗੇ। ਚਲੋ ਤੁਸੀਂ ਦੋ ਗੱਡੀਆਂ ਹੀ ਲਾ ਲਓ, ਨਵੀਂ ਗੱਡੀ ਤੇ ਪੁਰਾਣੀ ਗੱਡੀ, ਦੋਨੇ ਬਰਾਬਰ ਬਰਾਬਰ ਕਿੱਦਾਂ ਤੁਰਨਗੀਆਂ, ਨਹੀਂ ਤੁਰ ਸਕਦੀਆਂ ਨਾ। ਤੁਸੀਂ ਕੀ ਕਰਦੇ, ਪੁਰਾਣੀਆਂ ਜਿਹੜੇ ਤੁਹਾਡੇ ਪੁਰਾਣੇ ਟੁਕੜੇ ਆ ਦਿਲਾਂ ਦੇ, ਤੁਸੀਂ ਉਸ ਟੁਕੜਿਆਂ ਨੂੰ ਮਤਲਬ ਆਪਣੇ ਨਵੇਂ ਰਿਸ਼ਤੇ ਦੇ ਉੱਤੇ ਇੱਕ ਦੇ ਬਾਅਦ ਇੱਕ ਦੇ ਬਾਅਦ ਇੱਕ ਦੇ ਬਾਅਦ ਇੱਕ ਦੇ ਬਾਅਦ ਰੱਖ ਦਿੰਦੇ ਆ। ਜਿਹੜਾ ਤੁਹਾਡਾ ਨਵਾਂ ਰਿਸ਼ਤਾ ਆ, ਤੁਹਾਡੇ ਚ ਭਾਵੇਂ ਕੋਈ ਸਾਫ਼ ਦਿਲ ਵਾਲਾ ਪਰਸਨ ਵੀ ਤੁਹਾਡੇ ਨਾਲ ਜੁੜਿਆ ਹੁੰਦਾ, ਉਹ ਇੰਨੇ ਟੁਕੜਿਆਂ ਦਾ ਭਾਰ ਕਿੱਦਾਂ ਸਵੇ। ਉਹ ਵਿਚਾਰਾ ਵਿੱਚੋਂ ਏਦਾਂ ਨਿਕਲ ਕੇ ਆਪਣਾ ਸਾਹ ਲੈਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਤੁਸੀਂ ਦਿਲ ਨੂੰ ਹੀਲ ਨਹੀਂ ਕੀਤਾ, ਕਿਉਂਕਿ ਤੁਸੀਂ ਦਿਲ ਨੂੰ ਸੰਭਾਲਿਆ ਨਹੀਂ, ਤੁਸੀਂ ਉਹਨਾਂ ਟੁਕੜਿਆਂ ਨੂੰ ਖੁਦਾ ਦੇ ਅੱਗੇ ਨਹੀਂ ਰੱਖਿਆ ਜਿੱਥੇ ਉਹਨੇ ਕਿਹਾ ਕਿ ਮੈਂ ਟੁੱਟੇ ਹੋਏ ਦਿਲ ਤੋਂ ਜ਼ਿਆਦਾ ਕਿਸੇ ਹੋਰ ਚੀਜ਼ ਨੂੰ, ਕਿਉਂਕਿ ਉਹਨੂੰ ਪਤਾ ਦਿਲ ਨੇ ਟੁੱਟਣਾ ਆ। ਜਿਹੜੀ ਗੱਲ ਤੁਹਾਡੇ ਸ਼ੁਰੂਆਤ ਦੇ ਵਿੱਚ ਕੀਤੀ ਆ, ਬਾਲਮ ਜਿੱਥੇ ਜਿਹੜੇ ਸ੍ਰੇਸ਼ਟ ਦੀ ਕਿਤਾਬ ਜਿਹੜਾ ਹੈਗਾ ਸ੍ਰੇਸ਼ਟ ਗੀਤ, ਜਿਹਨੂੰ ਆਪਾਂ ਕਹਿੰਦੇ ਹੈਗੇ ਆ ਕਿ ਇਹ ਗਜ਼ਲੋ ਗਜ਼ਲਾਤ, ਉਹਦੇ ਵਿੱਚ ਸੁਲੇਮਾਨ ਨੇ ਕਿਹਾ ਭਾਈ, ਰਿਲੇਸ਼ਨਸ਼ਿਪ ਜਿਹੜੀ ਤੁਹਾਡੇ ਕੋਲੇ ਕੋਈ 2000 ਰਿਸ਼ਤੇ ਤਾਂ ਨਹੀਂ ਆਏ, ਸੁਲੇਮਾਨ ਦੇ ਕੋਲ 2000 ਤੋਂ ਜ਼ਿਆਦਾ ਰਿਸ਼ਤੇ ਆਇਆ। ਐਂਡ ਉਹਨੇ ਦੇਖੋ ਟੁੱਟੇ ਹੋਏ ਦਿਲ ਦੇ ਬਾਰੇ ਦੇ ਵਿੱਚ ਦੱਸਿਆ ਹੈ ਕਿ ਹਾਂ ਉਹਦੀ ਹਾਲਤ ਕੀ ਆ। ਦੇਖੋ ਉਹਨੇ ਕਿਹਾ ਕਿ ਮੈਂ ਕਹਿੰਦੀ ਯਰੂਸ਼ਲਮ ਦੇ ਧੀਓ, ਮੈਂ ਤੁਹਾਨੂੰ ਸਹੁੰ ਦਿੰਦੀ ਆ, ਜੇ ਤੁਹਾਨੂੰ ਮੇਰਾ ਬਾਲਮ ਮਿਲ ਜਾਵੇ ਤੇ ਤੁਸੀਂ ਉਹਨੂੰ ਦੱਸੋਗੇ ਕਿ ਮੈਂ ਪ੍ਰੀਤੀ ਰੋਗਣ ਆ, ਕਿ ਮੈਂ ਲਵ ਸਿੱਖਿਆ ਹਨਾ। ਜਿਹੜਾ ਟੁੱਟਾ ਹੋਇਆ ਦਿਲ ਤੇ ਉਹਨੇ ਕਿਹਾ ਦੱਸੂਗੀ ਕਿ ਮੇਰਾ ਜਿਹੜਾ ਦਿਲ ਆ ਉਹ ਮੈਂ ਪ੍ਰੀਤ ਰੋਗਣ ਆ, ਉਹ ਰੋਗ ਨਾਲ, ਬਿਮਾਰੀ ਨਾਲ, ਸਿਕਨੈਸ ਦੇ ਨਾਲ ਜਿਹੜਾ ਉਹਦੇ ਚ ਗੋਥਾ ਮੋਥਾ ਹੋ ਗਿਆ ਹੋਇਆ ਹਨਾ, ਉਹਨੂੰ ਹੀਲਿੰਗ ਦੀ ਲੋੜ ਹੈ ਨਾ। ਹੁਣ ਤੁਸੀਂ ਇੱਥੇ ਵੀ ਉਹਨੇ ਵੀ ਐਡਮਿਟ ਕੀਤਾ ਕਿ ਉਹਨੂੰ ਹੀਲਿੰਗ ਦੀ ਲੋੜ ਆ ਹਨਾ, ਜਦੋਂ ਕਿ ਉਹਦੇ ਕੋਲ ਕੋਈ ਕਿਸੇ ਕਮੀ ਨਹੀਂ ਸੀ, ਪੈਸੇ ਦੀ, ਧੇਲੇ ਦੀ, ਕਿਸੇ ਚੀਜ਼ ਦੀ ਹਨਾ। ਤੁਸੀਂ ਵੀ ਜਿਹੜਾ ਨਾ ਮਿਕਸਚਰ ਆਫ ਫੀਲਿੰਗ ਹੈ ਨਾ, ਰਲੀਆਂ ਮਲੀਆਂ ਭਾਵਨਾਵਾਂ ਜਿਹੜੀਆਂ ਨਾ, ਉਹਦੇ ਤੋਂ ਕਿਨਾਰਾ ਕਰਨਾ ਸਿੱਖੋ। ਦੁਖਦਾਇਕ ਭਾਵਨਾ ਨਾ, ਜੇ ਤੁਹਾਡਾ ਦਿਲ ਨਾ ਏਦਾਂ ਆ, ਜਿਹੜਾ ਲਵਸਿਕ ਦੀ ਜਿਹੜੀ ਮੈਂ ਦੱਸਿਆ, ਪੁਰਾਣੇ ਰਿਸ਼ਤੇ ਜਿਹੜੇ ਹਜ਼ਾਰਾਂ ਟੁੱਟੇ ਆ ਤੁਹਾਡੇ, ਉਹਨਾਂ ਦੇ ਵਿੱਚ ਤੁਸੀਂ ਇਸ ਹਾਲਤ ਦੇ ਵਿੱਚ ਨਾ ਤੁਸੀਂ ਉਹਦੀ ਖੱਲੜੀ ਲਹਾਓ। ਜਿੱਦਾਂ ਖੁਦਾ ਯਿਸੂ ਮਸੀਹ ਨੇ ਕਿਹਾ ਕਿ ਉਹ ਦਿਲ ਦੀ ਸੁਣਤ ਜ਼ਰੂਰੀ ਆ, ਉਹ ਕਰੋ, ਪਲੀਜ਼ ਕਰੋ, ਉਹਨੂੰ ਹੀਲਿੰਗ ਕਰੋ। ਤੁਹਾਡੇ ਸਾਹਮਣੇ ਆ ਦੇਖੋ, ਤੇਲ ਦੇ ਨਾਲ ਹੀਲ ਕਰਕੇ ਆਪਣਾ ਦਿਲ ਤੁਹਾਨੂੰ ਦਿਖਾਇਆ ਕਿ ਉਹਨੂੰ ਹਰ ਰੋਜ਼ ਹੀਲ ਹੋਣ ਦੀ ਲੋੜ ਆ। ਤੁਸੀਂ ਵੀ ਉਹਨੂੰ ਹਰ ਰੋਜ਼ ਹੀਲ ਕਰੋ, ਤਾਂ ਕਿ ਫਿਰ ਤੁਸੀਂ ਆਪਣਾ ਜਿਹੜਾ ਦਿਲ ਆ ਉਹਦੇ ਉੱਤੇ ਤੁਸੀਂ ਖੁਦਾ ਯਿਸੂ ਮਸੀਹ ਦਾ ਜਦੋਂ ਮੱਸਾ ਕਰ ਲਿਆ, ਤੁਹਾਨੂੰ ਲੋੜ ਆ ਉਸ ਟੁੱਟੇ ਹੋਏ ਦਿਲ ਦੇ ਮੱਸੇ, ਉਹਨੂੰ ਮੱਸਾ ਕਰਨ ਦੀ। ਮੱਸਾ ਕੀਤਾ ਨਾ ਤੁਹਾਡੇ ਸਾਹਮਣੇ, ਮੈਂ ਮੱਸਾ ਕੀਤਾ ਆਪਣੇ ਦਿਲ ਨੂੰ, ਤੁਹਾਨੂੰ ਵੀ ਆਪਣੇ ਦਿਲਾਂ ਨੂੰ ਮੱਸਾ ਕਰਨ ਦੀ ਲੋੜ ਆ, ਇਲਾਜ ਦੀ ਲੋੜ ਆ। ਤੁਹਾਡੀ ਵਿਆਹੁਤਾ ਜ਼ਿੰਦਗੀ ਜਿਹੜੀ ਆ ਉਹਦੀ ਕਾਮਯਾਬੀ ਜਾਂ ਨਾਕਾਮਯਾਬੀ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਤੁਹਾਡਾ ਦਿਲ ਕਿੰਨੀ ਵਾਰੀ ਟੁੱਟਿਆ। ਜੇ ਤੁਹਾਡੀ ਜਿਹੜੀ ਵਿਆਹੁਤਾ ਜ਼ਿੰਦਗੀ ਆ ਉਹ ਚ ਫਰੂਟ ਆ ਖੁਸ਼ਹਾਲੀ ਦਾ, ਖੁਸ਼ੀ ਦਾ ਹਨਾ, ਉਹ ਉੱਥੋਂ ਪਤਾ ਲੱਗਦਾ ਕਿ ਤੁਹਾਡਾ ਦਿਲ 1000 ਵਾਰੀ ਟੁੱਟਿਆ, 2000 ਵਾਰੀ ਟੁੱਟਿਆ, 10,000 ਵਾਰੀ ਟੁੱਟਿਆ, ਜਾਂ ਤੁਸੀਂ ਹੁਣ ਟੁੱਟੇ ਹੋਏ ਦਿਲ ਦੇ ਨਿੱਕੇ ਨਿੱਕੇ ਟੁਕੜੇ ਲੈ ਕੇ ਤੁਰੇ ਫਿਰਦੇ ਆ ਹਨਾ। ਇਹ ਤੁਹਾਡੀ ਜ਼ਿੰਦਗੀ ਦੱਸਦੀ ਆ ਕਿ ਜੇ ਤੁਹਾਡਾ ਦਿਲ ਟੁੱਟ ਗਿਆ ਜਾਂ ਨਹੀਂ ਟੁੱਟਿਆ ਨਾ। ਪਰ ਤੁਹਾਨੂੰ ਉਹਨੂੰ ਹੱਲ ਕਰਨ ਦੀ, ਉਹਨੂੰ ਹੀਲ ਕਰਨ ਦੀ, ਉਹਨੂੰ ਮੱਸਾ ਕਰਨ ਦੀ
ਬਹੁਤ 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 ਜ਼ਿਆਦਾ ਲੋੜ ਆ। ਤੁਸੀਂ ਮੱਤੀ 12 ਦੀ 34ਵੀਂ ਆਇਤ ਜਿਹੜੀ ਆ ਉਹਦੇ ਵਿੱਚ ਵੀ ਇਹਨੂੰ ਦੇਖ ਸਕਦੇ ਆ ਆਪਾਂ। ਉਹਦੇ ਨਾਲ ਇਹਦਾ ਮਤਲਬ ਆਪਾਂ ਕਰਨਾ, ਜਦੋਂ ਤੁਸੀਂ ਆਪਣੇ ਜੀਵਨ ਸਾਥੀ ਨੂੰ ਜਦੋਂ ਦੁਖਦਾਇਕ ਗੱਲਾਂ ਫਿਰ ਕਹਿੰਦੇ ਹੋ ਕਈ ਵਾਰੀ ਹਨਾ, ਜਾਂ ਸੁਣਦੇ ਹੋ ਜਾਂ ਸਹਿੰਦੇ ਹੋ, ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਮੈਂ ਇੱਥੇ ਬਹੁਤ ਲੋਕਾਂ ਨੂੰ ਆ ਕੇ ਦੇਖਿਆ ਸੀ ਜਿਹੜੇ ਆਪਣੀਆਂ ਪਤਨੀਆਂ ਨੂੰ ਬੁਰੇ ਬੁਰੇ ਲਫ਼ਜ਼ ਕਹਿੰਦੇ ਸੀਗੇ ਹਨਾ, ਜਾਂ ਆਪਣੀਆਂ ਐਕਸ ਪਤਨੀਆਂ ਨੂੰ ਬੁਰੇ ਬੁਰੇ ਲਫ਼ਜ਼ਾਂ ਨਾਲ ਉਹਨਾਂ ਨੂੰ ਬੁਲਾਉਂਦੇ ਸੀ। ਉਹਨਾਂ ਨੂੰ ਟੁੱਟੇ ਹੋਏ ਆਪਣੇ ਟੁੱਟੇ ਹੋਏ ਦਿਲ ਦੇ ਨਾਲ ਉਹਨਾਂ ਦੇ ਦਿਲ ਦੇ ਉੱਤੇ ਵੀ ਛੇਕ ਤੇ ਛੁਰੀਆਂ ਮਾਰਦੇ ਸੀ ਹਨਾ, ਉਹ ਲਫ਼ਜ਼ ਕਹਿ ਕੇ। ਜੇ ਹੁਣ ਤੁਹਾਨੂੰ ਕੋਈ ਬਾਰ-ਬਾਰ ਕਹੀ ਜਾਵੇ ਮੋਟਾ, ਜੇ ਤੁਹਾਨੂੰ ਕੋਈ ਬਾਰ-ਬਾਰ ਕਹੀ ਜਾਵੇ ਗੰਜਾ, ਜੇ ਤੁਹਾਨੂੰ ਕੋਈ ਬਾਰ-ਬਾਰ ਕਹੀ ਜਾਵੇ ਮਤਲਬ ਕੋਈ ਹੋਰ ਚੀਜ਼ ਨਾ ਬੁਲਾਵੇ ਹਨਾ, ਕਿ ਇਹ ਕੋਈ ਅੱਛੇ ਸਾਫ਼ ਸੁਥਰੇ ਹੈਲਥੀ ਹੀਲਿੰਗ ਦੀਆਂ ਨਿਸ਼ਾਨੀਆਂ ਹੈ? ਹੀਲਿੰਗ ਤੇ ਹੀਲਡ ਹੋਏ ਦੀਆਂ ਗੱਲਾਂ ਆ ਨਹੀਂ ਨਾ। ਤੁਸੀਂ ਉਸ ਫਰਕ ਨੂੰ ਮਿਟਾਉਣ ਦੀ ਬਜਾਏ ਵੱਡਾ ਕਰ ਦਿੰਦੇ ਹੋ ਏਦਾਂ। ਤੁਸੀਂ ਆਪਣੇ ਨਾਲ ਦਿਲ ਨੂੰ ਮੱਸਾ ਕਰਦੇ, ਹੀਲ ਕਰਦੇ, ਜਾਂ ਜਿਹੜੇ ਤੁਸੀਂ ਹੋਰ ਲੋਕਾਂ ਨੂੰ ਵੀ ਬਚਾ ਲੈਣ ਦਿੰਦੇ ਹੋ। ਫਰਜ਼ ਕੀਤਾ ਇਮੈਜਿਨ ਕਰੋ ਕਿ ਇੱਕ ਪਰਸਨ ਨੂੰ ਪਹਿਲਾਂ ਤਾਂ ਤੁਸੀਂ ਪੈਰ ਥੱਲੇ ਮਿਲਦੇ ਹੋ, ਫਿਰ ਤੁਸੀਂ 10 ਹੋਰਾਂ ਨੂੰ ਵੀ ਨਾਲ ਮਿੱਧਰ ਲਾ ਕੇ ਤੁਸੀਂ ਤਾੜੀਆਂ ਵਜਾ ਕੇ ਹੱਸਣ ਲੱਗ ਪੈਂਦੇ ਹੋ ਪਰਸਨ ਦੇ ਉੱਤੇ। ਉੱਥੇ ਤੁਹਾਡੇ ਦਿਲ ਦੇ ਟੁਕੜੇ ਜਿਹੜੇ ਆ ਨਾ ਉਹ ਰੋਂਦੇ ਵੀ ਹੋਣ ਨਾ ਤੇ ਉਹ ਕੁਛ ਨਹੀਂ ਕਰ ਸਕਦੇ। ਉਹਨੂੰ ਹੀਲ ਕਰਨ ਦੀ ਲੋੜ ਆ ਆਪਣੇ ਦਿਲ ਨੂੰ, ਤਾਂ ਕਿ ਤੁਸੀਂ ਉਸ ਹੀਲ ਹੋਏ ਦਿਲ ਦੇ ਨਾਲ ਆਪਣੀ ਜ਼ਿੰਦਗੀ ਨੂੰ ਅੱਛਾ ਕਰ ਸਕੋ, ਤਾਂ ਕਿ ਤੁਸੀਂ ਫਿਰ ਖੁਦਾ ਦੇ ਸਾਹਮਣੇ ਵੀ ਟੁੱਟਾ ਹੋਇਆ ਦਿਲ ਲੈ ਕੇ ਨਾ ਜਾਓ। ਜਦੋਂ ਜਾਓ ਤੁਸੀਂ ਇੱਕ ਸਾਫ਼ ਦਾ ਦਿਲ ਲੈ ਕੇ ਜਾ ਸਕਦੇ। ਹਾਲਾਂਕਿ ਉਹ ਟੁੱਟੇ ਹੋਏ ਦਿਲ ਦੀ ਵੀ ਕਦਰ ਕਰਦਾ ਬਹੁਤ ਜ਼ਿਆਦਾ, ਪਰ ਜਿਹੜੇ ਰਿਸ਼ਤੇ ਦੁਨਿਆਵੀ ਰਿਸ਼ਤੇ ਨਾ ਉਹਨਾਂ 'ਚ ਤੁਹਾਡਾ ਟੁੱਟਾ ਹੋਇਆ ਦਿਲ ਜਿਹੜਾ ਨਾ ਉਹਨੇ ਤੋੜਨਾ ਹੀ ਹੈ ਦੂਜਿਆਂ ਦੇ ਦਿਲਾਂ ਨੂੰ ਵੀ। ਉਹਨੇ ਦੂਸਰਿਆਂ ਦੇ ਦਿਲਾਂ ਦੇ ਵਿੱਚ ਵੀ ਇੰਜੈਕਸ਼ਨ ਹੀ ਲਾਉਣੇ ਆ, ਕੱਚ ਖੰਭਾਉਣਾ ਆ, ਜਿੰਨਾ ਚਿਰ ਤੁਸੀਂ ਉਹ ਕੱਚ ਦੇ ਟੁਕੜੇ ਆਪਣੇ ਟੁੱਟੇ ਹੋਏ ਦਿਲ ਦੇ ਵਿੱਚੋਂ ਨਹੀਂ ਕੱਢੇ ਹਨਾ। ਸੋ ਅੱਜ ਦਾ ਜਿਹੜਾ ਚੈਪਟਰ ਸੀਗਾ ਦਿਲ ਨੂੰ ਹੀਲਿੰਗ ਕਰਨਾ, ਜਿਹੜਾ ਮੈਂ ਆਪਣੇ ਅੱਖਾਂ ਨੂੰ ਹੀਲ ਕਰਨਾ, ਮਨ ਨੂੰ ਹੀਲ ਕਰਨਾ, ਅਸੀਂ ਦੇਖਿਆ ਸਿਰ ਨੂੰ ਹੀਲ ਕਰਨਾ, ਆਪਣੇ ਬੁੱਲਾਂ ਨੂੰ ਹੀਲ ਕਰਨਾ ਕਿ ਅਸੀਂ ਜਿਹੜੇ ਲਫ਼ਜ਼ ਕਹਿਣੇ ਆ ਤੁਸੀਂ ਆਪਣੀ ਜ਼ੁਬਾਨ ਨੂੰ ਇਨੋਵੇਟ ਕਰਨਾ, ਏਦਾਂ ਕਰ ਸਕਦੇ ਤੁਸੀਂ ਤੇਲ ਦੇ ਨਾਲ ਨਾ, ਤਾਂ ਕਿ ਤੁਸੀਂ ਉਸ ਵੇਲੇ ਆਪਣੇ ਜ਼ੁਬਾਨ ਦਾ ਕੰਟਰੋਲ ਜਿਹੜਾ ਖੁਦਾ ਦੇ ਸਾਹਮਣੇ ਦੇ ਦਿੱਤਾ ਨਾ ਉਹਨੂੰ ਦੇ ਦਿੱਤਾ। ਇਹ ਜਿਹੜਾ ਹੈ ਇਹ ਸਾਡੇ ਲਈ ਬਹੁਤ 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 ਜ਼ਿਆਦਾ ਜ਼ਰੂਰੀ ਹੈ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਤੁਸੀਂ ਇਸ ਚੈਪਟਰ ਨੂੰ ਜੀ ਆਇਆਂ ਕਿਹਾ, ਤੁਸੀਂ ਇਹਦੇ ਵਿੱਚ ਮੇਰੇ ਨਾਲ ਹੋ ਕੇ ਇਹਨੂੰ ਸੁਣਿਆ ਤੇ ਖੁਦਾ ਦੇ ਨਾਲ ਆਪਣੇ ਆਪ ਨੂੰ ਤੁਸੀਂ ਜੋੜਿਆ। ਮੈਂ ਉਹਦਾ ਧੰਨਵਾਦ ਕਰਦੀ ਹਾਂ ਖੁਦਾ ਯਿਸੂ ਮਸੀਹ ਦਾ, ਜਿਹਨੇ ਇਹ ਡਿਵਾਈਸ ਦੇ ਤੇ ਆਪਣਾ ਮਤਲਬ ਮੱਸਾ ਰੱਖਿਆ ਆ ਤੇ ਇਹਨੂੰ ਇੰਟਰਨੈਟ ਲਈ ਇਹਨੂੰ ਸਾਨੂੰ ਕਿਸੇ ਤਰ੍ਹਾਂ ਦੀ ਉੜਚਣ ਨਹੀਂ ਹੋਣ ਦਿੱਤੀ, ਕਿਉਂਕਿ ਇਹ ਜਿਹੜੀਆਂ ਗੱਲਾਂ ਤੁਹਾਡੇ ਨਾਲ ਮੈਂ ਕੀਤੀਆਂ ਇਹ ਮੇਰੀਆਂ ਨਹੀਂ ਪਾਈ, ਇਹ ਖੁਦਾ ਦੀਆਂ ਹੈ ਐਂਡ ਉਹਨਾਂ ਸਾਰੇ ਲੋਕਾਂ ਦੀਆਂ ਹੈ। ਐਂਡ ਜਿਨ੍ਹਾਂ ਲੋਕਾਂ ਅਗਰ ਤੁਸੀਂ ਇਹਨੂੰ ਸ਼ੇਅਰ ਕਰੋਗੇ ਤੇ ਤੁਸੀਂ ਖੁਦਾ ਯਿਸੂ ਮਸੀਹ ਦੇ ਲਈ ਫੇਵਰ ਕਰੋਗੇ। ਤੁਹਾਨੂੰ ਲੋਕਾਂ ਨੇ ਤੇ ਸ਼ਾਇਦ ਆ ਕੇ ਨਹੀਂ ਕਹਿਣਾ ਇਹ ਹੈ ਕਿ ਵੀ ਤੁਸੀਂ ਇਹਨੂੰ ਸ਼ੇਅਰ ਕਰੋ, ਮੈਂ ਤੁਹਾਨੂੰ ਆਹ ਕਰ ਦੂੰਗਾ, ਮੈਂ ਤੁਹਾਨੂੰ ਆਹ ਕਰ ਦੂੰਗਾ, ਪਰ ਖੁਦਾ ਤੁਹਾਨੂੰ ਉਹਦਾ ਫਲ ਜ਼ਰੂਰ ਦਊਗਾ ਜੇ ਤੁਸੀਂ ਉਹਦੇ ਵਚਨ ਨੂੰ ਸ਼ੇਅਰ ਕਰੋਗੇ ਹਨਾ। ਤੇ ਖਾਸ ਕਰਕੇ ਉਹਦੀਆਂ ਆਹ ਗੱਲਾਂ ਜਿਹੜੀਆਂ ਉਹਨੇ ਤੁਹਾਨੂੰ ਤੁਹਾਡੀ ਹੀਲ ਕਰਨ ਲਈ ਕਹੀਆਂ, ਤੇ ਤੁਸੀਂ ਨਹੀਂ ਕਰੋਗੇ ਤਾਂ ਖੁਦਾ ਨੇ ਤੁਹਾਡੇ ਆ ਕੇ ਕੁਛ ਤੁਹਾਨੂੰ ਥੱਪੜ ਨਹੀਂ ਮਾਰਨੇ, ਸੋਟੇ ਨਹੀਂ ਮਾਰਨੇ, ਪਰ ਜਦੋਂ ਤੁਸੀਂ ਉਹਦੇ ਕੋਲ ਕੋਈ ਆਪਣੀ ਚੀਜ਼ ਮੰਗੋਗੇ ਉਹ ਤੁਹਾਨੂੰ ਕਹੂਗਾ ਮੇਰਾ ਜਦੋਂ ਮੈਂ ਭੁੱਖਾ ਸੀ ਤੁਸੀਂ ਮੈਨੂੰ ਨਹੀਂ ਰਜਾਇਆ, ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਮੇਰੀ ਹੀਲਿੰਗ ਦਾ ਜਿਹੜਾ ਮੈਸੇਜ ਲੋਕਾਂ ਤੱਕ ਪਹੁੰਚਾਓ ਤੁਸੀਂ ਨਹੀਂ ਪਹੁੰਚਾਇਆ, ਤੁਸੀਂ ਕਿਸੇ ਹੋਰ ਦਾ ਇਲਾਜ ਵੀ ਤੁਹਾਡੇ ਕੋਲ ਤੁਰ ਕੇ ਆਇਆ ਤੁਸੀਂ ਉਹਨੂੰ ਵੀ ਨਹੀਂ ਮਤਲਬ ਠੀਕ ਆਪਣੇ ਆਪ ਨੂੰ ਨਹੀਂ ਕਰਵਾਇਆ, ਦੂਜਿਆਂ ਨੂੰ ਵੀ ਠੀਕ ਹੋਣ ਦਾ ਵਸੀਲਾ ਨਹੀਂ ਬਣਾਇਆ, ਨਹੀਂ ਬਣਨ ਦਿੱਤਾ ਹਨਾ। ਇਸ ਕਰਕੇ ਤੁਸੀਂ ਆਪੇ ਹੀ ਦੇਖਣਾ ਕਿ ਤੁਸੀਂ ਫਿਰ ਕਿਸ ਤਰ੍ਹਾਂ ਜਵਾਬਦੇਹ ਹੋਣਾ ਹੈ। ਇਸ ਮੈਂ ਤੁਹਾਡੇ ਉੱਤੇ ਹੀ ਛੱਡਦੀ ਹਾਂ ਕਿ ਤੁਸੀਂ ਇਹਨੂੰ ਅੱਛੇ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਰਨਾ ਕਿ ਨਹੀਂ ਕਰਨਾ ਹਨਾ। ਥੈਂਕ ਯੂ ਫॉर ਦਿਸ ਮੋਮੈਂਟ ਲੋਰਡ। ਅੱਜ ਦੇ ਦਿਨ ਤੇਰਾ ਸ਼ੁਕਰ ਕਰਦੇ ਹਾਂ ਖੁਦਾ, ਤੇਰੀਆਂ ਸਭ ਰਹਿਮਤਾਂ ਦਾ, ਨੇਕੀਆਂ ਤੇ ਨੇਮਤਾਂ ਦਾ ਸ਼ੁਕਰ ਹੈ ਯਿਸੂ, ਸ਼ੁਕਰ ਹੈ ਪ੍ਰਭੂ, ਸ਼ੁਕਰ ਹੈ ਪਿਤਾ, ਸ਼ੁਕਰ ਹੈ। ਜੈਮਸੀ ਦੀ ਹਰਸ਼ੈਮਸੀ ਦੀ ਤੁਸੀਂ ਦੇਖੋ ਕੁਲਵਿੰਦਰ ਕਹਿੰਦੇ ਮੈਮਸੀ ਦੀ ਹੱਸਦੇ ਰਹੋ ਵਾਸਤੇ ਰਹੋ, ਤੇ ਕਲਾਮ ਨੂੰ ਐਸੇ ਤਰ੍ਹਾਂ ਪੜ੍ਹਦੇ ਰਹੋ, ਸੁਣਦੇ ਰਹੋ, ਉਹਦੇ ਵਿੱਚ ਰਸਦੇ ਰਹੋ, ਦੂਸਰਿਆਂ ਨੂੰ ਦੱਸਦੇ ਰਹੋ, ਤੇ ਸ਼ੈਤਾਨ ਤੋਂ ਆਪਣੇ ਆਪ ਨੂੰ ਦੂਰ ਲਿਜਾ ਕੇ ਹਮੇਸ਼ਾ ਆਮੀਨ ਆਮੀਨ।